ਦੋਸਤੋ, ਅੱਜ ਸਾਡੇ ਸਟੂਡੀਓ ਦੇ ਵਿੱਚ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਐਸੀ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਵਾ ਰਿਹਾ ਹਾਂ ਜਿਨ੍ਹਾਂ ਨੇ ਇੱਕ ਸਧਾਰਨ ਪਰਿਵਾਰ ਦੇ ਵਿੱਚ ਪੈਦਾ ਹੋ ਕੇ ਦੇਸ਼ ਵਿਦੇਸ਼ ਦੇ ਵਿੱਚ ਆਪਣੀ ਸ਼ਾਨਦਾਰ ਤਰੱਕੀ ਦੇ ਨਾਲ ਆਪਣੇ ਪਰਿਵਾਰ ਦਾ ਔਰ ਆਪਣੇ ਦੇਸ਼ ਵਾਸੀਆਂ ਦਾ ਜਿਹੜਾ ਨਾਂ ਆ ਉਹ ਕੌਮੀ ਨਹੀਂ ਕੌਮਾਂਤਰੀ ਪੱਧਰ ਦੇ ਉੱਤੇ ਬਹੁਤ ਉੱਚਾ ਕੀਤਾ ਹੈ। ਮੈਂ ਸਮਝਦਾ ਉਹ ਪੰਜਾਬ ਦੀ ਧੀ ਬੇਸ਼ੱਕ ਇੱਕ ਸਧਾਰਨ ਲੜਕੀ ਹੈ, ਪਰ ਉਸ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਕੋਈ ਸਧਾਰਨ ਨਹੀਂ ਹਨ। ਮੇਰੀ ਮੁਰਾਦ ਹੈ, ਤੁਸੀਂ ਸਾਰੇ ਸਮਝ ਗਏ ਹੋਵੋਗੇ ਕਿ ਮੈਡਮ ਮਨਦੀਪ ਕੌਰ ਜੀ ਟਾਂਗੜਾ, ਜਿਨ੍ਹਾਂ ਦੇ ਨਾਮ ਬਾਰੇ ਮੈਂ ਸਮਝਦਾ ਤੁਸੀਂ ਸਾਰੇ ਜਾਣਦੇ ਹੋ, ਉਹਨਾਂ ਦੀਆਂ ਪ੍ਰਾਪਤੀਆਂ, ਉਹਨਾਂ ਦੀਆਂ ਸਮਾਜ ਸੇਵਾ ਪ੍ਰਤੀ ਕੀਤੀਆਂ ਜਾ ਰਹੀਆਂ ਸੇਵਾਵਾਂ ਪ੍ਰਤੀ ਵੀ ਤੁਸੀਂ ਸਾਰੇ ਭਲੀ ਭਾਂਤ ਜਾਣੇ ਹੋ। ਲੇਕਿਨ ਫਿਰ ਵੀ ਅੱਜ ਅਸੀਂ ਉਹਨਾਂ ਦੀ ਜ਼ੁਬਾਨੀ, ਉਹਨਾਂ ਦੇ ਕੋਲੋਂ, ਉਹਨਾਂ ਦੇ ਪਾਲਣ ਪੋਸ਼ਣ ਤੋਂ ਲੈ ਕੇ, ਬਚਪਨ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਦੀ ਜਿਹੜੀ ਗਾਥਾ ਆ, ਉਹਨਾਂ ਦੀ ਜ਼ੁਬਾਨੀ ਆਪਾਂ ਸੁਣਨ ਦਾ ਯਤਨ ਕਰਾਂਗੇ। ਸਭ ਤੋਂ ਪਹਿਲਾਂ ਮਨਦੀਪ ਜੀ, ਸਾਡੇ ਸ਼ੋਅ ਵਿੱਚ ਤੁਹਾਨੂੰ ਜੀ ਆਇਆਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੁਹਾਡੇ ਸਾਰੇ ਸਰੋਤਿਆਂ ਨੂੰ, ਤੁਹਾਡੇ ਚੈਨਲ ਨੂੰ ਤੇ ਤੁਹਾਨੂੰ ਥੈਂਕ ਯੂ ਮੈਨੂੰ ਇਸ ਵਿੱਚ ਬੁਲਾਉਣ ਲਈ। ਥੈਂਕ ਯੂ ਜੀ। ਨਹੀਂ, ਸਾਡੇ ਬੜੇ ਧੰਨ ਭਾਗ ਹੈ ਜੀ ਕਿ ਤੁਹਾਡੀ ਵਰਗੀ ਸ਼ਖਸੀਅਤ ਨੂੰ ਸਾਡੇ ਚੈਨਲ ਤੇ ਆ ਕੇ ਤੁਸੀਂ ਲੋਕਾਂ ਦੇ ਰੂਬਰੂ ਹੋਏ ਹੋ, ਲੋਕਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੇ ਹੋ। ਮੈਂ ਸਮਝਦਾ ਕਿ ਤੁਹਾਡੇ ਇਸ ਸੰਦੇਸ਼ ਦੇ ਨਾਲ ਘੱਟੋ ਘੱਟ ਜਿਹੜੀਆਂ ਸਾਡੇ ਬੱਚੇ ਬੱਚੀਆਂ ਆ, ਨੌਜਵਾਨ ਜਿਹੜੀ ਪੀੜ੍ਹੀ ਆ, ਉਹ ਤੁਹਾਡੇ ਸੰਦੇਸ਼ ਨੂੰ ਜ਼ਰੂਰ ਕਬੂਲਣਗੇ। ਸਭ ਤੋਂ ਪਹਿਲਾਂ ਮਨਦੀਪ ਜੀ, ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਇੱਕ ਪਿੰਡ ਪੱਧਰ ਤੋਂ ਇੱਕ ਸਧਾਰਨ ਪਰਿਵਾਰ ਵਿੱਚ ਪੈਦਾ ਹੋ ਕੇ ਕਿਸ ਤਰ੍ਹਾਂ ਆਪਣੀ 29 ਦੀਆਂ ਬੁਲੰਦੀਆਂ ਨੂੰ ਛੋਹਿਆ ਹੈ। ਆਪਣੀ ਤੁਹਾਡੀ ਬਚਪਨ ਦੀ ਕਹਾਣੀ ਵੀ ਨਾਲ ਜੋੜ ਲਿਓ, ਉਸ ਤੋਂ ਬਾਅਦ ਤੁਹਾਡੀ ਆਪਾਂ ਐਜੂਕੇਸ਼ਨ ਦੀ ਗੱਲ ਕਰਾਂਗੇ ਜੀ। ਮੇਰਾ ਜਨਮ ਟਾਂਗੜਾ ਪਿੰਡ 'ਚ ਹੀ ਹੋਇਆ ਹੈ। ਅੰਮ੍ਰਿਤਸਰ ਦੇ ਕੋਲ ਆ ਮੇਰਾ ਪਿੰਡ, ਅਰਾਊਂਡ 30 ਕਿਲੋਮੀਟਰ ਇੱਥੋਂ ਹੈਗਾ। ਹਾਂਜੀ। ਤੇ ਪਾਪਾ ਮੰਮੀ ਬਹੁਤ ਜ਼ਿਆਦਾ ਜਿਹੜਾ ਮਿਹਨਤੀ ਸਨ। ਉਹਨਾਂ ਨੂੰ ਬਸ ਇਹ ਸੀ ਕਿ ਅਸੀਂ ਆਪਣੀ ਕਿਰਤ ਕਮਾਈ ਨਾਲ, ਇਮਾਨਦਾਰੀ ਦੀ ਕਮਾਈ ਨਾਲ ਇੱਕ ਜਿਹੜਾ ਆਪਣਾ ਡ੍ਰੀਮ ਪੂਰਾ ਕਰੀਏ, ਉਹ ਆ ਕਿ ਆਪਣੇ ਬੱਚਿਆਂ ਨੂੰ ਪੜ੍ਹਾਉਣਾ। ਮੈਂ ਸਮਝਦੀ ਕਿ ਮੇਰੇ ਪੇਰੈਂਟਸ ਨੇ ਆਪਣੀ ਹਰ ਚੀਜ਼ ਪਾਈ ਜਿਹੜੀ ਆ ਉਹ ਦਾਅ ਤੇ ਲਾਈ ਹੈ ਸਾਨੂੰ ਪੜ੍ਹਾਉਣ ਲਈ। ਅਸੀਂ ਉਹਨਾਂ ਬੱਚਿਆਂ ਚੋਂ ਆ ਕਿ ਜਿਹੜੇ ਟੌਪਰ ਤੇ ਰਹੇ ਨੇ, ਪਰ ਉਹਨਾਂ ਨੇ ਸਕੂਲ ਦੀ, ਕਾਲਜ ਦੀ ਫੀਸ ਵੀ ਜਿਹੜੀ ਉਹ ਲੇਟ ਜਮ੍ਹਾਂ ਕਰਾਈ ਆ, ਬੜੇ ਔਖੇ ਹੋ ਕੇ ਜਮ੍ਹਾਂ ਕਰਾਈ ਹੈ। ਪਰ ਇਹ ਹੈ ਕਿ ਐਜੂਕੇਸ਼ਨ ਲਈ ਅਸੀਂ ਹਮੇਸ਼ਾ ਹੀ ਬੜੇ ਸੀਰੀਅਸ ਰਹੇ। ਤੇ ਮੈਨੂੰ ਲੱਗਦਾ ਕਿ ਮੇਰੀ ਜ਼ਿੰਦਗੀ ਦਾ ਜਿਹੜਾ ਐਕਚੁਅਲ ਬਦਲਾਵ ਆ, ਮੇਰੀ ਤਰੱਕੀ ਦਾ ਵੀ ਜਿਹੜਾ ਕਾਰਨ ਆ, ਉਹ ਇਹੀ ਆ ਕਿ ਮੇਰੇ ਪੇਰੈਂਟਸ ਨੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿ ਕੇ ਵੀ ਇਹ ਸੋਚ ਰੱਖੀ ਕਿ ਉਹ ਆਪਣੀ ਕੁੜੀ ਨੂੰ ਪੜ੍ਹਾਉਣਾ ਚਾਹੁੰਦੇ ਨੇ। ਠੀਕ ਹੈ ਜੀ, ਬਹੁਤ ਵਧੀਆ ਸੋਚ ਸੀ ਉਹਨਾਂ ਦੀ, ਜਿਨ੍ਹਾਂ ਦੀ ਸੋਚ ਸਦਕੇ ਅੱਜ ਤੁਸੀਂ ਇਸ ਜਿਹੜੇ ਮੁਕਾਮ ਤੇ ਤੁਸੀਂ ਪਹੁੰਚੇ ਹੋ। ਮੈਨੂੰ ਪਤਾ ਹੈ ਕਿ ਤੁਸੀਂ ਜਿਹੜੇ MBA ਦੇ ਵਿੱਚ ਬੜੇ ਟੌਪਰ ਤੇ ਆਏ ਹੋ, ਤੇ ਇਹਦੇ ਪਿੱਛੇ ਤੁਹਾਡੀ ਕੀ ਘਾਲਣਾ ਰਹੀ ਆ, ਜਾਂ ਤੁਹਾਨੂੰ ਇੱਥੋਂ ਤੱਕ ਪਹੁੰਚਣ ਲਈ, ਐਜੂਕੇਸ਼ਨ ਦੇ ਖੇਤਰ ਵਿੱਚ ਆਪਾਂ ਗੱਲ ਕਰ ਰਹੇ ਹਾਂ, ਇੱਥੋਂ ਤੱਕ ਪਹੁੰਚਣ ਲਈ ਤੁਹਾਨੂੰ ਕੀ ਹਾਰਡਸ਼ਿਪ ਦਾ ਸਾਹਮਣਾ ਕਰਨਾ ਪਿਆ? ਮੈਨੂੰ ਜਿਹੜੀ ਹਿੰਮਤ ਆਉਂਦੀ ਸੀ ਉਹ ਆਪਣੇ ਪਾਪਾ ਵੱਲ ਵੇਖ ਕੇ ਆਉਂਦੀ ਸੀ, ਕਿਉਂਕਿ ਆਟਾ ਚੱਕੀ ਦਾ ਕੰਮ ਜਿਹੜਾ ਹੁੰਦਾ ਉਹ ਬਹੁਤ ਔਖਾ ਹੁੰਦਾ। ਖਾਸ ਕਰਕੇ ਪੁਰਾਣੇ ਜ਼ਮਾਨੇ ਦੇ ਵਿੱਚ ਤੁਸੀਂ ਇੰਨੀਆਂ ਭਾਰੀਆਂ ਗੰਢਾਂ ਚੁੱਕਣੀਆਂ, ਤੁਹਾਡਾ ਹੈਲਪਰ ਵੀ ਕੋਈ ਨਹੀਂ ਆ, ਟਰਾਲੀ ਤੇ ਲੱਦਣੀਆਂ, ਟਰਾਲੀ ਤੋਂ ਲਾਉਣੀਆਂ, ਤੇ ਵੱਖਰੀਆਂ ਮਸ਼ੀਨਾਂ ਚਲਾਉਣੀਆਂ, ਕਈ ਤਰ੍ਹਾਂ ਦੀਆਂ ਸੱਟਾਂ ਲੱਗਣੀਆਂ। ਸੋ ਆਪਣੇ ਫਾਦਰ ਨੂੰ ਫਿਜ਼ੀਕਲੀ ਇੰਨੀ ਮਿਹਨਤ ਕਰਦੇ ਦੇਖਦੇ ਮੈਨੂੰ ਹਮੇਸ਼ਾ ਜਿਹੜਾ ਪੜ੍ਹਾਈ ਕਰਨਾ ਉਹ ਬਹੁਤ ਸੌਖਾ ਲੱਗਦਾ ਸੀ ਉਹਦੇ ਸਾਹਮਣੇ। ਮੈਨੂੰ ਲੱਗਦਾ ਸੀ ਮੈਂ ਤੇ ਕੁਛ ਵੀ ਨਹੀਂ ਕਰਨਾ, ਇੰਨੀ ਮਿਹਨਤ ਜਿਹੜੇ ਉਹ ਮੇਰੇ ਪਾਪਾ ਕਰ ਰਹੇ। ਫਿਰ ਕਈ ਵਾਰੀ ਆਪਾਂ ਸ਼ਨੀਵਾਰ ਐਤਵਾਰ ਦੀ ਗੱਲ ਕਰਦੇ ਹਾਂ, ਤੇ ਮੈਂ ਆਪਣੇ ਫਾਦਰ ਨੂੰ ਪੂਰਾ ਸਾਲ ਹੀ ਕੰਮ ਕਰਦੇ ਦੇਖਿਆ। ਸਾਡੇ ਕੋਲ ਛੁੱਟੀ ਵਾਲਾ ਸਿਸਟਮ ਹੀ ਨਹੀਂ ਹੁੰਦਾ ਸੀ, ਨਾ ਸ਼ਨੀਵਾਰ ਨਾ ਐਤਵਾਰ। ਉਹੀ ਚੀਜ਼ ਆਪਣੇ ਫਾਦਰ ਨੂੰ ਦੇਖ ਕੇ ਕੰਮ ਤੇ ਕੰਮ ਹੀ ਆ, ਪੜ੍ਹਾਈ ਵੀ ਇੱਕ ਕੰਮ। ਜਦੋਂ ਅਸੀਂ ਆਪਣੀ ਏਜ 'ਚ ਹੁੰਦੇ ਆ ਤੇ ਸਾਨੂੰ ਜਿਹੜਾ ਪੜ੍ਹਾਈ ਵਾ ਉਹ ਵੀ ਇੱਕ ਕੰਮ ਆ। ਹਾਲਾਂਕਿ ਪੇਰੈਂਟਸ ਨੇ ਬਹੁਤ ਹੀ
1-1 ਰੁਪਇਆ ਜੋੜ ਕੇ ਜਿਹੜਾ ਉਹ ਸਾਨੂੰ ਪੜਾਇਆ। ਬੜੀ ਮੁਸ਼ਕਿਲ ਉਹਨਾਂ ਨੇ ਇੰਨੀ ਫੀਸ 30-30 40-40 ਹਜ਼ਾਰ 70-70 80 ਹਜ਼ਾਰ ਇੱਕ ਬਹੁਤ ਵੱਡੀ ਅਮਾਉਂਟ ਆ ਸਾਡੇ ਵਰਗੀ ਫੈਮਲੀਜ਼ ਦੀ। ਫਿਰ ਟਰਾਂਸਪੋਰਟੇਸ਼ਨ ਵੀ ਬੜੀ ਦਿੱਕਤ ਵਾਲੀ ਸੀ ਕਿਉਂਕਿ ਮੇਰਾ ਪਿੰਡ ਜਿਹੜਾ ਮੇਰੀ ਯੂਨੀਵਰਸਿਟੀ ਤੋਂ 65 ਕਿਲੋਮੀਟਰ ਦੀ ਦੂਰੀ ਤੇ ਆ। ਹਾਂਜੀ ਪਰ ਮੈਂ ਕਦੀ ਹੋਸਟਲ ਨਹੀਂ ਚੁਣਿਆ, ਨਾ ਹੀ ਮੈਂ ਜਿਹੜੀ ਕਾਲਜ ਬੱਸ ਵੀ ਮੈਂ ਕਿਸੇ ਸਮੈਸਟਰ ਦੇ ਵਿੱਚ ਹੀ ਕਾਲਜ ਬੱਸ ਵਿੱਚ ਜਾਂਦੀ ਸੀ। ਨਾਰਮਲੀ ਮੈਂ ਪ੍ਰਾਈਵੇਟ ਬੱਸ 'ਚ ਹੀ ਜਾਂਦੀ ਸੀ। ਪਰ ਫਿਰ ਉਹਨਾਂ ਬੱਚਿਆਂ ਚੋਂ ਆ ਕਿ ਜਿਨ੍ਹਾਂ ਨੇ 5 ਸਾਲ 'ਚ ਕੋਈ ਛੁੱਟੀ ਨਹੀਂ ਕੀਤੀ, ਕਦੀ ਹਾਂਜੀ ਵੀ ਕਾਲਜ ਨਹੀਂ ਮਿਸ ਕੀਤਾ, ਵੈਰੀ ਗੁੱਡ ਕਦੀ ਨਹੀਂ ਮਿਸ ਹਾਂਜੀ ਕੀਤਾ। ਸੋ ਮੈਨੂੰ ਏਦਾਂ ਲੱਗਦਾ ਕਿ ਸਾਡੀ ਜਿਹੜੀ ਕੰਸਿਸਟੈਂਸੀ ਆ, ਇੱਕ ਹੀ ਚੀਜ਼ ਨੂੰ ਬਾਰ-ਬਾਰ ਕਰਨਾ ਤੇ ਉਹਨੂੰ ਹਰ ਵਾਰੀ ਬਿਹਤਰ ਕਰਨ ਦੀ ਕੋਸ਼ਿਸ਼ ਕਰਨਾ ਹੀ ਸਾਡੀ ਅਖੀਰ ਵਿੱਚ ਤਰੱਕੀ ਦਾ ਕਾਰਨ ਬਣਦਾ ਹੈ। ਤੇ ਇਹਦੇ ਵਾਸਤੇ ਸਾਨੂੰ, ਜਿਵੇਂ ਕਿ ਮੈਂ ਪੜ੍ਹਾਈ ਦੌਰਾਨ 5 ਸਾਲ ਦੀ ਪੇਸ਼ੈਂਸ ਰੱਖੀ, ਬਿਜ਼ਨਸ ਦੌਰਾਨ 10 ਸਾਲ ਦੀ ਪੇਸ਼ੈਂਸ ਰੱਖੀ, ਸੋ ਜੇ ਪੇਸ਼ੈਂਸ ਨੂੰ ਕੰਸਿਸਟੈਂਸੀ ਨਾਲ ਮੈਚ ਕਰ ਲੈਂਦੇ ਆ ਤੇ ਮੈਨੂੰ ਲੱਗਦਾ ਕਿ ਉਹਦਾ ਰਿਜ਼ਲਟ ਵਧੀਆ ਆਉਂਦਾ। ਹਾਂਜੀ ਇਹ ਜਿਸ ਤਰ੍ਹਾਂ ਮੈਨੂੰ ਵੀ ਪਤਾ ਹੈ, ਮੇਰੇ ਖਿਆਲ ਤੁਹਾਡੇ ਸਾਰੇ ਸਰੋਤਿਆਂ ਨੂੰ, ਤੁਹਾਨੂੰ ਚਾਹਣ ਵਾਲੇ ਸਾਰੇ ਉਹਨਾਂ ਸੱਜਣਾਂ ਨੂੰ ਵੀ ਪਤਾ ਕਿ ਤੁਹਾਡੀ ਜਿਹੜੀ ਮੈਰਿਜ ਹੈ ਉਹ ਅਮਰੀਕਾ ਦੇ ਵਿੱਚ ਹੋਈ। ਤੁਹਾਡੇ ਹਸਬੈਂਡ ਜਿਹੜੇ ਆ ਬਹੁਤ ਅੱਛੀ ਪੋਜੀਸ਼ਨ ਤੇ ਇੱਥੇ ਕੰਮ ਕਰ ਰਹੇ ਆ, ਲੇਕਿਨ ਇਹਦੇ ਬਾਵਜੂਦ ਵੀ ਤੁਸੀਂ ਆਪਣੇ ਪਿੰਡ ਵਿੱਚ ਰਹਿ ਕੇ ਆਪਣੀ ਐਡੀ ਵੱਡੀ ਸੰਸਥਾ ਖੜੀ ਕਰਨ ਲਈ ਇੰਨੇ ਵੱਡੇ ਯਤਨ ਕੀਤੇ। ਉਹਦੇ ਪਿੱਛੇ ਤੁਹਾਡੀ ਸੋਚ ਕੀ ਸੀ? ਮੇਰੀ ਜਿਹੜੀ ਸ਼ੁਰੂ ਤੋਂ ਹੀ, ਈਵਨ ਬਿਫੋਰ ਮੈਰਿਜ ਵੀ ਮੇਰੀ ਸੋਚ ਇਹੀ ਸੀ ਕਿ ਮੈਂ ਆਪਣੇ ਪਿੰਡ ਹੀ ਰਹਿਣਾ ਚਾਹੁੰਦੀ। ਹਾਲਾਂਕਿ ਮੇਰੇ ਹਸਬੈਂਡ ਨੇ US ਰਹਿਣਾ ਚੁਣ ਲਿਆ, ਹਾਂਜੀ ਪਰ ਮੈਂ ਸ਼ੁਰੂ ਤੋਂ ਹੀ ਬਹੁਤ ਪੈਟਰੀਓਟਿਕ ਹਾਂ ਕਿਉਂਕਿ ਜਦੋਂ ਮੈਂ ਪੜ੍ਹਦੀ ਸੀ ਉਦੋਂ ਵੀ ਮੇਰੀ ਯੂਨੀਵਰਸਿਟੀ ਮੈਨੂੰ ਫ੍ਰੀ ਭੇਜਦੀ ਸੀ ਬਾਹਰ। ਮੇਰੀ ਯੂਨੀਵਰਸਿਟੀ ਮੈਨੂੰ ਹਰ ਸਮੈਸਟਰ ਜਿਹੜਾ ਵਾ ਉਹ $2600 ਦੇ ਕੇ ਤੁਹਾਨੂੰ ਜਿਹੜਾ ਵਾ ਉਹ ਉੱਥੇ ਭੇਜ ਰਹੀ ਸੀ। ਸਾਰੀ ਫੀਸ ਵੀ ਜਿਹੜੀ ਆ ਯੂਨੀਵਰਸਿਟੀ ਪੇ ਕਰਨ ਲਈ ਤਿਆਰ ਸੀ ਕਿਉਂਕਿ ਮੈਂ ਆਪਣੇ ਕਾਲਜ ਦੀ ਟੌਪਰ ਸੀ। ਪਰ ਮੈਨੂੰ ਹਮੇਸ਼ਾ ਹੀ ਸ਼ੁਰੂ ਤੋਂ ਹੀ ਇਹ ਲੱਗਦਾ ਹੈ ਕਿ ਅਸੀਂ ਪੰਜਾਬ ਦੇ ਪਿੰਡਾਂ ਦੇ ਵਿੱਚ ਰਹਿ ਕੇ ਵੀ ਉਹੀ ਪੜ੍ਹਾਈ ਕਰ ਸਕਦੇ ਹਾਂ ਜੋ ਅਸੀਂ ਇੱਕ ਦਿੱਲੀ ਗੁੜਗਾਉਂ ਦੇ ਵਿੱਚ ਕਰ ਸਕਦੇ ਹਾਂ, ਜੋ ਕੈਨੇਡਾ ਅਮਰੀਕਾ 'ਚ ਕਰ ਸਕਦੇ ਹਾਂ, ਕਿਉਂਕਿ ਪੜ੍ਹਨਾ ਤੇ ਅਸੀਂ ਆ। ਹਾਂਜੀ ਹੁਣ ਅਸੀਂ ਕਿ ਅਸੀਂ ਬਾਹਰ ਜਾ ਕੇ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਸਕਦੇ ਹਾਂ, ਪਰ ਜੇ ਹਾਂਜੀ ਅਸੀਂ ਖੁਦ ਗਲਤ ਮਲਤ ਖਾਵਾਂਗੇ ਤੇ ਅਸੀਂ ਜਿਹੜਾ ਵਾ ਉਹ ਕਿਤੇ ਵੀ ਆਪਣਾ ਧਿਆਨ ਨਹੀਂ ਰੱਖ ਸਕਦੇ। ਸੋ ਮੇਰੀ ਇਹ ਸੋਚ ਹੈ ਕਿ ਜਿਹੜੀ ਪੜ੍ਹਾਈ ਆ ਉਹ ਕਿਤੇ ਵੀ ਬੈਠ ਕੇ ਕੀਤੀ ਜਾ ਸਕਦੀ ਆ। ਠੀਕ ਹੈ, ਠੀਕ ਹੈ ਅੱਛੇ ਸਾਡੇ ਪ੍ਰਾਈਮ ਮਿਨਿਸਟਰਸ ਜਾਂ ਪ੍ਰੈਜ਼ੀਡੈਂਟਸ ਉਹਨਾਂ ਨੇ ਕਿੱਦਾਂ ਪੜ੍ਹਾਈਆਂ ਕੀਤੀਆਂ, ਸਾਰੇ ਉਹਨਾਂ ਦੀਆਂ ਸਟੋਰੀਜ਼ ਜਾਣਦੇ ਨੇ ਕਿ ਨਾ ਬਾਹਰ ਆਪਣਾ ਬਿਨਾਂ ਘਰਾਂ ਤੋਂ ਵੀ ਉਹਨਾਂ ਨੇ ਜਿਹੜੀਆਂ ਪੜ੍ਹਾਈਆਂ ਕੀਤੀਆਂ। ਉਹਨਾਂ ਦੇ ਘਰ ਵੀ ਨਹੀਂ ਸੀ, ਰਿਫਿਊਜੀ ਕੈਂਪ 'ਚ ਰਹਿ ਕੇ ਪੜ੍ਹਾਈਆਂ ਕੀਤੀਆਂ। ਸੋ ਇਹ ਕਿ ਪੜ੍ਹਨ ਵਾਸਤੇ ਜੇ ਅਸੀਂ ਕੋਈ ਸਪੈਸ਼ਲ ਚੀਜ਼ਾਂ ਦੀ ਡਿਮਾਂਡ ਕਰੀਏ ਤੇ ਮੈਨੂੰ ਲੱਗਦਾ ਕਿ ਉਹ ਠੀਕ ਨਹੀਂ ਆ। ਹਾਂਜੀ ਬਟ ਸੋਚ ਮੇਰੀ ਹਮੇਸ਼ਾ ਹੀ ਇਹੀ ਰਹੀ ਹੈ ਕਿ ਮੈਂ ਪੰਜਾਬ ਨੂੰ, ਪੰਜਾਬ ਦੇ ਪਿੰਡਾਂ ਨੂੰ ਤੇ ਜਿਹੜੀ ਧਰਤੀ ਨੇ ਸਾਨੂੰ ਬਣਾਇਆ ਹੁੰਦਾ, ਦੇਖੋ ਅਸੀਂ ਆਪਣੇ ਆਪ ਨੂੰ ਤੇ ਬਹੁਤ ਬਿਹਤਰ ਕਹਿੰਦੇ ਆ, ਹਾਂਜੀ ਅਸੀਂ ਕਹਿੰਦੇ ਬਹੁਤ ਅੱਛੇ ਆ, ਅਸੀਂ ਵਧੀਆ ਵਾ, ਅਸੀਂ ਉਹਦੇ ਨਾਲੋਂ ਵਧੀਆ। ਤੇ ਅਸੀਂ ਕਿੱਦਾਂ ਬਣੇ ਆ? ਅਸੀਂ ਇਸੇ ਮਿੱਟੀ ਦੇ, ਇਸੇ ਪਿੰਡਾਂ ਦੇ ਕਣ ਤੋਂ ਬਣੇ ਆ। ਹਾਂਜੀ ਇਸੇ ਪਿੰਡਾਂ ਦੇ ਘਰਾਂ ਨੇ ਸਾਡੇ ਇਹਨਾਂ ਫਾਦਰ ਨੂੰ ਬਿਜ਼ਨਸ ਦਿੱਤਾ ਹੁੰਦਾ ਤੇ ਉਹ ਪੈਸੇ ਦੀ ਕਮਾਈ ਨਾਲ ਅਸੀਂ ਪੜ੍ਹਾਈਆਂ ਕੀਤੀਆਂ ਨੇ। ਤੇ ਫਿਰ ਹਾਂਜੀ ਅਸੀਂ ਇਸੇ ਪਿੰਡਾਂ ਨੂੰ ਜਿਹੜੀ ਆ ਉਹ ਵਾਪਸ ਦੇਣਾ ਜਿਹੜਾ ਉਹ ਬਹੁਤ ਜ਼ਰੂਰੀ ਆ। ਵੈਰੀ ਗੁੱਡ ਤੇ ਇਹੀ ਮੇਰੀ ਸੋਚ ਹੈ ਕਿ ਮੈਂ ਇਹ ਮੰਨਦੀ ਕਿ ਇਸ ਪਿੰਡ ਨੇ ਮੈਨੂੰ ਬਣਾਇਆ ਤੇ ਮੇਰਾ ਜਿਹੜਾ ਦਿਲ ਆ ਉਹ ਅੰਮ੍ਰਿਤਸਰ ਤੱਕ ਜਾਣ ਨੂੰ ਵੀ ਜੀ ਨਹੀਂ ਕਰਦਾ ਕਿਉਂਕਿ ਮੈਂ ਇਸੇ ਪਿੰਡ ਨੂੰ ਤੇ ਇਹਦੇ ਆਲੇ ਦੁਆਲੇ ਨੂੰ ਹੀ ਸੁਧਾਰਨਾ ਚਾਹਨੀ। ਤੇ ਜਿਵੇਂ ਆਪਣੀ ਪੂਰੀ ਜ਼ਿੰਦਗੀ 'ਚ, ਹਾਲਾਂਕਿ ਮੇਰੀ ਸੋਚ ਬਹੁਤ ਵੱਡੀ, ਮੇਰਾ ਦਿਲ ਕਰਦਾ ਵੱਡੇ ਵੱਡੇ ਡ੍ਰੀਮਸ ਮੇਰੇ ਪੂਰੇ ਹੋਣ, ਪਰ ਜੇ ਮੈਂ ਪੂਰੀ ਜ਼ਿੰਦਗੀ 'ਚ 100 ਲੋਕਾਂ ਨੂੰ ਵੀ ਪਿੰਡ ਦੇ ਵਿੱਚੋਂ ਜੌਬ ਦੇ ਦਾਂਗੀ ਤੇ ਮੈਂ ਆਪਣੇ ਆਪ ਨੂੰ ਸਫਲ ਸਮਝਦੀ ਹਾਂ। ਤੇ ਮਨਦੀਪ ਜੀ 100 ਤੋਂ ਬਹੁਤ ਤੁਸੀਂ ਘੱਟ ਇੱਕ ਡ੍ਰੀਮ ਰੱਖਿਆ। ਤੁਹਾਡੇ ਆਲਰੇਡੀ ਤੇ 120 ਪਲੱਸ ਤੁਹਾਡੇ ਕੋਲ ਆਲਰੇਡੀ EMPLOYEES ਹੈਗੇ ਆ। ਹਾਂਜੀ, ਮੈਂ ਪਰ ਸਾਰੇ ਮੇਰੇ ਪਿੰਡ ਦੇ ਨਹੀਂ ਨਾ, ਮੇਰੇ ਪਿੰਡ ਦੇ ਉਹਦੇ ਵਿੱਚੋਂ 20 ਹੋਣਗੇ ਜਾਂ 25 ਹੋਣਗੇ। ਅੱਛਾ ਸੋ ਅੱਛਾ ਇਸ ਅੱਛਾ ਹਿਸਾਬ ਨਾਲ ਹਾਂਜੀ। ਅੱਛਾ 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 ਤੇ ਮੈਂ ਇਹ ਪੁੱਛਣਾ ਚਾਹੁੰਦਾ ਤੁਹਾਨੂੰ ਵੀ ਤੁਸੀਂ ਜਿਹੜਾ ਇਹ ਇੱਕ IT ਹੱਬ ਬਣਾਈ ਆ ਆਪਣੇ ਪਿੰਡ ਦੇ ਵਿੱਚ, ਇਹਦਾ ਤੁਹਾਡੇ ਪਿੰਡ ਦੇ ਲੋਕਾਂ ਨੂੰ ਜਾਂ ਸਾਡੀ ਨਵੀਂ ਜਨਰੇਸ਼ਨ ਨੂੰ ਕੀ ਫਾਇਦਾ ਹੋ ਰਿਹਾ ਤੁਹਾਡੀ ਇਸ ਇੰਡਸਟਰੀ ਤੋਂ, IT ਇੰਡਸਟਰੀ ਤੋਂ? ਸੋ ਇੱਕ ਨਵੇਂ ਤਰ੍ਹਾਂ ਦੀ ਜਿਹੜੀ ਆ ਜੌਬ ਨਿਕਲ ਕੇ ਆ ਰਹੀ ਆ। ਇਸ ਤਰ੍ਹਾਂ ਦੀ ਜੌਬ ਨਿਕਲ ਕੇ ਆ ਰਹੀ ਕਿ ਜਿਹਦੇ ਵਿੱਚ ਅਸੀਂ 2 ਤੋਂ 3 ਸਾਲ 'ਚ ਟ੍ਰੇਨ ਹੁੰਦੇ ਆ ਤੇ ਸਾਡੀ ਆਪਣੇ ਪਿੰਡ ਵਿੱਚ ਹੀ 30-40 ਹਜ਼ਾਰ ਦੀ ਜੌਬ ਲੱਗ ਸਕਦੀ ਆ। ਪਹਿਲਾਂ ਲੋਕ ਦੁਬਈ ਜਾਂਦੇ ਸੀ, ਕੈਨੇਡਾ ਜਾਂਦੇ ਸੀ, ਅਮਰੀਕਾ ਜਾਂਦੇ, ਫਿਰ ਮੰਜੇ ਸੋਚਦੇ ਕਿ ਘਰ 50,000 ਲੱਖ ਰੁਪਇਆ ਮਹੀਨੇ ਦਾ ਭੇਜਾਂਗੇ। ਠੀਕ ਆ, ਹੁਣ ਬੱਚੇ ਜਿਹੜੇ ਆ ਉਹ ਆਪਣੇ ਘਰੋਂ ਆ ਸਕਦੇ ਨੇ,
ਉਹਨਾਂ ਨੂੰ ਪਤਾ ਹੈ ਕਿ 5 ਸਾਲ ਬਾਅਦ ਮੇਰੀ 60-70 ਹਜ਼ਾਰ ਤਨਖਾਹ ਇੱਥੇ ਹੋ ਸਕਦੀ ਆ, ਮੈਨੂੰ ਬਸ ਉਹਦਾ ਬਣਿਆ ਹੋਇਆ ਗ੍ਰਾਫ ਕਿ ਉਹਨੇ ਇਹ ਚੀਜ਼ਾਂ ਜਿਹੜੀਆਂ ਉਹ ਕਰਨੀਆਂ ਨੇ। ਸੋ ਹਾਂਜੀ ਅਸੀਂ ਵਾਈਟ ਕਾਲਰ ਜੌਬਸ ਜਿਹੜੀਆਂ ਵਾ ਉਹ ਜਨਰੇਟ ਕਰ ਰਹੇ ਹਾਂ ਕਿ ਤੁਸੀਂ ਸਿਰਫ ਇਹ ਨਹੀਂ ਕਿ ਪੜ੍ਹੇ ਲਿਖੇ ਹੋ। ਸੋ ਮੇਰਾ ਜਿਹੜਾ ਟਾਰਗੇਟ ਹੈ ਉਹ ਮੇਨ ਆ ਕਿ ਜਿਹੜਾ ਪੜ੍ਹਿਆ ਲਿਖਿਆ ਯੂਥ ਆ ਪਰ ਉਹਨਾਂ ਕੋਲ ਜੌਬ ਨਹੀਂ ਹੈਗੀ। ਸੋ ਹਾਂਜੀ ਹੁਣ ਜਿਹੜਾ ਕਿ ਪੜ੍ਹੇ ਲਿਖਿਆ ਜਿਹੜਾ ਯੂਥ ਆ ਉਹਨੂੰ ਇੱਕ ਚੰਗੀ ਨੌਕਰੀ ਜਿਹੜੀ ਆ ਉਹ ਪਿੰਡ ਵਿੱਚ ਮਿਲ ਰਹੀ ਆ। ਫੈਮਲੀਜ਼ ਜਿਹੜੀਆਂ ਬੜੀਆਂ ਖੁਸ਼ ਆ, ਉਹਨਾਂ ਨੇ ਪਹਿਲਾਂ ਸੋਚਿਆ ਨਹੀਂ ਕਿ ਸਾਡਾ ਬੱਚਾ ਵਾਕਿੰਗ ਡਿਸਟੈਂਸ ਤੇ ਆਏਗਾ ਤੇ 50,000 ਰੁਪਇਆ ਘਰੇ ਲਾਏਗਾ, ਅਸੀਂ ਗਰਮ ਗਰਮ ਰੋਟੀ ਆਪਣੇ ਬੱਚੇ ਨੂੰ ਦਫ਼ਤਰ ਭੇਜਾਂਗੇ। ਹਾਂਜੀ ਠੀਕ ਆ, ਉਹਦਾ ਕਿ ਬੱਸ ਵਿੱਚ ਚੜ੍ਹ ਕੇ ਅੰਮ੍ਰਿਤਸਰ ਜਾਣ ਦੀ ਵੀ ਲੋੜ ਨਹੀਂ, ਉਹਨੂੰ ਦਿੱਲੀ ਗੁੜਗਾਉਂ ਦੇ ਵਿੱਚ ਕਿਰਾਏ ਭਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਆ। ਪਿੰਡ ਦੇ ਵਿੱਚੋਂ ਹੀ ਅਸੀਂ ਹਰ ਚੀਜ਼ ਜਿਹੜੀ ਆ ਖਰੀਦਣ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਕਿ ਦੁੱਧ ਦੀ ਐਗਜ਼ਾਮਪਲ ਲੈ ਲਈਏ, 500 ਲੀਟਰ ਸਾਡਾ ਤਕਰੀਬਨ ਦੁੱਧ ਆਉਂਦਾ ਹਰ ਮਹੀਨੇ, ਪਿੰਡ ਦੇ ਵਿੱਚੋਂ ਹੀ ਅਸੀਂ ਦੁੱਧ ਖਰੀਦਦੇ, ਅਸੀਂ ਪੈਕਟਾਂ ਵਾਲਾ ਦੁੱਧ ਨਹੀਂ ਖਰੀਦਦੇ। ਵੈਰੀ ਗੁੱਡ। ਸਾਡੇ ਦੇ ਵਿੱਚ ਪੀਜੀ ਵਾਲਾ ਕੋਈ ਕਲਚਰ ਨਹੀਂ, ਗੈਸਟ ਹਾਊਸ ਦਾ ਕੋਈ ਕਲਚਰ ਨਹੀਂ ਸੀ, ਪਰ ਹੌਲੀ ਹੌਲੀ ਇਹ ਕਲਚਰ ਜਿਹੜਾ ਪਿੰਡ 'ਚ ਡਿਵੈਲਪ ਹੋ ਰਿਹਾ ਤੇ ਇਸੇ ਤਰ੍ਹਾਂ ਪਿੰਡ ਨੂੰ ਜਿਹੜੀ ਆ ਇਨਕਮ ਹੋ ਰਹੀ ਆ। ਬੱਚੇ ਜਿਹੜੇ ਆ ਉਹ ਜਿਨ੍ਹਾਂ ਨੇ ਸਪੋਜ਼ ਸੂਟ ਸਮਾਣਾ ਵਾ, ਸਟਿਚਿੰਗ ਕਰਾਣੀ ਆ, ਉਹ ਲੇਡੀਜ਼ ਨੂੰ ਹੋ ਰਹੀ ਆ। ਜਿਨ੍ਹਾਂ ਨੇ ਟਿਫਨ ਦੇਣਾ ਵਾ ਬੱਚਿਆਂ ਨੂੰ, ਖਾਣਾ ਬਣਾ ਕੇ ਦੇਣਾ, ਜਿਹੜੇ ਬੱਚਿਆਂ ਨੂੰ ਲੋੜ ਆ ਸਾਡੀ ਕੰਪਨੀ 'ਚ, ਉਹਨਾਂ ਦੀ ਇਨਕਮ ਜਨਰੇਟ ਹੋ ਰਹੀ ਆ। ਸੋ ਡਾਇਰੈਕਟ ਇਨਡਾਇਰੈਕਟ ਮੈਨੂੰ ਲੱਗਦਾ ਹੈ ਕਿ ਸਾਰਾ ਹੀ ਆਲਾ ਦੁਆਲਾ ਜਿਹੜਾ ਸਾਡਾ ਪੈਟਰੋਲ ਪੰਪ ਦੀ ਐਗਜ਼ਾਮਪਲ ਲਾ ਲਓ, ਸਾਡੀਆਂ ਗੱਡੀਆਂ ਨੇ, ਸਾਡੀਆਂ ਬੱਸਿਸ ਨੇ ਕੰਪਨੀ ਦੀਆਂ, ਲੋਕਲ ਪੈਟਰੋਲ ਪੰਪ ਤੋਂ ਅਸੀਂ ਪੈਟਰੋਲ ਭਰਵਾ ਰਹੇ ਹਾਂ। ਠੀਕ ਹੈ, ਸੋ ਇਸੇ ਤਰ੍ਹਾਂ ਪਿੰਡ ਦੇ ਵਿੱਚ ਜਿਹੜੇ ਆ ਉਹ ਜੇ ਸਾਡੀ ਕੰਪਨੀ ਦੀ ਸਪੋਜ਼ ਸਾਲ ਦੀ 5 ਕਰੋੜ ਟਰਨਓਵਰ ਆ ਤੇ 2-3 ਕਰੋੜ ਤੇ ਪਿੰਡ ਵਿੱਚ ਹੀ ਆ ਰਿਹਾ ਪਿੰਡ ਵਿੱਚ ਹੀ ਰਹਿ ਜਾਂਦਾ। ਹਾਂਜੀ ਹਾਂਜੀ ਹਾਂ। ਮੈਂ ਮਨਦੀਪ ਜੀ ਇੱਕ ਤੁਹਾਡੀ ਪਿਕਚਰ ਦੇਖੀ ਸੀ ਕਿ ਤੁਸੀਂ ਇੱਕ ਰੇਹੜੀ ਤੇ ਖੜੇ ਹੋ ਕੇ ਇੱਕ ਸਧਾਰਨ ਡਰੈਸ ਅਪ ਦੇ ਵਿੱਚ ਇੱਕ ਰੇਹੜੀ ਵਾਲੇ ਕੋਲ ਕੋਈ ਸਬਜ਼ੀ ਖਰੀਦ ਰਿਹਾ ਸੀ। ਕਿੰਨੀ ਤੁਹਾਡੀ ਇੱਕ ਸਿੰਪਲਿਸਿਟੀ ਹੈਗੀ ਆ, ਕਿੰਨਾ ਇੱਕ ਤੁਹਾਡਾ ਇੱਕ ਸਾਦਗੀ ਹੈਗੀ ਆ ਕਿ ਤੁਸੀਂ ਇੱਕ ਰੇਹੜੀ ਵਾਲੇ ਕੋਲ ਉਹ ਕੱਦੂ ਜਾਂ ਜੋ ਵੀ ਬੈਂਗਣ ਵਗੈਰਾ ਤੁਸੀਂ ਲਏ ਹੋਣਗੇ ਉਦੋਂ ਪ੍ਰੈਫਰ ਕੀਤਾ ਕਿ ਨਹੀਂ ਵੀ ਮੈਂ ਤੇ ਇਸ ਰੇਹੜੀ ਵਾਲੇ ਕੋਲੋਂ ਸਬਜ਼ੀ ਖਰੀਦਣੀ ਆ। ਉਦੋਂ ਤੁਹਾਡੇ ਮਨ 'ਚ ਕੀ ਚਾਅ ਜਿਹਾ ਆਇਆ ਉਹਦੇ ਕੋਲ ਸਬਜ਼ੀ ਖਰੀਦਣ ਲਈ? ਦੇਖੋ ਮੇਰੇ ਲਈ ਤਾਂ ਲਰਨਿੰਗ ਆ। ਠੀਕ ਹੈ, ਮੈਂ ਤੇ ਖੁਦ ਕਹਿੰਦੀ ਕਿ ਜੇ ਤੁਸੀਂ ਸਿੱਖਣਾ ਤੇ ਬਹੁਤੇ ਪੜ੍ਹੇ ਲਿਖੇ ਤੋਂ ਕੀ ਸਿੱਖਣਾ, ਤੁਸੀਂ ਜਿੰਨੀ ਵੱਧ ਏਜ ਦੇ ਬੰਦੇ ਨਾਲ ਗੱਲ ਕਰ ਸਕਦੇ ਹੋ ਤੁਸੀਂ ਉਨਾ ਸਿੱਖ ਸਕਦੇ ਹੋ, ਮੇਰਾ ਤੇ ਮੰਨਣਾ ਹੈ। ਸੋ ਮੈਂ ਮੈਨੂੰ ਪਹਿਲੀ ਵਾਰੀ ਲੱਗਦਾ ਇਹ ਵਾਲਾ ਸਵਾਲ ਕਿਸੇ ਨੇ ਪੁੱਛਿਆ, ਪਰ ਮੇਰੀ ਫੀਲਿੰਗ ਬਹੁਤ ਹੀ ਅੱਛੀ ਸੀ ਕਿਉਂਕਿ ਉਹ ਇੱਕ ਬਜ਼ੁਰਗ ਸਨ। ਠੀਕ ਹੈ, ਔਰ ਉਹਨਾਂ ਦੇ ਅੰਦਰ ਭਾਵਨਾ ਦੇਖੋ ਕਿ ਖੁਦ ਦਾ ਕਮਾਣਾ ਹੈ ਤੇ ਉਹਨਾਂ ਨੇ ਆਪਣੇ ਘਰ 'ਚ ਹੀ ਜਾਂ ਜਿੱਥੋਂ ਵੀ ਉਹਨਾਂ ਨੇ ਲੈ ਕੇ 2-3 ਤਰ੍ਹਾਂ ਦੀਆਂ ਬਸ ਸਬਜ਼ੀਆਂ ਸੀ ਉਹਨਾਂ ਦੇ ਕੋਲ, ਹਨਾ, ਜਿਹੜੀ ਕਿ ਸੀਜ਼ਨ ਵਾਲੀਆਂ ਹੁੰਦੀਆਂ। ਠੀਕ ਆ, ਉਹਨਾਂ ਦੇ ਪਿਆਰ ਨਾਲ ਹੀ ਪੱਕੇ ਗਾਹਕ ਬਣੇ ਹੋਏ ਆ। ਪੱਕਾ ਹੀ ਪਤਾ ਉਹਨਾਂ ਨੇ ਇੱਥੇ ਹੀ ਰੁਕਣਾ ਵਾ, ਅਗਲਿਆਂ ਨੇ ਭਾਵੇਂ ਨਹੀਂ ਵੀ ਲੈਣੀ ਹੋਵੇ ਫਿਰ ਵੀ ਉਹਨਾਂ ਨੇ ਸਬਜ਼ੀ ਜਿਹੜੀ ਉਹਨਾਂ ਤੋਂ ਸੁਭਾਅ ਕਰਕੇ ਲੈ ਲੈਣੀ, ਹਨਾ। ਹੁਣ ਕਈ ਕਹਿੰਦੇ ਕਿ ਬਿਜ਼ਨਸ ਦੇ ਵਿੱਚ ਤੁਸੀਂ ਕਿੱਦਾਂ ਸਕਸੈਸਫੁਲ ਹੋਗੇ ਤੇ ਤੁਸੀਂ ਉਹ ਛੋਟੀ ਰੇਹੜੀ ਵਾਲੀ ਐਗਜ਼ਾਮਪਲ ਤੋਂ ਹੀ ਲੈ ਲਓ ਕਿ ਸੁਭਾਅ ਨਾਲ ਹੀ ਬੰਦੇ ਦਾ ਦਿਲ ਕਰਦਾ ਕਿ ਉਹ ਕਹੇਗਾ ਨਹੀਂ ਇੱਕ ਹੋਰ ਕੱਦੂ ਲੈ ਲਓ ਤੇ ਉਹ ਮਤਲਬ ਕਿ ਇਟ ਇਜ਼ ਲਾਈਕ ਟੋਟਲੀ ਓਕੇ ਕਿ ਮੈਂ 30 ਰੁਪਏ ਦੀ ਸਬਜ਼ੀ ਲੈਣੀ ਸੀ ਤੇ ਮੈਂ ਫਿਰ ਉਹਨੇ ਓਦਾਂ ਵੀ ਨਹੀਂ ਪੈਸੇ ਲੈਣੇ ਕਿ ਮੈਨੂੰ ਵੱਧ ਦੇ ਦਿਓ, ਉਹਨੇ ਸਬਜ਼ੀ ਦੇ ਹੀ ਪੈਸੇ ਲੈਣੇ ਆ। ਠੀਕ ਹੈ, ਸੋ ਬਹੁਤ ਹੀ ਤੇ ਗਰਮੀ ਇੰਨੀ ਜ਼ਿਆਦਾ ਸੀ ਉਦੋਂ ਬਹੁਤ ਜ਼ਿਆਦਾ। ਮੈਂ ਦੇਖੀ ਤੁਹਾਡੀ ਪਿਕਚਰ ਦੇਖੀ ਆ ਤੁਹਾਡੀ ਮੈਂ। ਹਾਂਜੀ, ਤੋ ਗਰਮੀ ਦੇ ਵਿੱਚ ਵੀ ਦੇਖੋ ਕਿ ਉਹ ਮਿਹਨਤ ਕਰ ਰਹੇ ਨੇ। ਸੋ ਮੈਨੂੰ ਬਹੁਤ ਹੀ ਖੁਸ਼ੀ ਹੁੰਦੀ ਕਿ ਅਸੀਂ ਇੰਨੇ ਕਾਬਿਲ ਹੋ ਰਹੇ ਹਾਂ ਹੌਲੀ ਹੌਲੀ ਕਿ ਇਸ ਤਰ੍ਹਾਂ ਦੇ ਜਿਹੜੇ ਮਿਹਨਤੀ ਲੋਕ ਸਾਡੇ ਆਲੇ ਦੁਆਲੇ ਘੁੰਮ ਰਹੇ ਨੇ ਉਹ ਉਦਾਸ ਨਹੀਂ ਹੋ ਰਹੇ, ਸਾਡੇ ਕੋਲ ਆਉਂਦੇ ਨੇ ਤੇ ਅਸੀਂ 1 ਮਿੰਟ 'ਚ 100 ਰੁਪਇਆ ਕੱਢ ਕੇ ਦੇ ਸਕਦੇ ਹਾਂ। ਅਸੀਂ ਕਮਾ ਰਹੇ ਹਾਂ ਸਕਦੇ ਨਾ, ਸਿਰਫ ਮੈਂ ਹੀ ਨਹੀਂ ਦੇ ਸਕਦੀ, ਮੇਰੀ ਕੰਪਨੀ 'ਚ ਜੇ ਸਮਝੋ ਕਿ 120 ਬੰਦੇ ਆ ਰਹੇ ਆ ਤੇ ਹਰ ਕੋਈ ਲੋਕਲ ਵੈਂਡਰ ਤੋਂ ਕੁਛ ਨਾ ਕੁਛ ਜਿਹੜਾ ਉਹ ਖਰੀਦ ਸਕਦਾ। ਹੋ ਸਕਦਾ ਇੱਥੇ ਪਹਿਲਾਂ ਲੱਡੂ ਵਾਲਾ ਹੋਵੇ ਤੇ ਉਹ 10 ਸਾਲਾਂ ਤੋਂ ਜਿਹੜੇ ਆ 200 ਲੱਡੂ ਬਣਾ ਰਿਹਾ ਹੋਵੇ ਤੇ ਹੁਣ ਉਹਦੇ 200 ਦੇ ਵਿੱਚੋਂ 100 ਜਿਹੜੇ ਮੇਰੀ ਕੰਪਨੀ 'ਚ ਲੱਗ ਜਾਂਦੇ ਹੋਣ ਤੇ ਦੇਖੋ ਕਿੰਨਾ ਫਰਕ ਪੈ ਜਾਂਦਾ। ਫਰਕ ਪੈਂਦਾ ਹੈ ਜੀ, ਫਰਕ ਪੈਂਦਾ, ਬਹੁਤ ਜ਼ਿਆਦਾ ਪੈਂਦਾ। ਅੱਛਾ, ਇਹ ਤੁਸੀਂ ਹੁਣ ਕੰਪਨੀ ਬਾਰੇ ਮੈਨੂੰ ਦੱਸੋ ਤੇ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਵਿੱਚੋਂ ਵੀ ਬਹੁਤ ਸਾਰੇ ਜਾਣਦੇ ਹੋਣਗੇ, ਬਹੁਤ ਸਾਰੇ ਨਹੀਂ ਵੀ ਜਾਣਦੇ ਹੋਣਗੇ ਕਿ ਤੁਹਾਡੀ ਕੰਪਨੀ ਜਿਹੜੀ ਆ ਉਹਦਾ ਕੀ ਮਿਸ਼ਨ ਹੈ ਔਰ ਉਹਦਾ ਫੰਕਸ਼ਨ ਕੀ ਹੈਗਾ ਤੇ ਉਹਨੂੰ ਇੱਥੋਂ ਤੱਕ ਪਹੁੰਚਾਉਣ ਲਈ ਤੁਹਾਨੂੰ ਕੀ ਹਾਰਡਸ਼ਿਪ ਆਈਆਂ। ਇੱਕ ਜਗ੍ਹਾ ਮੈਂ ਤੁਹਾਡੀ ਪੋਸਟਿੰਗ ਪੜ੍ਹੀ ਸੀ ਕਿ ਤੁਹਾਨੂੰ ਕੋਈ ਬੈਂਕ ਦਾ ਇਸ਼ੂ ਵੀ ਆਇਆ ਇਨ ਬਿਟਵੀਨ, ਉਹਦੇ ਬਾਰੇ ਸਾਰੇ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰੋ। ਕੰਪਨੀ ਮੈਂ ਪਹਿਲੀ ਗੱਲ ਤੇ ਹੈ ਕਿ ਬਹੁਤ ਹੀ ਜ਼ਿਆਦਾ ਇੱਕ ਨੀਟ ਐਂਡ ਕਲੀਨ ਵੈਂਚਰ ਮੈਂ ਬਣਾਇਆ। ਸੋ ਨਾਰਮਲੀ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਜਿਹੜੇ ਹਰ ਤਰ੍ਹਾਂ ਨਾਲ ਬਿਜ਼ਨਸ ਹੋ ਜਾਂਦਾ ਹੈ, ਕੈਸ਼ 'ਚ ਹੋ ਜਾਂਦਾ ਹੈ, ਆਪਾਂ ਜਿੱਦਾਂ ਮਰਜ਼ੀ ਆਈ ਚਲਾਈ ਵਾਲਾ ਸਿਸਟਮ ਹੋ ਜਾਂਦਾ।
ਬਟ ਮੈਂ ਸ਼ੁਰੂ ਤੋਂ ਹੀ ਆਪਣਾ ਬਿਜ਼ਨਸ ਜਿਹੜਾ ਹੈ ਬਹੁਤ ਹੀ ਨੀਟ ਐਂਡ ਕਲੀਨ ਤਰੀਕੇ ਨਾਲ ਇਹਨੂੰ ਚਲਾਇਆ। ਇਸ ਕਰਕੇ ਮੇਰੇ ਚ ਕੌਨਫੀਡੈਂਸ ਜਿਹੜਾ ਉਹ ਹਮੇਸ਼ਾ ਬੜਾ ਰਿਹਾ ਹੈ, ਮੇਰੇ ਕਸਟਮਰਸ ਨੂੰ ਵੀ ਬੜਾ ਕੌਨਫੀਡੈਂਸ ਰਿਹਾ ਹੈ ਮੇਰੇ ਵਿੱਚ, ਮੇਰੇ EMPLOYEES ਨੂੰ ਵੀ ਬੜਾ ਰਿਹਾ ਹੈ। ਤੇ ਮੇਰੇ ਕੋਲ ਕੋਈ ਕੋਲੈਟਰਲ ਨਹੀਂ ਸੀ, ਮੇਰੇ ਪਾਪਾ ਦੀ ਕੋਈ ਜਾਇਦਾਦ ਨਹੀਂ ਹੈਗੀ ਸਪੈਸ਼ਲ, ਮੈਂ ਕਿਸੇ ਤੋਂ ਵੀ ਕੋਈ ਕੋਲੈਟਰਲ ਦੀ ਕਦੀ ਹੈਲਪ ਨਹੀਂ ਲਈ। ਮੈਂ ਇਸ ਬਿਜ਼ਨਸ ਨੂੰ ਇਹ 2 ਤੋਂ 3 EMPLOYEE, 3 ਤੋਂ 6, 6 ਤੋਂ 12 EMPLOYEE, 12 ਤੋਂ 30 ਏਦਾਂ ਕਰਕੇ ਹੌਲੀ ਹੌਲੀ ਜਿਹੜਾ ਉਹ ਇਸ ਬਿਜ਼ਨਸ ਨੂੰ ਬਣਾਇਆ। ਹਾਂਜੀ ਮੈਨੂੰ ਬਹੁਤ ਸਾਰੀਆਂ ਦਿੱਕਤਾਂ ਆਈਆਂ ਕਿਉਂਕਿ ਪਿੰਡ ਵਿੱਚ ਜਦੋਂ ਤੁਸੀਂ ਕੋਈ ਕੰਪਨੀ ਸ਼ੁਰੂ ਕਰਦੇ ਹੋ ਕੋਈ ਵੀ ਤੁਹਾਡੇ ਤੇ ਬਿਲੀਵ ਨਹੀਂ ਕਰਦਾ। ਹਰ ਕੋਈ ਹਾਂਜੀ ਸਮਝਦਾ ਕਿ ਇਹਦੀ ਸ਼ਾਇਦ ਕੋਈ ਮਜਬੂਰੀ ਆ, ਕੋਈ ਸ਼ਾਇਦ ਇਹਦੀ ਮਜਬੂਰੀ ਹੈ ਕਿ ਪਿੰਡ ਵਿੱਚ ਆ ਕੇ ਬੈਠ ਗਈ ਆ ਜਾਂ ਇਹਨੂੰ ਕੁਝ ਹੋਰ ਪਤਾ ਨਹੀਂ ਲੱਗ ਰਿਹਾ, ਰਾਈਟ। ਪਰ ਵਕਤ ਨੇ ਜਿਹੜਾ ਪ੍ਰੂਫ ਕੀਤਾ ਕਿ ਮੈਂ ਵਾਕਈ ਬਦਲਾਵ ਲਿਆਉਣਾ ਚਾਹੁੰਦੀ ਸੀ ਤੇ ਬਦਲਾਵ ਜਿਹੜਾ ਉਹ ਆਇਆ ਵੀ। ਬਦਲਾਵ ਇੱਥੋਂ ਤੱਕ ਆਇਆ ਕਿ ਸ਼ਹਿਰਾਂ ਤੋਂ ਬੱਚੇ ਇੱਥੇ ਆ ਕੇ ਕੰਮ ਕਰ ਰਹੇ ਨੇ। ਬਦਲਾਵ ਇੱਥੋਂ ਤੱਕ ਆਇਆ ਕਿ ਦਿੱਲੀ, ਲਖਨਊ ਦੇ ਬੱਚੇ ਇੱਥੇ ਆ ਕੇ ਜਿਹੜੇ ਆ ਹੁਣ ਜੌਬ ਕਰ ਰਹੇ ਨੇ। ਵੈਰੀ ਸੋ ਗੁੱਡ। ਕੋਵਿਡ ਦੇ ਵਿੱਚ ਵੀ ਸਾਨੂੰ ਬਹੁਤ ਦਿੱਕਤਾਂ ਆਈਆਂ, ਸਾਡਾ ਬਿਜ਼ਨਸ ਜਿਹੜਾ ਆਲਮੋਸਟ 60-70% ਹਿੱਲ ਗਿਆ। ਹਾਲਾਂਕਿ IT ਕੋਵਿਡ ਚ ਗਰੋ ਕੀਤਾ, ਪਰ ਸਾਡੇ ਕਸਟਮਰਸ ਜਿਹੜੇ ਆ ਉਸ ਸੈਕਟਰ ਦੇ ਸੀ ਕਿ ਜਿਹੜੇ ਡਾਊਨ ਗਏ ਕੋਵਿਡ ਦੇ ਵਿੱਚ। ਸੋ ਸਾਡਾ ਬਿਜ਼ਨਸ ਵੀ ਉਹਨਾਂ ਦੇ ਨਾਲ ਜਿਹੜਾ ਉਹ ਡਾਊਨ ਗਿਆ। ਮੈਂ ਕਦੀ 8 ਸਾਲ ਦੇ ਵਿੱਚ ਲੋਨ ਨਹੀਂ ਸੀ ਲਿਆ ਕਿਉਂਕਿ ਲੋਨ ਮੈਨੂੰ ਵੈਸੇ ਮਿਲਦਾ ਵੀ ਨਹੀਂ ਸੀ, ਕਿਉਂਕਿ ਮੇਰੇ ਕੋਲ ਕੋਈ ਕੋਲੈਟਰਲ ਨਹੀਂ। ਜਿਵੇਂ ਮੇਰੀਆਂ ਥੋੜੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਬੈਟਰ ਹੋਈਆਂ ਤੇ ਲੋਨ ਜਿਹੜਾ ਮੈਂ ਉਹਦੇ ਲਈ ਐਲੀਜੀਬਲ ਹੋ ਗਈ। ਬਟ ਕੋਵਿਡ ਦੇ ਵਿੱਚ ਮੈਂ ਆਲਮੋਸਟ 1.5 ਕਰੋੜ ਦਾ ਲੋਨ ਲਿਆ, ਜਿਹੜੇ ਨਾਲ ਮੈਂ ਸਿਰਫ ਆਪਣੀ ਕੰਪਨੀ ਦੀਆਂ ਸੈਲਰੀਜ਼ ਦਿੱਤੀਆਂ ਕੋਵਿਡ ਚ, ਅੱਛਾ ਜਿਹਦੇ ਜੀ। ਨਾਲ ਮੈਂ ਸਿਰਫ ਆਪਣਾ ਸਸਟੇਨ ਕੀਤਾ, ਬਿਜ਼ਨਸ ਨੂੰ ਰਿਟੇਨ ਕੀਤਾ। ਮੇਰੇ ਇਸ ਫੈਸਲੇ ਨਾਲ ਬਹੁਤ ਲੋਕ ਮੇਰੇ ਤੋਂ ਨਾਰਾਜ਼ ਹੋ ਗਏ, ਬੜਿਆਂ ਨੂੰ ਲੱਗਾ ਕਿ ਮੈਂ ਗਲਤ ਕੀਤਾ ਕਿਉਂਕਿ ਮੈਂ ਕੰਪਨੀ ਤੇ ਇੱਕ ਬਹੁਤ ਜ਼ਿਆਦਾ ਲੋਡ ਪਾਤਾ ਇੱਕਦਮ ਹੀ। ਹਾਂਜੀ ਪਰ ਮੈਨੂੰ ਖੁਸ਼ੀ ਆ ਕਿ ਜਿਹੜੇ EMPLOYEES ਜਿਹੜੇ ਆ ਅੱਜ ਵੀ ਮੇਰੇ ਨਾਲ ਜੁੜੇ ਨੇ ਤੇ ਅਸੀਂ ਅੱਗੋਂ ਹੋਰ ਮਿਹਨਤ ਕਰ ਰਹੇ ਹਾਂ। ਉਦੋਂ ਜਦੋਂ ਕੋਵਿਡ ਦਾ ਸਮਾਂ ਸੀ ਤੇ ਅਸੀਂ 50-60 ਜਾਣੇ ਸੀ, ਅੱਜ ਅਸੀਂ 120 ਹੋ ਗਏ ਆ। ਸੋ ਕੰਪਨੀ ਜਿਹੜੀ ਆ ਉਹ ਨਾਲ ਜਿਹੜੀ ਆ ਗਰੋ ਕਰਦੀ ਹੈ। ਜਿਹੜੇ ਤੁਹਾਡੇ ਬਹੁਤ ਜ਼ਿਆਦਾ ਨਾਲ ਹੁੰਦੇ ਉਹ ਵੀ ਤੁਹਾਡਾ ਸਾਥ ਜਿਹੜਾ ਛੱਡ ਦਿੰਦੇ ਜਦੋਂ ਟਫ ਟਾਈਮ ਕੁਦਰਤੀ ਗੱਲ ਆਉਂਦਾ। ਹੈ, ਕੁਦਰਤੀ ਗੱਲ ਹੈ ਹਾਂ, ਜੀ। ਸੋ ਮੈਨੂੰ ਇਹ ਲੱਗਦਾ ਕਿ ਸਾਰੀ ਸਕਸੈਸ ਦਾ ਜਿਹੜਾ ਉਹ ਜੇ ਇੱਕ ਸ਼ਬਦ ਚ ਕਹਿਣਾ ਹੋਵੇ ਤੇ ਮੈਂ ਸਟੈਂਡ ਲਿਆ ਹੈ ਹਮੇਸ਼ਾ। ਮੈਂ ਲਾਈਫ ਚ ਹਮੇਸ਼ਾ ਸਟੈਂਡ ਲਿਆ, ਜੋ ਮੈਂ ਸੋਚਿਆ ਉਹਨੂੰ ਮੈਂ ਮੰਨਦੀ ਹਾਂ ਕਿ ਇਹ ਹੋ ਸਕਦਾ ਹੈ ਤੇ ਮੈਂ ਸਿਰਫ ਉਹੀ ਕਰਦੀ ਹਾਂ ਜੋ ਮੇਰੇ ਦਿਲ ਦੀ ਆਵਾਜ਼ ਆਉਂਦੀ। ਮੈਨੂੰ ਬਹੁਤ ਜ਼ਿਆਦਾ ਇਹ ਬਿਲੀਵ ਆ ਕਿ ਐਕਚੁਅਲ ਚ ਹਰ ਆਨਸਰ ਜਿਹੜਾ ਵਾ ਉਹ ਤੁਹਾਡੇ ਜਿਹੜਾ ਅੰਦਰ ਹੀ ਲੁਕਿਆ ਹੈ। ਥੋੜਾ ਜਿਹਾ ਮੈਂ ਜੇ ਆਪਣੀ ਕੰਪਨੀ ਬਾਰੇ ਦੱਸਾਂ ਤੇ ਸਾਡੀ IT ਸਰਵਿਸਿਜ਼ ਤੇ ਡਿਜੀਟਲ ਮਾਰਕੀਟਿੰਗ ਦੀ ਕੰਪਨੀ ਆ। ਅਸੀਂ ਹਾਂਜੀ ਸੌਫਟਵੇਅਰ ਬਣਾਉਂਦੇ ਆ, ਵੈਬਸਾਈਟਸ ਬਣਾਉਂਦੇ ਆ ਤੇ ਸੋਸ਼ਲ ਮੀਡੀਆ ਚੈਨਲਸ ਜਿਹੜੇ ਆ ਉਹ ਮੈਨੇਜ ਕਰਦੇ ਆ। ਅੱਛਾ ਜੀ। ਕਿ ਇੱਕ ਸਾਰੇ ਸੋਸ਼ਲ ਮੀਡੀਆ ਦੇ ਚੈਨਲ ਤੁਸੀਂ ਮੈਨੇਜ ਕਰਦੇ ਆ ਜਾਂ ਕੁਝ ਹਾਂਜੀ, ਸਿਲੈਕਟਿਵ ਹੈਗੇ ਆ? ਨਹੀਂ ਸਾਰੇ ਜਦੋਂ ਕਿਸੇ ਕੋਈ ਵੀ ਬ੍ਰਾਂਡ ਆ, ਜਿਵੇਂ ਸਪੋਜ਼ ਕਿਸੇ ਦਾ ਆਟੋਮੋਬਾਈਲ ਦਾ ਸ਼ੋਰੂਮ ਆ ਤੇ ਅਸੀਂ ਉਹਦਾ ਇੰਸਟਾਗ੍ਰਾਮ ਮੈਨੇਜ ਕਰਦੇ ਆ, YouTube, Facebook, LinkedIn, ਜੋ ਵੀ ਉਹਨਾਂ ਨੇ ਮੈਨੇਜ ਕਰਾਉਣਾ ਉਹਨੂੰ ਮੈਨੇਜ ਕਰਦੇ, ਕੰਟੈਂਟ ਲਿਖਦੇ ਆ, ਗ੍ਰਾਫਿਕ ਡਿਜ਼ਾਈਨਿੰਗ ਕਰਦੇ, ਵੀਡੀਓ ਐਡੀਟਿੰਗ ਕਰਦੇ ਆ। ਇੰਡੀਵਿਜੂਅਲ ਹਾਂਜੀ, ਕਰਦੇ ਆ ਜਾਂ ਕਿ ਬਿਜ਼ਨਸ ਕਿਸੇ ਦੇ ਕਰਦੇ ਆ? ਦੋਨਾਂ ਦੇ। ਦੋਨਾਂ ਦੇ। ਅੱਛਾ, ਇੰਡੀਵਿਜੂਅਲ ਵੀ ਕਰਦੇ ਹੈਗੇ ਆ ਤੇ ਅੱਛਾ, ਇਹ ਤਾਂ ਤੁਸੀਂ ਗੱਲ ਕੀਤੀ ਆ ਕਿ ਫਾਈਨੈਂਸ਼ੀਅਲ ਤੁਹਾਨੂੰ ਕਿਹੜੀ ਕਿਹੜੀ ਹਾਰਡਸ਼ਿਪ ਆਈ। ਉਸੇ ਤਰ੍ਹਾਂ ਵੀ ਕੋਈ ਅਦਰ ਦੈਨ ਫਾਈਨੈਂਸ਼ੀਅਲੀ ਤੋਂ ਇਲਾਵਾ ਵੀ ਤੁਹਾਨੂੰ ਕੋਈ ਨਾ ਕੋਈ ਉੱਥੇ ਹਾਰਡਸ਼ਿਪ ਇੱਥੋਂ ਤੱਕ ਪਹੁੰਚਣ ਲਈ ਆਈਆਂ ਹੋਣਗੀਆਂ, ਉਹਨਾਂ ਦਾ ਕੋਈ ਜ਼ਿਕਰ ਕਰਨਾ ਚਾਹੋਗੇ? ਨਹੀਂ, ਹਾਰਡਸ਼ਿਪ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਓਨੈਸਟ ਹੁੰਦੇ ਹੋ ਤੇ ਫਿਰ ਨਹੀਂ ਆਉਂਦੀਆਂ ਤੁਹਾਨੂੰ ਹਾਰਡਸ਼ਿਪ। ਲੋਕ ਕਹਿੰਦੇ ਨੇ ਕਿ ਤੁਹਾਨੂੰ ਪ੍ਰਸ਼ਾਸਨ ਤੰਗ ਕਰਦਾ ਹੈ, ਤੁਹਾਨੂੰ ਗਵਰਨਮੈਂਟ ਤੰਗ ਕਰਦੀ ਹੈ, ਤੁਹਾਨੂੰ ਲੋਕ ਤੰਗ ਕਰਦੇ, ਤੁਹਾਨੂੰ ਟੈਕਸ ਵਾਲੇ ਤੰਗ ਕਰਦੇ ਆ। ਪਰ ਮੈਂ ਮੰਨਦੀ ਹਾਂ, ਮੈਂ ਹਰ ਇੱਕ ਦੀ ਤਾਰੀਫ ਹੀ ਕਰਦੀ ਹਾਂ ਕਿ ਜੇ ਤੁਸੀਂ ਓਨੈਸਟ ਹੋ, ਇੰਡੀਆ ਦੇ ਵਿੱਚ ਵੀ, ਪੰਜਾਬ ਦੇ ਵਿੱਚ ਵੀ, ਜੇ ਤੁਸੀਂ ਇੱਕ ਇਮਾਨਦਾਰੀ ਨਾਲ ਬਿਜ਼ਨਸ ਕਰ ਰਹੇ ਹੋ, ਆਪਣੇ ਤੁਹਾਡੇ ਅਕਾਊਂਟਸ ਕਲੀਅਰ ਨੇ, ਪ੍ਰੋਪਰ ਟੈਕਸ ਪੇ ਕਰ ਰਹੇ ਹੋ, ਤੁਹਾਨੂੰ ਕੋਈ ਤੰਗ ਨਹੀਂ ਕਰਦਾ, ਤੁਹਾਨੂੰ ਸਾਰੇ ਐਪਰੀਸ਼ੀਏਟ ਹੀ ਕਰਦੇ ਨੇ ਕਿਉਂਕਿ ਤੁਸੀਂ ਆਪਣੇ ਇਲਾਕੇ 'ਚ ਸਭ ਤੋਂ ਵੱਧ ਟੈਕਸ ਪੇਅਰ ਬਣੇ ਹੁੰਦੇ ਹੋ ਉਦੋਂ, ਰਾਈਟ। ਸੋ ਹਾਂਜੀ ਹਾਂਜੀ ਐਵਰੀਬਡੀ ਐਪਰੀਸ਼ੀਏਟਸ ਯੂ। ਸੋ ਮੈਨੂੰ ਇਹਨੂੰ ਜਾਣ ਕੇ ਕਹਿਣ ਵਾਲੀ ਕੋਈ ਗੱਲ ਹੀ ਨਹੀਂ ਹੈਗੀ। ਮੈਨੂੰ ਨਹੀਂ ਲੱਗਦਾ ਕਿ ਮੈਨੂੰ ਕਿਸੇ ਨੇ ਤੰਗ ਕੀਤਾ, ਮੈਨੂੰ ਸਾਰੇ ਐਪਰੀਸ਼ੀਏਟ ਹੀ ਕਰਦੇ ਨੇ। ਬਟ ਯੈਸ, ਜਿਹੜੀ ਜਰਨੀ ਆ ਉਹ ਕੱਲਿਆਂ ਦੀ ਆ, ਸਰਕਾਰ ਦੀ ਕੋਈ ਪਾਲਿਸੀ ਨਹੀਂ ਹੈਗੀ। ਕੋਈ ਪਿੰਡਾਂ ਦੇ ਵਿੱਚ ਇੰਟਰਨੈਟ ਮਹਿੰਗਾ ਹੈ, ਮੈਂ ਸਾਲ ਦਾ 5-6 ਲੱਖ ਰੁਪਇਆ ਵੱਧ ਪੇ ਕਰਦੀ ਆ ਇੰਟਰਨੈਟ ਵਾਸਤੇ ਪਿੰਡ ਵਿੱਚ, ਰਾਈਟ। ਮੈਨੂੰ ਜਿਹੜੀ ਬੈਂਕ ਆ ਉਹ ਕੰਸੀਡਰ ਨਹੀਂ ਕਰਦੀ ਲੋਨ ਵਾਸਤੇ, ਕਿਉਂਕਿ ਪਿੰਡਾਂ ਦੀ ਜਿਹੜੀ ਜ਼ਮੀਨ ਆ ਉਹਦਾ ਉਨਾ ਮੁੱਲ ਨਹੀਂ ਮੰਨਿਆ ਜਾਂਦਾ ਜਿੰਨਾ ਕਿ ਸ਼ਹਿਰ ਦੀ ਜ਼ਮੀਨ ਦਾ ਮੰਨਿਆ ਜਾਂਦਾ। ਹਾਂਜੀ ਹਾਂਜੀ ਸੋ ਟਰਾਂਸਪੋਰਟੇਸ਼ਨ ਦੀ ਵੀ ਇੱਕ ਡਿਫਰੈਂਟ ਹੈ ਨਾ ਪ੍ਰੋਬਲਮ ਆ। ਸੋ ਦਿੱਕਤਾਂ ਬਹੁਤ ਨੇ, ਪਰ ਉਹ ਤਾਈਓ ਤੇ ਅਸੀਂ ਯੂਨੀਕ ਬਣ ਗਏ ਜਦੋਂ ਅਸੀਂ ਇੱਕ ਦਿੱਕਤਾਂ ਵਾਲੀ ਜਗ੍ਹਾ ਤੇ ਇੱਕ ਨਵਾਂ ਬਿਜ਼ਨਸ ਮਾਡਲ ਖੜਾ ਕਰਤਾ ਕਿ ਜਿਹੜਾ ਹਰ ਪਿੰਡ ਵਿੱਚ ਰੈਪਲੀਕੇਟ ਹੋ ਸਕਦਾ ਹੈ।
ਸੋ ਮੈਨੂੰ ਲੱਗਦਾ ਕਿ ਜਦੋਂ ਅਸੀਂ ਨਵੇਂ ਰਾਹ ਚੁਣਦੇ ਆ ਤੇ ਤਾਂ ਹੀ ਨਵੇਂ ਰਾਹ ਬਣਦੇ। ਬਿਲਕੁਲ ਬਿਲਕੁਲ ਬਿਲਕੁਲ। ਅੱਛਾ ਮਨਦੀਪ ਜੀ, ਮੇਰੀ ਜਿਹੜੀ ਬੈਕਗ੍ਰਾਉਂਡ ਆ ਉਹ ਵੀ ਪੇਂਡੂ ਹੈਗੀ ਆ। ਮੈਂ ਵੀ ਪਿੰਡ ਦੇ ਰਹਿਣ ਵਾਲਾ, ਮੇਰਾ ਬਚਪਨ ਵੀ ਉੱਥੇ ਬੀਤਿਆ। ਮੈਂ ਪਿੰਡ ਦੀ ਰਾਜਨੀਤੀ ਤੋਂ ਅਮੂਮਨ ਮੈਂ ਵਾਕਿਫ ਹਾਂ ਕਿ ਪਿੰਡ ਦੇ ਲੋਕ ਕਿਹੋ ਜਿਹੇ ਹੁੰਦੇ ਆ। ਤੇ ਉਹ ਦੋ ਚਾਰ ਬੰਦੇ ਲੱਤਾਂ ਖਿੱਚਣ ਵਾਲੇ ਇੱਧਰ ਉੱਧਰ ਮਿਲ ਹੀ ਜਾਂਦੇ ਆ ਤੁਹਾਨੂੰ, ਭਾਵੇਂ ਤੁਸੀਂ ਕਿੰਨਾ ਵੀ ਚੰਗਾ ਕੰਮ ਕਰੋ। ਤੁਹਾਨੂੰ ਕੋਈ ਇਹੋ ਜਿਹੀ ਸਮੱਸਿਆ ਤਾਂ ਨਹੀਂ ਆਈ ਪਿੰਡ ਦੇ ਲੋਕਾਂ ਵੱਲੋਂ? ਸ਼ੁਰੂ ਚ ਮੇਬੀ ਪਿੰਡ ਨੂੰ ਥੋੜਾ ਬਹੁਤ ਲੱਗਦਾ ਹੋਵੇ, ਪਰ ਹੁਣ ਜਦੋਂ ਪਿੰਡ ਦੇ ਬੱਚਿਆਂ ਨੂੰ ਜੌਬ ਮਿਲਣ ਲੱਗ ਗਈ ਆ, ਘਰ ਘਰ ਦੇ ਵਿੱਚ 30-30 50-50 ਹਜ਼ਾਰ ਜਾਣ ਲੱਗ ਪਿਆ, ਤੇ ਹੁਣ ਸਾਰਿਆਂ ਨੂੰ ਸਹੀ ਲੱਗਣ ਲੱਗ ਪਿਆ। ਹੁਣ ਸਭ ਨੂੰ ਸਹੀ ਲੱਗਦਾ ਕਿ ਕੀ ਹੈ। ਹਾਂ, ਹੁਣ ਤੇ ਜਿਨ੍ਹਾਂ ਨੇ 8 ਸਾਲ ਪਹਿਲਾਂ ਨਹੀਂ ਇਸ ਕੰਪਨੀ ਨੂੰ ਜੁਆਇਨ ਕੀਤਾ, ਇਹ ਚ ਨਹੀਂ ਸ਼ੁਰੂ ਕੀਤਾ ਆਪਣਾ ਕਰੀਅਰ, ਉਹ ਸ਼ਾਇਦ ਆਂਦੇ ਆ ਕਿ ਸਾਨੂੰ ਵੀ ਕਰ ਲੈਣਾ ਚਾਹੀਦਾ ਸੀ, ਕਿ ਵਾਕਈ ਕਿਤੇ ਅਸੀਂ ਪਹੁੰਚੇ ਹਾਂ। ਪਰ ਜਿਹੜੇ ਬੱਚਿਆਂ ਨੇ ਅੱਜ ਤੋਂ 8 ਸਾਲ ਪਹਿਲਾਂ ਜੁਆਇਨ ਕੀਤਾ, 5-6 ਹਜ਼ਾਰ ਤੇ ਸ਼ੁਰੂ ਕੀਤਾ, ਉਹ ਦੇਖੋ ਅੱਜ 60-70 ਹਜ਼ਾਰ ਲੈ ਰਹੇ ਨੇ ਕੰਪਨੀ ਚ। ਹਾਂਜੀ ਹਾਂਜੀ। ਤੇ ਹੁਣ ਜਿਸ ਤਰ੍ਹਾਂ ਤੁਹਾਡੀ ਇਹ ਕੰਪਨੀ ਚੱਲ ਰਹੀ ਆ, ਜਿਸ ਮਕਾਮ ਤੇ ਤੁਸੀਂ ਲਿਆ ਕੇ ਖੜੀ ਕਰ ਦਿੱਤੀ ਆ, ਇਹਦੇ ਨਾਲ ਚਲੋ ਤੁਹਾਡਾ ਆਪਣਾ ਬਿਜ਼ਨਸ ਤੁਸੀਂ ਖੜਾ ਕਰ ਲਿਆ, ਇੱਕ ਬੜਾ ਅੰਪਾਇਰ ਖੜਾ ਕਰ ਲਿਆ ਉੱਥੇ। ਇਹਦੇ ਨਾਲ ਮੈਂ ਸਮਝਦਾ ਕਿ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਸੀ ਪਿੰਡਾਂ ਚੋਂ ਸ਼ਹਿਰ ਨੂੰ, ਲੋਕ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਸੀ ਉਹ ਸ਼ਹਿਰ ਨੂੰ ਨੱਠਦਾ ਸੀ ਰੁਜ਼ਗਾਰ ਲੱਭਣ ਦੇ ਲਈ, ਜਾਂ ਉੱਥੇ ਛੋਟੇ ਮੋਟੇ ਜਿਹੜੇ ਬਿਜ਼ਨਸ ਐਸਟੈਬਲਿਸ਼ ਕਰਨ ਦੇ ਲਈ ਉੱਥੇ ਜਾ ਰਿਹਾ ਸੀ। ਉਸ ਰੁਝਾਨ ਨੂੰ ਵੀ ਮੈਂ ਸਮਝਦਾ ਕਿ ਤੁਹਾਡੇ ਇਸ ਬਿਜ਼ਨਸ ਨੂੰ ਦੇਖ ਕੇ ਕੁਝ ਨਾ ਕੁਝ ਜਿਹੜੀ ਠੱਲ ਉਹ ਜ਼ਰੂਰ ਪਈ ਹੋਏਗੀ। ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਹਾਂਜੀ, ਬਹੁਤ ਸਾਰੇ ਬੱਚੇ ਨੇ ਇੱਥੇ ਕਿ ਜਿਹੜੇ ਪਹਿਲਾਂ ਸੋਚਦੇ ਸੀ ਕਿ ਉਹਨਾਂ ਨੇ ਬਾਹਰ ਚਲ ਜਾਣਾ। ਸਪੋਜ਼ ਕਿ ਕਿਸੇ ਨੇ 12ਵੀਂ ਕੀਤੀ ਤੇ ਅੱਗੋਂ ਪੜ੍ਹਿਆ ਨਹੀਂ, ਕਿਸੇ ਦੀ ਮੋਬਾਈਲ ਦੀ ਸ਼ਾਪ ਆ, ਉਹ ਸੋਚਦਾ ਕਿ ਮੈਨੂੰ ਬੈਟਰ ਨੌਕਰੀ ਮਿਲ ਜੇ। ਪਰ ਸਾਡੀ ਕੰਪਨੀ 'ਚ ਅਸੀਂ ਸ਼ੁਰੂ ਤੋਂ ਸਿਖਾ ਰਹੇ ਹਾਂ। ਅਸੀਂ ਬੱਚਿਆਂ ਨੂੰ ਇਹ ਨਹੀਂ ਦੇਖਿਆ ਕਿ ਉਹਨਾਂ ਨੇ ਕੀ ਪੜ੍ਹਾਈ ਕੀਤੀ ਹੈ, ਖਾਸ ਕਰਕੇ ਜਿਹੜੇ ਮੇਰੇ ਲੋਕਲ ਸੀ ਪਿੰਡ ਦੇ ਬੱਚੇ। ਉਹਦਾ ਤੇ ਅਸੀਂ ਬੜਾ ਟੀਮ, ਬੜਾ ਅੱਛਾ ਸਟਾਫ ਹੀ ਸਿਲੈਕਟ ਕਰਦੇ ਹਾਂ, ਕਿਉਂਕਿ IT ਦਾ ਬਿਜ਼ਨਸ ਤਾਂ ਤੁਹਾਨੂੰ ਪਤਾ ਕਿ ਹਰ ਕੋਈ, ਪਰ ਟ੍ਰੇਨ ਕਰਨ ਲਈ ਆਪਣੇ ਪਿੰਡ ਨੂੰ ਤਰਜੀਹ ਦਿੰਦੇ ਆ ਕੁਝ ਬੱਚਿਆਂ ਨੂੰ। ਤੇ ਉਹਨਾਂ ਦਾ ਜਿਹੜਾ ਰੁਝਾਨ ਸੀ ਉਹ ਇਹੋ ਜਿਹਾ ਹੀ ਸੀ ਕਿ ਬਾਹਰ ਜਾਈਏ, ਕਿਉਂਕਿ ਅਸੀਂ ਪੜ੍ਹੇ ਘੱਟ ਤੇ ਸਾਨੂੰ ਬੈਟਰ ਪੈਸੇ ਜਿਹੜੇ ਮਿਲ ਸਕਦੇ ਆ। ਪਰ ਦੇਖੋ, ਇਹੋ ਜਿਹੇ ਬੱਚਿਆਂ ਨੂੰ ਅਸੀਂ ਸਿਖਾਇਆ, ਉਹਨਾਂ ਨੇ ਸਿੱਖ ਵੀ ਲਿਆ, ਸਿੱਖਣ ਦੀ ਇੱਛਾ ਉਹਨਾਂ ਦੇ ਵਿੱਚ ਹੈਗੀ ਸੀ। ਪਲੱਸ ਵਾਈਟ ਕਾਲਰ ਜੌਬ ਆ, ਤੁਸੀਂ AC 'ਚ ਆ ਕੇ ਕੰਪਿਊਟਰ ਦੇ ਅੱਗੇ ਬੈਠਣਾ ਵਾ, ਠੀਕ ਹੈ, ਕੋਈ ਹਾਰਡ ਕੰਮ ਨਹੀਂ ਹੈ ਤੁਹਾਨੂੰ। ਸੋ ਮੈਨੂੰ ਬੜੀ ਖੁਸ਼ੀ ਹੈ ਕਿ ਬਹੁਤ ਸਾਰੇ ਬੱਚਿਆਂ ਨੇ ਜਿਹੜਾ ਉਹ ਕੰਮ ਸਿੱਖ ਲਿਆ ਹੈ, ਤੇ ਉਹ ਜਿਹੜਾ ਉਹ ਕਰ ਰਹੇ ਨੇ। ਤੇ ਇਸ ਲਈ ਹੁਣ ਉਹ ਸ਼ਾਇਦ ਨਹੀਂ ਸੋਚਦੇ ਜਿਹੜੇ ਬਾਹਰ ਜਾਣ ਵਾਸਤੇ। ਐਕਚੁਅਲੀ ਜਿਹੜੇ ਬੱਚਿਆਂ ਨੂੰ ਪਿਆਰ ਆ ਆਪਣੀ ਫੈਮਲੀਜ਼ ਨਾਲ, ਉਹ ਇੱਥੇ ਵੀ ਮਿਹਨਤ ਕਰ ਲੈਣਗੇ। ਪਰ ਮੈਂ ਸਾਰਿਆਂ ਨੂੰ ਨਹੀਂ ਕਹਿੰਦੀ, ਠੀਕ ਹੈ ਨਾ, ਮੈਂ ਸਾਰਿਆਂ ਨੂੰ ਨਹੀਂ ਕਹਿੰਦੀ, ਬਟ ਫਿਰ ਵੀ ਕੁਝ ਇਹੋ ਜਿਹੇ ਬੱਚੇ ਹੈਗੇ ਨੇ ਜਿਹੜੇ ਪੈਸੇ ਨਹੀਂ, ਆਜ਼ਾਦੀ ਚਾਹੁੰਦੇ। ਠੀਕ ਹੈ, ਜੇ ਸਾਡੇ ਘਰਾਂ ਦੇ ਮਾਹੌਲ ਵੀ ਥੋੜੇ ਹੋਰ ਬਿਹਤਰ ਹੋ ਜਾਣ, ਠੀਕ ਹੈ, ਤੇ ਮੈਨੂੰ ਲੱਗਦਾ ਹੈ ਕਿ ਫਿਰ ਵੀ ਜਿਹੜੇ ਇੰਨੀ ਮਾਈਗ੍ਰੇਸ਼ਨ ਦੀ ਜਿਹੜੀ ਜ਼ਰੂਰਤ ਨਹੀਂ ਆ। ਸੈਕਿੰਡ ਕਿ ਜਿੱਥੇ ਤੁਹਾਡਾ ਦਿਲ ਕਰਦਾ ਉੱਥੇ ਤੁਹਾਨੂੰ ਜਾਣਾ ਹੀ ਚਾਹੀਦਾ। ਸਮਝੋ ਕਿ ਮੇਰਾ ਅੰਦਰੋਂ ਦਿਲ ਕਰਦਾ ਕਿ ਮੈਂ ਕੈਨੇਡਾ ਜਾਵਾਂ, ਉੱਥੇ ਹੀ ਰਵਾਂ, ਤੇ ਮੈਨੂੰ ਲੱਗਦਾ ਕਿ ਇਹਦੇ ਵਿੱਚ ਕੋਈ ਮਾਈਗ੍ਰੇਸ਼ਨ ਵਾਲੀ ਗੱਲ ਨਹੀਂ ਆ। ਰੱਬ ਨੇ ਬਣਾਇਆ ਸਾਰਾ ਕੁਝ, ਹਰ ਜਗ੍ਹਾ ਰੱਬ ਵਸਦਾ, ਰਾਈਟ? ਸੋ ਅਸੀਂ ਇੱਥੇ ਕੈਨੇਡਾ ਹੀ ਪੰਜਾਬ ਬਣਾ ਲਿਆ। ਤੁਸੀਂ ਮਾਈਗ੍ਰੇਟ ਹੋ, ਪਰ ਫਿਰ ਹੋ ਜੇ ਤੁਹਾਡਾ ਦਿਲ ਕਰਦਾ। ਹੁਣ ਤੁਸੀਂ ਕੈਨੇਡਾ ਜੇ ਤੇ ਦਿਲ ਤੁਹਾਡਾ ਪੰਜਾਬ ਆ, ਤੁਸੀਂ ਪੰਜਾਬ ਜੇ ਤੇ ਦਿਲ ਤੁਹਾਡਾ ਕੈਨੇਡਾ ਹੈ, ਉਹ ਚੀਜ਼ ਨਹੀਂ ਹੋਣੀ ਚਾਹੀਦੀ। ਤੁਸੀਂ ਜੋ ਤੁਹਾਡਾ ਦਿਲ ਕਰਦਾ ਹੈ ਉਹ ਤੁਸੀਂ ਚੂਜ਼ ਕਰੋ। ਪਲੱਸ ਤੁਸੀਂ ਦੋਨੋਂ ਦੇਸ਼ਾਂ ਦਾ ਜਿਹੜਾ ਵਾ ਉਹ ਬ੍ਰਿਜਸ ਬਣਾਓ। ਬ੍ਰਿਜ ਬਣਾਉਣੇ ਬੜੇ ਜ਼ਰੂਰੀ ਨੇ। ਦੋਨੋਂ ਦੇਸ਼ 'ਚ ਤੁਹਾਡਾ ਬਿਜ਼ਨਸ ਹੋਵੇ, ਦੋਨੋਂ ਦੇਸ਼ 'ਚ ਤੁਹਾਡੀਆਂ ਫੈਮਲੀਜ਼ ਹੋਣ, ਤੇ ਤੁਸੀਂ ਫ੍ਰੀਕੁਐਂਟ ਟਰੈਵਲਰ ਹੋ, ਤਾਂ ਕਿ ਜੋ ਤੁਸੀਂ ਉੱਥੋਂ ਸਿੱਖਿਆ ਉਹਨੂੰ ਇੱਥੇ ਅਪਲਾਈ ਕਰੋ। ਤੇ ਇੱਥੇ ਵੀ ਸਾਡਾ ਜਿਹੜਾ ਕਲਚਰ ਆ, ਲੈਂਗੁਏਜ ਆ, ਇਹ ਚੀਜ਼ ਤੋਂ ਅਸੀਂ ਪਰੇ ਨਾ ਹੋ ਜਾਈਏ, ਕਿਉਂਕਿ ਅਸੀਂ ਹੁਣ ਪੰਜਾਬੀ ਨਹੀਂ ਰਹਿ ਗਏ, ਰੀਮਿਕਸ ਹੋ ਕੇ ਪਤਾ ਨਹੀਂ ਅਸੀਂ ਕੀ ਬਣ ਗਏ। ਨਹੀਂ ਜੀ, ਪਤਾ ਹੀ ਨਹੀਂ ਲੱਗਦਾ ਹੁਣ ਕਿੱਥੇ ਕਿੱਥੇ ਪਹੁੰਚ ਗਿਆ ਸੀ। ਹਾਂ, ਸੋ ਜੋ ਸਾਡਾ ਉਤਸ਼ਾਹ ਵਾ, ਜੋ ਸਾਡਾ ਜੋਸ਼ ਆ, ਉਹ ਸਾਡੇ ਪਿੰਡਾਂ ਚੋਂ ਹੀ ਸਾਨੂੰ ਮਿਲਣਾ ਹੈ, ਜਿੱਥੇ ਅਸੀਂ ਪਲੇ ਆ, ਜਿੱਥੇ ਅਸੀਂ ਪੈਦਾ ਹੋਏ ਆ। ਜੇ ਤੁਸੀਂ ਸੋਚ ਲਓ ਕਿ ਕੈਨੇਡਾ 'ਚ ਨਵੇਂ ਘਰ 'ਚ ਬੈਠ ਕੇ ਸ਼ਾਇਦ ਇਹਨੂੰ ਜੋਸ਼ ਜ਼ਿਆਦਾ ਆ ਜਾਏਗਾ, ਤੇ ਉਹ ਨਹੀਂ ਹੋ ਸਕਦਾ। ਤੁਹਾਨੂੰ ਮਾਂ ਲਾਗੇ ਬੈਠ ਕੇ ਹੀ ਜਿਹੜਾ ਵਾ ਜੋਸ਼ ਜ਼ਿਆਦਾ ਆਉਣਾ, ਜੇ ਤੁਹਾਨੂੰ ਉੱਥੋਂ ਨਹੀਂ ਆ ਸਕਦਾ। ਹਾਂ, ਚੁੱਲ੍ਹੇ ਚੌਂਕੇ 'ਚ ਬੈਠ ਕੇ ਰੋਟੀ ਖਾ ਕੇ ਉਹੀ ਸਵਾਦ ਆਉਣਾ ਜਿਹੜਾ ਵਿਦੇਸ਼ਾਂ 'ਚ ਨਹੀਂ ਆ ਸਕਦਾ। ਉਹ ਨਜ਼ਾਰਾ ਵੱਖਰਾ ਹੀ ਆ ਜੀ। ਅੱਛਾ, ਇੱਕ ਗੱਲ ਤੁਸੀਂ ਕੀਤੀ ਆ ਕਿ ਪਿੰਡ 'ਚੋਂ ਅਸੀਂ ਦੁੱਧ ਇਕੱਠਾ ਕਰਕੇ ਆਪਣੀ ਕੰਪਨੀ ਦੇ ਜਿਹੜੇ EMPLOYEES ਆ ਉਹਨਾਂ ਨੂੰ ਵੀ ਡਿਸਟਰੀਬਿਊਟ ਕਰਦੇ। ਉਹ ਕਿਸ ਤਰ੍ਹਾਂ ਤੁਸੀਂ ਮੈਨੇਜ ਕਰਦੇ ਆ ਇਕੱਠਾ ਦੁੱਧ ਕਰਨ ਲਈ?
ਸੋ ਸਾਡੇ ਜਿਵੇਂ ਆਲਮੋਸਟ 120 EMPLOYEES ਆ ਤੇ ਉਹਨਾਂ ਦੀ ਚਾਹ ਕਾਫੀ ਬਣਦੀ ਸਾਰਾ ਦਿਨ। ਤੇ ਫਿਰ ਸਾਡੇ ਕੋਲ ਸਿੰਬਾ ਕੋਰਸ ਮੇਰਾ ਇੱਕ ਟ੍ਰੇਨਿੰਗ ਇੰਸਟੀਚਿਊਟ ਆ, ਉਹਦੇ ਵਿੱਚ 60 ਤੋਂ 70 ਬੱਚੇ ਜਿਹੜੇ ਉਹ ਰੋਜ਼ ਆਉਂਦੇ ਨੇ। ਉਦਾਂ ਸਾਡੇ ਰੋਜ਼ ਜਿਹੜੇ ਗੈਸਟ ਆਉਂਦੇ ਨੇ, ਸੋ ਆਲਮੋਸਟ 500-600 ਲੀਟਰ ਜਿਹੜਾ ਦੁੱਧ ਸਾਡਾ ਲੱਗ ਜਾਂਦਾ ਹੈ। ਸੋ ਅਸੀਂ ਅਲੱਗ-ਅਲੱਗ ਘਰਾਂ ਨਾਲ ਟਾਈ ਅਪ ਕੀਤਾ ਹੈ। ਕਈ ਵਾਰੀ ਮੇਰੇ ਪਾਪਾ ਵੀ ਜਾਂਦੇ ਆ, ਮੇਰੇ ਜਿਹੜੇ ਵਰਕਰ ਆ ਉਹ ਵੀ ਜਾਂਦੇ ਆ। ਸੋ ਕਿਤੋਂ 4 ਕਿਲੋ 5 ਕਿਲੋ 10 ਕਿਲੋ ਜਿਵੇਂ ਵੀ ਉਹ ਇਕੱਠਾ ਕਰਦੇ ਨੇ ਰੋਜ਼। ਤੇ ਜੇ ਵੱਧ ਚਾਹੀਦਾ ਤਾਂ ਵੱਧ ਕਹਿ ਦਈਦਾ, ਛੁੱਟੀ ਵਾਲੇ ਦਿਨ ਦੱਸ ਦਈਦਾ ਕਿ ਅੱਜ ਨਹੀਂ ਹੈ। ਸੋ ਖੁਸ਼ੀ ਹੁੰਦੀ ਮੈਨੂੰ ਕਿ ਲੋਕ ਸੋਚਦੇ ਕਿ ਅਸੀਂ ਇੱਕ ਹੋਰ ਮੱਝ ਖਰੀਦਣੀ ਹੈ, ਕਿਉਂਕਿ ਦੁੱਧ ਮੈਂ ਤਾਂ ਕਹਿੰਦੀ ਕਿ ਸਾਰਾ ਦੁੱਧ। ਸੋ ਵੇਖੋ ਮੇਰੇ ਲਈ ਕਿੰਨਾ ਸੌਖਾ ਹੈ, ਸਿੱਧਾ ਪੇ ਕਰੋ, ਪੈਕਟ ਚ ਦੁੱਧ ਆ ਜਾਏ 1 ਮਿੰਟ ਚ, ਹਨਾ। ਇੰਨਾ ਹਾਂਜੀ ਇਕੱਠਾ ਕਰਨ ਜਾਓ, ਉਹਨੂੰ ਉਬਾਲਾ ਦਵਾਓ, ਬੜਾ ਮਤਲਬ ਲੰਬਾ ਪ੍ਰੋਸੈਸ ਹੈਗਾ। ਬਟ ਉਹੀ ਕਰਨ ਲਈ ਤੇ ਇੱਥੇ ਕੰਪਨੀ ਖੋਲੀ ਮੈਂ। ਜੇ ਮੈਂ ਇੱਥੇ ਆ ਕੇ ਵੀ ਜਿਹੜਾ ਵਾ ਉਹ ਮੈਂ ਪੈਕਟ ਵਾਲਾ ਹੀ ਦੁੱਧ ਖਰੀਦਣਾ ਹੈ, ਇੱਥੇ ਆ ਕੇ ਵੀ ਮੈਂ ਲੋਕਲ ਕਾਰਪੈਂਟਰ ਨੂੰ, ਇਲੈਕਟ੍ਰੀਸ਼ੀਅਨ ਨੂੰ ਜੌਬ ਨਹੀਂ ਦੇਣੀ। ਮੇਰਾ ਸਾਰਾ ਹੀ ਕੰਮ ਮੇਰੇ ਲੋਕਲ ਕਾਰਪੈਂਟਰ ਨੇ ਕੀਤਾ, ਸਾਰਾ Very good. ਕੰਮ ਕੰਪਨੀ ਦਾ ਮੇਰਾ ਲੋਕਲ ਇਲੈਕਟ੍ਰੀਸ਼ੀਅਨ ਕਰਦਾ। Very good. ਮੈਂ ਮਤਲਬ ਕਿ ਸਾਡਾ ਜਿੱਦਾਂ ਬੋਰ ਕਰਨਾ ਵਾ, ਕੁਛ ਵੀ ਜਿਹੜਾ ਕੰਮ ਆ, ਅਸੀਂ ਜਿਹੜੇ ਲੋਕਲ ਜਾਣਿਆਂ ਨੂੰ ਜਿਹੜੀ ਉਹ ਤਰਜੀਹ ਦਿੰਦੇ। ਇੱਥੇ ਜਿਹੜੀਆਂ ਮੇਰੇ ਕੋਲ ਹੈਲਪਰਸ ਆਉਂਦੀਆਂ ਨੇ, ਅਦਰਵਾਈਜ਼ ਜੇ ਕੰਪਨੀ ਨਾ ਹੋਵੇ ਤੇ ਉਹ 2-3 ਹਜ਼ਾਰ ਰੁਪਇਆ ਤਨਖਾਹ ਲੈ ਰਹੀਆਂ ਹੁਣ ਮਹੀਨੇ ਦੀ, ਪਰ ਹਾਂਜੀ ਇੱਥੇ ਜਿਹੜੀਆਂ ਹੈਲਪਰਸ ਦੀ ਆ, ਉਹਨਾਂ ਦੀ ਹੀ 8 ਤੋਂ 12 ਹਜ਼ਾਰ ਦੀ ਸੈਲਰੀ ਆ। ਉਹ ਬਿਲਕੁਲ ਨਹੀਂ ਪੜੀਆਂ, ਪਰ ਬਿਲ ਸੈਲਰੀ ਜਿਹੜੀ ਉਹਨਾਂ ਦੀ, ਜਿਹੜੀ ਇੱਕ ਪ੍ਰਾਈਵੇਟ ਲਿਮਿਟਿਡ ਕੰਪਨੀ ਜਿੱਦਾਂ ਸੈਲਰੀ ਦਿੰਦੀ ਆ, ਉਹ ਉਹਨਾਂ ਦੀ ਜਿਹੜੀ ਉਹ ਸੈਲਰੀ, ਉਹਨਾਂ ਨੇ ਉਹੀ ਜਿਹੜਾ ਕਿ ਆਪਣੀ ਨਾਰਮਲ EMPLOYEE ਵਾਂਗੂ ਇੱਥੇ ਜੌਬ ਕਰਨੀ। ਤੁਸੀਂ ਇਹ ਦੇਖੋ ਕਿ ਇੱਕ ਔਰਤ ਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ, ਡੋਮੈਸਟਿਕ ਵਾਇਲੈਂਸ ਇੰਨਾ ਹਾਈ ਆ ਪਿੰਡਾਂ ਦੇ ਵਿੱਚ, ਤਰ੍ਹਾਂ ਦੇ ਨਾ ਉਹਨਾਂ ਨੂੰ ਹੱਥ ਕੰਡੇ ਅਪਣਾਉਣੇ ਪੈਂਦੇ ਇੱਕ ਅਰਨਿੰਗ ਕਰਨ ਲਈ ਪਿੰਡ ਦੇ ਵਿੱਚ। ਤੇ ਉਹ ਕਿੰਨੀ ਇੱਕ ਡਿਗਨਿਟੀ ਦੀ, ਸੈਲਫ ਰਿਸਪੈਕਟ ਦੀ ਜਿਹੜੀ ਆ ਉਹ ਜੌਬ ਜਿਹੜੀ ਆ ਉਹ ਹੰਡ ਕਰਦੀਆਂ। ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਅਸੀਂ ਕਈ ਵਾਰੀ ਵੈਸੇ 2-3 ਵੱਧ ਰੱਖੀਆਂ ਹੁੰਦੀਆਂ ਹਰ ਮਹੀਨੇ ਕੀ, ਕੋਈ ਗੱਲ ਨਹੀਂ। ਕੋਈ ਗੱਲ ਨਹੀਂ ਜੀ। ਇਹ ਜਿਹੜਾ ਦੁੱਧ ਵਾਲਾ ਤੁਹਾਡਾ ਇਹ ਪ੍ਰੋਜੈਕਟ ਹੈ, ਮੈਂ ਸਮਝਦਾ ਇਹ ਇੱਕ ਡਿਫਰੈਂਟ ਵੈਂਚਰ ਹੋ ਗਿਆ ਤੁਹਾਡਾ, ਜਿਹਦੇ ਵਿੱਚ ਕੁਝ ਹੋਰ ਲੋਕ ਵੀ ਉਹਨਾਂ ਦੀ ਕੰਟਰੀਬਿਊਸ਼ਨ ਹੋਊਗੀ। ਅਕਸਰ ਦੁੱਧ ਇਕੱਠਾ ਕਰਦੇ ਹੋਣਗੇ। ਇਹਨਾਂ ਦੁੱਧ ਇਕੱਠਾ ਕਰਨਾ ਵੀ ਬੜਾ ਮੁਸ਼ਕਿਲ ਹੈ 1-2 ਬੰਦਿਆਂ ਲਈ। ਉਹ ਇਹ ਕਿਸਮ ਦਾ ਪਿੰਡ ਦੇ ਲੋਕਾਂ ਲਈ ਇੱਕ ਡਿਫਰੈਂਟ ਵੈਂਚਰ ਹੈ, ਜਿਹੜਾ ਤੁਹਾਡੇ ਵਿੱਚੋਂ, ਤੁਹਾਡੀ ਕੰਪਨੀ ਦੇ ਵਿੱਚੋਂ ਨਿਕਲਿਆ ਇੱਕ ਸਭ। ਇਹ ਚੋਂ ਦੇਖੋ ਥੋੜਾ ਜਿਹਾ ਹੋਰ ਜੇ ਮੈਂ ਐਡ ਕਰਾਂ, ਜਦੋਂ ਸਮਝੋ ਕਿ ਮੈਂ ਦੁੱਧ ਘਰਾਂ ਚੋਂ ਖਰੀਦ ਰਹੀ ਹਾਂ, ਠੀਕ ਆ, ਤੇ ਉਹ ਫਿਰ ਸਮਝੋ ਮੱਝ ਨੂੰ ਅਸੀਂ ਫੀਡ ਪਾ ਰਹੇ, ਉਹ ਵੀ ਵੱਧ ਖਰੀਦ ਰਿਹਾ ਲੋਕਲ ਦੁਕਾਨ ਤੋਂ, ਠੀਕ ਹੈ। ਮਤਲਬ ਹਰ ਚੀਜ਼ ਜਿਹੜੀ ਆ ਉਹਦੇ ਨਾਲ ਲਿੰਕਡ ਹੈਗੀ, ਠੀਕ ਹੈ ਨਾ। ਹਾਂ, ਸੋ ਜੋ ਵੀ ਇੱਕ ਮਤਲਬ ਕਿ ਸਾਨੂੰ ਸਮਝੋ ਕਿ ਅਸੀਂ ਜ਼ਿਆਦਾ ਮੱਝਾਂ ਰੱਖੀਆਂ ਤੇ ਅਸੀਂ ਪੱਠੇ ਵੱਧ ਪਾ ਰਹੇ ਉਹਨਾਂ ਨੂੰ, ਤੇ ਉਹ ਇੱਕ ਹੋਰ ਬੰਦੇ ਨੂੰ ਜੌਬ ਮਿਲਦੀ ਉਹਦੇ ਵਿੱਚ, ਠੀਕ ਹੈ। ਸੋ ਅਸੀਂ ਇੱਕ, ਸਾਨੂੰ ਤੇ ਫਾਈਨਲ ਪ੍ਰੋਡਕਟ ਦੁੱਧ ਮਿਲ ਰਿਹਾ ਵਾ, ਪਰ ਦੁੱਧ ਦੇ ਪਿੱਛੇ ਵੀ ਕਿਹਦਾ ਫਾਇਦਾ ਹੋ ਰਿਹਾ ਵਾ, ਉਹ ਵੀ ਇੱਕ ਸੋਚਣ ਵਾਲੀ ਗੱਲ। ਉਹ ਵੀ ਲੰਬੀ ਸਟੋਰੀ ਹੁੰਦੀ ਹਰ ਵਾਰ। ਸੋ ਅਸੀਂ ਇੱਕ ਚੀਜ਼ ਦੀ ਪਰਚੇਜ਼ ਦੇ ਨਾਲ ਪਿੱਛੇ 10-12 ਜ਼ਿੰਦਗੀਆਂ ਟੱਚ ਕਰ ਰਹੇ ਹੁੰਦੇ ਆ। ਹਾਂਜੀ। ਇਹਨੂੰ ਕਹਿੰਦੇ ਕਿ ਬਿਲਡਿੰਗ ਇਕੋਸਿਸਟਮ, ਰਾਈਟ। ਅਸੀਂ ਇਕੋਸਿਸਟਮ ਬਿਲਡ ਕਰ ਰਹੇ ਆਪਣੇ ਪਿੰਡ ਵਿੱਚ ਇੱਕ ਨਵੇਂ ਤਰ੍ਹਾਂ ਦਾ। ਮੈਨੂੰ ਸਭ ਤੋਂ ਵੱਡੀ ਖੁਸ਼ੀ ਹੈ ਕਿ ਤੁਸੀਂ ਪਿਓਰ ਪੰਜਾਬੀ ਬੋਲਦੇ ਆ, ਬਿਲਕੁਲ। ਕੋਈ ਇੱਕ ਅੱਧਾ ਵੀ ਤੁਸੀਂ ਇੰਗਲਿਸ਼ ਦਾ ਵਰਡ ਜਿਹੜਾ ਐਡ ਨਹੀਂ ਕੀਤਾ। ਇੰਨੀ ਆਪਣੀ ਗੱਲਬਾਤ ਹੋਈ ਆ। ਇਹ ਸਭ ਤੋਂ ਜ਼ਿਆਦਾ ਜਿਹੜੀ ਖੁਸ਼ੀ ਇਸ ਗੱਲ ਦੀ ਹੈ ਕਿ ਤੁਸੀਂ ਆਪਣੀ ਮਾਂ ਬੋਲੀ ਦੇ ਨਾਲ ਬਿਲਕੁਲ ਗ੍ਰਾਸ ਰੂਟ ਲੈਵਲ ਤੇ ਤੁਸੀਂ ਕਿੰਨਾ ਜੁੜੇ ਆ, ਕਿੰਨਾ ਤੁਹਾਨੂੰ ਪਿਆਰ ਹੈ, ਆਪਣੀ ਮੁਹੱਬਤ ਹੈ ਆਪਣੀ ਬੋਲੀ ਦੇ ਨਾਲ। ਇਹਦੇ ਨਾਲ ਵੀ ਤੁਹਾਡੇ, ਸਾਡਾ ਜਿਹੜਾ ਨਵੀਂ ਪੀੜ੍ਹੀ ਆ, ਉਹਦੇ ਉੱਤੇ ਵੀ ਜਿਹੜਾ ਤੁਹਾਨੂੰ ਦੇਖਦੇ ਸੁਣਦੇ ਹੋਣਗੇ, ਉਹਨਾਂ ਦੇ ਉੱਤੇ ਵੀ ਇਸ ਗੱਲ ਦਾ ਜਿਹੜਾ ਉਹ ਪ੍ਰਭਾਵ ਜ਼ਰੂਰ ਪੈਂਦਾ ਹੋਵੇਗਾ ਔਰ ਪਵੇਗਾ ਵੀ। ਹੋਰ ਮਨਦੀਪ ਜੀ, ਕੁਛ ਗੱਲਾਂ ਮੈਂ ਨਹੀਂ ਤੁਹਾਨੂੰ ਪੁੱਛ ਸਕਿਆ, ਉਹਦੇ ਬਾਰੇ ਤੁਸੀਂ ਆਪ ਹੀ ਦੱਸਣ ਦੀ ਥੋੜੀ ਜਿਹੀ ਕਿਰਪਾਲਤਾ ਕਰੋ ਕਿ ਤੁਸੀਂ, ਇਹ ਮੈਨੂੰ ਪਤਾ ਆ ਕਿ ਇਸ ਵੈਂਚਰ ਦੇ ਵਿੱਚ ਜਿਹੜੀ ਤੁਸੀਂ ਇਹ ਕੰਪਨੀ ਐਸਟੈਬਲਿਸ਼ ਕੀਤੀ ਆ, ਤੁਹਾਨੂੰ ਸ਼ਾਬਾਸ਼ ਦੇਣ ਦੇ ਲਈ ਦਿੱਲੀ ਸਰਕਾਰ ਦੇ ਡਿਪਟੀ ਚੀਫ ਮਿਨਿਸਟਰ ਸ਼੍ਰੀ ਮਨੀਸ਼ ਸਿਸੋਦੀਆ ਜੀ ਨੇ ਅਚੇਚੇ ਤੌਰ ਤੇ ਤੁਹਾਡੇ ਇਸ ਕੰਪਨੀ ਵਿੱਚ ਆਉਣਾ ਆਪਣਾ ਧੰਨ ਭਾਗ ਸਮਝੇ। ਇਸੇ ਤਰ੍ਹਾਂ ਹੀ ਉੱਥੇ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਤੁਹਾਨੂੰ ਥਾਪੜਾ ਵੀ ਦਿੱਤਾ, ਤੁਹਾਡੇ ਕੰਮਾਂ ਦੀ ਪ੍ਰਸ਼ੰਸਾ ਵੀ ਕੀਤੀ।
ਔਰ ਇਸ ਤੋਂ ਇਲਾਵਾ ਸਭ ਤੋਂ ਹੋਰ ਖੁਸ਼ੀ ਦੀ ਗੱਲ ਇਹ ਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਵੀ ਜਿਹੜਾ ਸਿੱਖ ਵਰਲਡ ਕਾਰਪੋਰੇਟ ਦੇ ਲੋਕਾਂ ਨੂੰ ਆਪਣੇ ਕੱਲ ਮੀਟਿੰਗ ਵਿੱਚ ਬੁਲਾਇਆ, ਉਹਨਾਂ ਵਿੱਚ ਤੁਹਾਡਾ ਜਿਹੜਾ ਤੁਹਾਨੂੰ ਅਚੇਚੇ ਤੌਰ ਤੇ ਬੁਲਾਇਆ ਗਿਆ, ਉਹਦੇ ਵਿੱਚ ਤੁਹਾਡਾ ਤੇ ਮਾਣ ਜਿਹੜਾ ਉਹ ਵਧਿਆ ਹੀ ਵਧਿਆ, ਤੁਹਾਡੇ ਪੇਰੈਂਟਸ ਦਾ ਵੀ ਵਧਿਆ ਔਰ ਸਮੁੱਚੇ ਤੌਰ ਤੇ ਮੈਂ ਸਮਝਦਾ ਸਾਰੀ ਕਮਿਊਨਿਟੀ ਦਾ ਵੀ ਮਾਣ ਇਹਦੇ ਨਾਲ ਵਧਿਆ। ਤੁਸੀਂ ਇਹਦੇ ਬਾਰੇ ਕੋਈ ਚੰਦ ਸ਼ਬਦ ਜਿਹੜੇ ਉਹ ਕਹਿਣਾ ਚਾਹੁੰਦੇ ਹੋ? ਮੈਂ ਇਹ ਕਹਾਂਗੀ ਕਿ ਅਕਸਰ ਹੀ ਅਸੀਂ ਰੈਕੋਗਨੀਸ਼ਨ ਚਾਹੁੰਦੇ ਹਾਂ, ਸਾਨੂੰ ਲੱਗਦਾ ਕਿ ਸਾਡੀ ਕੋਈ ਤਾਰੀਫ ਕਰੇ, ਪਰ ਬੰਦੇ ਨੂੰ ਇੰਨਾ ਨਿਰਸਵਾਰਥ ਹੋਣਾ ਚਾਹੀਦਾ ਹੈ ਕਿ ਉਹਨੂੰ ਇਹ ਵੀ ਸਵਾਰਥ ਨਹੀਂ ਹੋਣਾ ਚਾਹੀਦਾ ਕਿ ਮੇਰੀ ਕੋਈ ਤਾਰੀਫ ਕਰੇ। ਹਾਂਜੀ, ਬਾਕੀ ਚੀਜ਼ਾਂ ਪੈਸਾ ਬਾਅਦ ਦੀ ਗੱਲ ਆ, ਇਹ ਸਾਰਾ ਕੁਝ ਛੱਡ ਕੇ ਵੀ ਬੰਦੇ ਦਾ ਜਿਹੜਾ ਅਖੀਰਲਾ ਸਵਾਰਥ ਰਹਿ ਜਾਂਦਾ ਨਾ, ਉਹ ਇਹ ਹੈ ਕਿ ਮੈਂ ਸਾਰਾ ਕੁਝ ਛੱਡਿਆ ਤੇ ਹੁਣ ਮੈਨੂੰ ਕੋਈ ਇਹੀ ਕਹਦੇ ਕਿ ਇਹ ਚੰਗਾ ਵਾ। ਯੈਸ, ਉਹ ਵੀ ਸਵਾਰਥ ਹੀ ਹੁੰਦਾ ਕਿ ਜਦੋਂ ਤੁਸੀਂ ਇਹ ਚਾਹੁੰਦੇ ਕਿ ਤੁਹਾਨੂੰ ਕੋਈ ਰੈਕੋਗਨਾਈਜ਼ ਕਰੇ, ਤੁਹਾਨੂੰ ਕੋਈ ਚੰਗਾ ਕਵੇ। ਅਸੀਂ ਇੱਕ ਦੇਖੋ, ਮੈਂ ਇਕੱਲੀ ਨੇ ਨਹੀਂ ਕੰਪਨੀ ਬਣਾਈ, ਮੇਰੇ ਨਾਲ 100+ ਬੰਦਿਆਂ ਦੀ ਟੀਮ ਆ, ਮੇਰੇ ਤੋਂ ਜ਼ਿਆਦਾ ਮਿਹਨਤ ਕਰਨ ਵਾਲੇ ਲੋਕ ਮੇਰੀ ਕੰਪਨੀ 'ਚ ਬੈਠੇ ਹੋਏ ਨੇ। ਹਾਂਜੀ, ਠੀਕ ਹੈ, ਸੋ ਬਹੁਤ ਮਿਹਨਤ ਬੱਚਿਆਂ ਨੇ ਕੀਤੀ। ਸਾਡੀ ਕੰਪਨੀ ਇੱਕ ਐਸੀ ਉਦਾਹਰਣ ਆ ਕਿ ਤੁਸੀਂ ਖੁਦ ਦੀ ਜਗ੍ਹਾ ਤੇ ਹੀ ਬੈਠ ਕੇ ਮਿਹਨਤ ਕਰੀ ਜਾਓਗੇ ਤੇ ਸਭ ਕੁਝ ਤੁਹਾਡੇ ਟੇਬਲ ਤੇ ਆ ਜਾਏਗਾ। ਹਰ ਹਾਂਜੀ, ਕੋਈ ਤੁਹਾਨੂੰ ਜਿਹੜਾ ਸਲਾਹੇਗਾ ਤੁਹਾਡੇ ਕੋਲ ਆ ਜਾਏਗਾ, ਤੁਹਾਨੂੰ ਜਾਣ ਜਾ ਕੇ ਦੱਸਣ ਦੀ ਜਿਹੜੀ ਜ਼ਰੂਰਤ ਨਹੀਂ ਆ, ਤੁਹਾਨੂੰ ਆਪਣੀ ਜਗ੍ਹਾ ਤੇ ਹੀ ਅੱਛਾ ਕੰਮ ਜਿਹੜਾ ਕਰਨ ਦੀ ਜ਼ਰੂਰਤ ਆ। ਮੇਰੇ ਲਈ ਜਦੋਂ ਮੈਂ ਫਸਟ ਟਾਈਮ ਟੈਡਐਕਸ 'ਚ ਗਈ ਸੀ, ਬਹੁਤ ਅੱਛੀ ਸਟੇਜ ਹੁੰਦੀ ਹੈ ਟੈਡਐਕਸ 'ਚ, ਅਸੀਂ ਜਦੋਂ ਸਾਨੂੰ ਇਨਵਾਈਟ ਕੀਤਾ ਜਾਂਦਾ ਬੋਲਣ ਲਈ, ਉਹ ਵੀ ਮੇਰੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਸੀ ਕਿ ਮੈਨੂੰ ਟੈਡਐਕਸ ਵਰਗੇ ਪਲੇਟਫਾਰਮ ਤੇ ਬੁਲਾਇਆ। IITs ਵਰਗੇ ਕਾਲਜਿਸ 'ਚ ਮੈਨੂੰ ਬੁਲਾਇਆ, 2016-17 ਦੀ ਗੱਲ, ਠੀਕ ਹੈ। ਉਹ ਵੀ ਮੇਰੀ ਲਾਈਫ ਦਾ ਟਰਨਿੰਗ ਪੁਆਇੰਟ ਸੀ ਕਿ ਮੈਂ ਇੰਨੀ ਛੋਟੀ ਏਜ 'ਚ ਟੈਡਐਕਸ ਸਪੀਕਰ ਬਣ ਗਈ ਹਾਂ, ਠੀਕ ਹੈ। ਬਹੁਤ ਖਾਸ ਕੋਈ ਅਚੀਵਰਸ ਹੋਣ ਤੇ ਫਿਰ ਉਹਨਾਂ ਨੂੰ ਟੈਡ ਵਰਗੇ ਪਲੇਟਫਾਰਮ ਤੇ ਬੁਲਾਇਆ ਜਾਂਦਾ। ਉਸੇ ਤਰ੍ਹਾਂ ਹੀ ਮਨੀਸ਼ ਸਿਸੋਦੀਆ ਜੀ ਦਾ ਸਾਡੇ ਆਫਿਸ 'ਚ ਆਣਾ ਤੇ ਸਾਨੂੰ ਇੱਕ ਸਰਪ੍ਰਾਈਜ਼ ਦੇਣਾ, ਸਾਨੂੰ ਬਹੁਤ ਹੀ ਜ਼ਿਆਦਾ ਸਾਡੇ 'ਚ ਇਸ ਚੀਜ਼ ਨੇ ਜਿਹੜੀ ਆ ਸੱਚ ਉਤਸ਼ਾਹ ਭਰਿਆ। ਦੇਖੋ, ਅਸੀਂ ਕਿਸੇ ਵੀ ਲੀਡਰ ਨੂੰ ਐਜ਼ ਅ ਪੋਲੀਟੀਸ਼ੀਅਨ ਨਹੀਂ ਦੇਖਦੇ, ਠੀਕ ਹੈ। ਹਾਂਜੀ, ਅਸੀਂ ਅੱਜ ਦੇ ਦਿਨ ਵੀ ਤੁਸੀਂ ਕਹਿ ਲਓ ਤੇ ਮੈਂ ਕਦੀ ਕਿਸੇ ਤੋਂ ਕੁਝ ਡਿਮਾਂਡ ਨਹੀਂ ਕੀਤਾ ਅਜੇ ਤੱਕ ਵੀ। ਮੈਂ ਹਾਂਜੀ, ਇੱਕ ਵਾਰੀ ਕਿਹਾ ਕਿ ਸਰ ਮੇਰੀ ਇੱਥੇ ਹੈਲਪ ਕਰ ਦਿਓ, ਮੈਨੂੰ ਜ਼ਰੂਰਤ ਆ। ਜੇ ਮੈਂ ਕਿਹਾ ਹੋਵੇ ਤਾਂ ਮੈਨੂੰ ਕਹਿ ਦੇਣ ਕਿ ਹਾਂ ਵੀ ਮਨਦੀਪ ਨੇ ਨਹੀਂ ਸਾਡੇ ਨਹੀਂ, ਆਈ ਪਿੱਛੇ ਨੋ, ਮੈਨੂੰ ਪਤਾ ਤੁਹਾਡਾ। ਹਾਂਜੀ, ਪਰ ਇਹ ਹੈ ਕਿ ਅਸੀਂ ਖੁਦ ਜਿਹੜੀ ਇੱਕ ਜੈਨੂਇਨ ਐਪਰੀਸੀਏਸ਼ਨ ਚਾਹੁੰਦੇ ਸੀ। ਮੈਨੂੰ ਇਸ ਪਲੇਟਫਾਰਮ ਤੇ ਮੈਂ ਪਹਿਲੀ ਵਾਰੀ ਬੋਲ ਰਹੀ ਇਹ ਵਾਲੀ ਗੱਲ, ਕਿਉਂਕਿ ਮੈਨੂੰ ਤੇ ਬੜੇ ਆਪਣੀ ਕਮਿਊਨਿਟੀ ਵਰਗੇ ਜਿਹੜਾ ਮੈਨੂੰ ਲੱਗਾ ਚੈਨਲ ਕਿ 10 ਸਾਲ ਅਸੀਂ ਇੰਨੀ ਮਿਹਨਤ ਕੀਤੀ, ਇੰਨੀ ਜ਼ਿਆਦਾ ਜਾਨ ਲਾਈ, ਸਾਨੂੰ ਕਿਸੇ ਨੇ ਨਹੀਂ ਕਿਹਾ ਕਿ ਤੁਸੀਂ ਅੱਛਾ ਕੀਤਾ। ਹਾਂਜੀ, ਸਾਨੂੰ ਕਿਸੇ ਸਰਕਾਰ ਨੇ ਕਿਸੇ ਸਟੇਜ ਤੇ ਕਿਤੇ ਬੁਲਾ ਕੇ ਆ ਕੇ ਨਾ ਸਾਡੀ ਸਾਰ ਲਈ ਤੇ ਨਾ ਹੀ ਸਾਨੂੰ ਕਦੀ ਕਿਹਾ ਕਿ ਤੁਸੀਂ ਅੱਛਾ ਕੀਤਾ। ਦੇਖੋ, ਇੱਕ ਬਾਹਰੋਂ ਬੰਦਾ ਆ ਕੇ, ਠੀਕ ਹੈ, ਦਿੱਲੀ ਤੋਂ ਆ ਕੇ, ਦਿੱਲੀ ਤੋਂ ਆ ਕੇ, ਉਹਨੂੰ ਸਮਝ ਲੱਗ ਗਈ ਕਿ ਅਸੀਂ ਪਿੰਡ 'ਚ ਅੱਛਾ ਕੰਮ ਕਰ ਰਹੇ ਹਾਂ, ਪਰ ਲੋਕਲ ਲੈਵਲ ਤੇ ਜਿਹੜੀ ਆ ਉਹ ਕਿਸੇ ਨੂੰ ਸਮਝ ਨਹੀਂ ਲੱਗੀ ਕਿ ਅਸੀਂ ਪਿੰਡ ਵਿੱਚ ਕਿੰਨੀ ਜਹਿਦ ਨਾਲ ਜਿਹੜਾ ਇਹ ਕੰਮ ਕਰ ਰਹੇ ਹਾਂ। ਸਾਰਿਆਂ ਨੂੰ ਪਤਾ ਕਿ ਮੇਰੀ ਕੀ ਬੈਕਗ੍ਰਾਉਂਡ ਹੈ। ਹਾਂਜੀ, ਫਿਰ ਅਰਵਿੰਦ ਕੇਜਰੀਵਾਲ ਨੇ ਸਾਨੂੰ ਟਵੀਟ ਕੀਤਾ ਤੇ ਨਰਿੰਦਰ ਮੋਦੀ ਨੇ ਸਾਨੂੰ ਪ੍ਰਾਈਮ ਮਿਨਿਸਟਰ ਨੇ ਆਪਣੇ ਰੈਜ਼ੀਡੈਂਸ 'ਚ ਬੁਲਾਇਆ ਤੇ ਮੈਨੂੰ ਐਜ਼ ਅਹੁਦਾ ਜੇ ਮੈਂ ਦੇਖਾਂ ਤੇ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਾ। ਮੇਰੇ ਬੱਚਿਆਂ 'ਚ ਜਿਹੜਾ ਉਤਸ਼ਾਹ ਆਇਆ ਉਸ ਤੋਂ ਬਾਅਦ, ਸਾਡੇ ਕੋਲ ਭਾਵੇਂ ਕੁਛ ਨਾ ਹੋਵੇ ਪਰ ਜਿਹੜਾ ਸਾਨੂੰ ਆਪਣੇ ਆਪ ਹੀ ਯਕੀਨ ਹੋ ਗਿਆ ਕਿ ਅਸੀਂ ਸੱਚੀ ਮੁੱਚੀ ਕੁਝ ਵਧੀਆ ਕਰ ਰਹੇ ਹਾਂ, ਜਿਹੜੇ ਇਹ ਲੋਕਾਂ ਨੇ ਪੂਰੇ ਭਾਰਤ 'ਚ ਵੇਖਿਆ ਕਿ ਇਹਦੀ ਲੋੜ ਸੀ, ਹਾਂਜੀ, ਠੀਕ ਹੈ। ਤੇ ਅੱਜ ਦੇਖੋ ਕਿ ਕੇਜਰੀਵਾਲ ਸਰ ਨੇ ਵੀ ਲਿਖਿਆ ਸੀ ਕਿ ਇਸ ਮਾਡਲ ਦੇ ਜਿੰਨੇ ਮਰਜ਼ੀ ਰੈਪਲੀਕਾ ਕਰ ਲਓ ਤੁਸੀਂ ਇੰਡੀਆ ਦੇ ਵਿੱਚ, ਠੀਕ ਹੈ। ਹਰ ਕੋਈ ਇਹ ਕਹਿ ਰਿਹਾ। ਸੋ ਦੇਖੋ ਕਿ ਫਿਊਚਰ ਦੇ ਵਿੱਚ ਕੀ ਹੁੰਦਾ। ਮੈਂ ਤੇ ਓਪਨ ਆ ਕਿ ਦੱਸਣ ਲਈ ਜਾਂ ਕੁਝ ਵੀ, ਪਰ ਇਹ ਕਿ ਐਪਰੀਸੀਏਸ਼ਨ ਜਿਹੜੀ ਆ ਉਹ ਜੈਨੂਇਨ ਲੋਕਾਂ ਦੀ ਜਿਹੜੀ ਆ ਉਹ ਕਰਨੀ ਬਣਦੀ ਆ। ਸਾਨੂੰ ਹੋਰ ਚਾਹੀਦਾ ਵੀ ਕੀ ਹੈ? ਸਾਨੂੰ 2 ਲੱਖ ਕੋਈ ਅੱਛੇ ਕਹਿ ਦੇ ਤੇ ਸਾਡਾ ਮਹੀਨਾ ਵਧੀਆ ਨਿਕਲ ਜਾਂਦਾ। ਨਹੀਂ, ਉਹ ਤੁਹਾਡੀ ਜਿਹੜੀ ਤੁਹਾਨੂੰ ਐਪਰੀਸ਼ੀਏਸ਼ਨ ਮਿਲੀ ਆ ਜਾਂ ਲੋਕਾਂ ਨੇ ਜਾਂ ਗਵਰਨਮੈਂਟ ਵੱਲੋਂ ਜਿਹੜੀ ਤੁਹਾਡੀ ਤਾਰੀਫ ਕੀਤੀ ਗਈ ਆ, ਉਹਦੇ ਨਾਲ ਮੈਂ ਸਮਝਦਾ ਇੱਕ ਕਮਿਊਨਿਟੀ ਲਈ ਵੀ ਇੱਕ ਬਹੁਤ ਵੱਡਾ ਫਖਰ ਵਾਲੀ ਗੱਲ ਹੈ। ਤੇ ਤੁਹਾਡਾ ਜਿਹੜਾ ਇੱਕ ਇਮੇਜ ਬਣਿਆ ਸਾਡੀ ਕਮਿਊਨਿਟੀ ਦੇ ਵਿੱਚ, ਉਹਦੀਆਂ ਉਦਾਹਰਨਾਂ ਦਿੱਤੀਆਂ ਜਾ ਰਹੀਆਂ। ਤੁਹਾਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਹੋਵੇ ਜਾਂ ਨਾ ਹੋਵੇ, ਆਮ ਤੌਰ ਦੇ ਉੱਤੇ ਮੈਂ ਕਈ ਜਗ੍ਹਾ ਸੁਣਿਆ, ਜਦੋਂ ਅਸੀਂ ਆਪਣੇ ਪਰਿਵਾਰਾਂ 'ਚ ਬੈਠਦੇ ਹਾਂ, ਆਪਣੇ ਬੱਚਿਆਂ ਦੇ ਨਾਲ ਬੈਠਦੇ ਹਾਂ,
ਆਮ ਤੌਰ ਤੇ ਇਹ ਗੱਲਾਂ ਹੁੰਦੀਆਂ ਤੁਹਾਡੇ ਬਾਰੇ ਵੀ ਕਿ ਤੁਸੀਂ ਕਿਸ ਤਰ੍ਹਾਂ ਇੱਕ ਛੋਟੇ ਜਿਹੇ ਲੈਵਲ ਤੋਂ ਉੱਠ ਕੇ ਇੱਕ ਆਮ ਪਰਿਵਾਰ ਦੇ ਵਿੱਚ ਪੈਦਾ ਹੋ ਕੇ ਕਿਸ ਤਰ੍ਹਾਂ ਆਪਣੀ ਐਜੂਕੇਸ਼ਨ ਪ੍ਰਾਪਤ ਕੀਤੀ, ਕਿਸ ਤਰ੍ਹਾਂ ਆਪਣੇ ਇਸ ਵੈਂਚਰ ਨੂੰ ਐਸਟੈਬਲਿਸ਼ ਕੀਤਾ ਔਰ ਦੁਨੀਆ ਭਰ ਦੇ ਵਿੱਚ ਆਪਣਾ ਨਾਂ ਜਿਹੜਾ ਉਹ ਤੁਸੀਂ ਪੈਦਾ ਕੀਤਾ। ਅੱਛਾ ਮਨਦੀਪ ਜੀ, ਤੁਹਾਨੂੰ ਇਸ ਕੰਮਕਾਰ ਦੇ ਲਈ ਇੰਨੀ ਵੱਡੀਆਂ ਪ੍ਰਾਪਤੀਆਂ ਕਰਨ ਦੇ ਲਈ ਮੈਂ ਸਮਝਦਾ ਤੁਹਾਨੂੰ ਬਹੁਤ ਸਾਰੇ ਅਵਾਰਡ ਵੀ ਮਿਲੇ ਆ। ਤੁਸੀਂ ਇਹਦੇ ਬਾਰੇ ਸਾਨੂੰ ਚਾਨਣਾ ਪਾਓ, ਤੁਹਾਨੂੰ ਕਿਹੜੇ ਕਿਹੜੇ ਅਵਾਰਡ ਕਿਹੜੇ ਕਿਹੜੇ ਸੰਸਥਾ ਵੱਲੋਂ ਔਰ ਕਦੋਂ ਮਿਲੇ? ਅਵਾਰਡ ਮੇਰੀ ਗਿਣਤੀ ਬਹੁਤ ਲੰਬੀ ਲਿਸਟ ਹੈ, ਪਰ ਇਹ ਕਿ ਸਾਰੇ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ। ਤੇ ਸਾਨੂੰ ਐਸੋਚੈਮ ਇੱਕ ਆਰਗੇਨਾਈਜੇਸ਼ਨ ਹੈ 2016 ਚ ਹੀ ਕਿਸੇ ਨੇ ਅੰਦਾਜ਼ਾ ਲਾ ਲਿਆ ਕਿ ਅਪਕਮਿੰਗ ਸਟਾਰਟਅਪ ਹੋਏਗਾ, ਵਧੀਆ ਵੈਂਚਰ ਹੋਏਗਾ, ਤੇ ਮੈਨੂੰ ਅੱਛਾ ਲੱਗਾ ਕਿ 2016 ਚ ਸਾਨੂੰ ਐਸੋਚੈਮ, ਮੈਂ ਅੱਜ ਤੱਕ ਮੈਨੂੰ ਅਵਾਰਡ ਬਹੁਤ ਮਿਲ ਸਕਦੇ ਸੀ। ਦੇਖੋ ਤੁਹਾਡੀ ਮੈਂ ਪੋਸਟ ਪੜ੍ਹਦੀ ਸੀ, ਸਿੱਧੀਆਂ ਗੱਲਾਂ ਕਰਦੇ, ਮੈਂ ਵੀ ਅੱਜ ਸਿੱਧੀਆਂ ਹੀ ਸੋਚੀਆਂ ਕਿ ਅਵਾਰਡ ਜਿਹੜੇ ਆ ਉਹਦੀ ਕੋਈ ਕਮੀ ਨਹੀਂ ਸੀ ਹੋਣੀ ਮੇਰੀ ਜ਼ਿੰਦਗੀ ਚ, ਪਰ ਮੈਂ ਕਦੀ ਅਵਾਰਡ ਲਈ ਨੋਮੀਨੇਟ ਨਹੀਂ ਕੀਤਾ ਆਪਣੇ ਆਪ ਨੂੰ। ਨਾ ਮੈਂ ਕਦੀ ਅੱਜ ਤੱਕ ਜ਼ਿੰਦਗੀ ਚ ਕੋਈ ਫਾਰਮ ਭਰਿਆ ਜੇ, ਨਾ ਮੈਂ ਕਿਸੇ ਅੱਜ ਤੱਕ ਅਖਬਾਰ ਨੂੰ ਕਿਹਾ ਕਿ ਮੇਰੇ ਬਾਰੇ ਲਿਖ ਦੋ, ਤੇ ਨਾ ਹੀ ਮੈਂ ਕਦੀ ਕਿਸੇ ਨੂੰ ਪੇ ਕੀਤਾ। ਸੋ ਮੈਂ ਇੱਕ PR ਏਜੰਸੀ ਹਾਇਰ ਕਰ ਸਕਦੀ ਸੀ, ਜਿੰਨੇ ਮਰਜ਼ੀ ਅਵਾਰਡ ਜਿਹੜੇ ਆ ਉਹ ਮੈਂ ਲੈ ਸਕਦੀ ਸੀ। ਮੈਂ ਨਾ ਤੇ ਮੈਨੂੰ ਹਮੇਸ਼ਾ ਜੈਨੂਇਨ ਚੀਜ਼ ਹੀ ਚਾਹੀਦੀ। ਮੇਰੀ ਯੂਨੀਵਰਸਿਟੀ LPU ਦੀ ਮੈਂ ਪਾਸ ਆਊਟ ਆ, ਮੈਂ ਫਾਊਂਡਰ ਬੈਚ ਦੀ ਸਟੂਡੈਂਟ ਹੈ LPU ਦੀ। ਸੋ LPU ਵੀ ਮੈਨੂੰ ਆਲਮੋਸਟ ਹਰ ਸਾਲ ਕਿਸੇ ਨਾ ਕਿਸੇ ਚੀਜ਼ ਦੀ ਸੋਸ਼ਲ ਐਂਟਰਪ੍ਰੀਨਿਓਰਸ਼ਿਪ ਖਾਸ ਕਰਕੇ ਮੈਨੂੰ ਰੈਕਗਨਾਈਜ਼ ਕਰਦਾ ਐਸੋਚੈਮ ਤੋਂ। ਅਦਰਵਾਈਜ਼ ਵੀ ਮੈਨੂੰ ਲੱਗਦਾ ਕਿ 500 ਤੋਂ ਉੱਪਰ ਪਿੰਡ ਜਾਂ ਸਟੇजेस ਹੋਣਗੀਆਂ ਕਿ ਜਿੱਥੇ ਮੈਨੂੰ ਹੁਣ ਤੱਕ ਰੈਕਗਨਾਈਜ਼ ਕੀਤਾ ਗਿਆ ਹੋਏਗਾ। ਇੰਨੇ ਸਕੂਲਸ ਹੋਣਗੇ ਕਿਉਂਕਿ ਮੈਂ ਸ਼ੋ ਗਿਵਿੰਗ ਕੈਂਪਿੰਗ ਕਰਦੀ ਰਹਿੰਦੀ। ਅਦਰਵਾਈਜ਼ ਮੈਂ ਕੋਈ ਗੈਸਟ ਲੈਕਚਰ ਮਿਸ ਨਹੀਂ ਕਰਦੀ, ਜਿੱਥੇ ਮੈਨੂੰ ਬੁਲਾਉਂਦੇ ਮੈਂ ਜਾਂਦੀ। ਸਾਰੇ ਮੈਨੂੰ ਕਹਿੰਦੇ ਕਿ ਤੂੰ ਇੰਨਾ ਜ਼ਿਆਦਾ ਮਤਲਬ ਕਿੱਦਾਂ ਟਰੈਵਲ ਕਰ ਲੈਂਦੀ ਆ, ਇੰਨਾ ਮਤਲਬ ਕਿਉਂ ਖੱਪਦੀ ਆ, ਕਹਿ ਸਕਦੇ ਹੋ ਨਾ। ਬਟ ਇਟ ਇਜ਼ ਮਾਈ ਪੈਸ਼ਨ ਟੂ ਸ਼ੇਅਰ ਮਾਈ ਸਟੋਰੀ। ਮੈਂ ਆਪਣੀ ਸਟੋਰੀ ਆਪਣੀ ਜ਼ੁਬਾਨੀ ਵੱਧ ਤੋਂ ਵੱਧ ਲੋਕਾਂ ਨੂੰ ਸੁਣਾਉਣਾ ਚਾਹੁੰਦੀ ਹਾਂ, ਕਿਉਂਕਿ ਮੈਨੂੰ ਇਹ ਲੱਗਦਾ ਕਿ ਜੇ ਮੈਂ ਕਰ ਸਕਦੀ ਫਿਰ ਕੋਈ ਵੀ ਕਰ ਸਕਦਾ। ਇੱਕ ਜ਼ਿਆਦਾ ਨੋਰਮਲ ਬੈਕਗ੍ਰਾਉਂਡ ਤੋਂ ਉੱਠ ਕੇ, ਠੀਕ ਹੈ, ਕੁਝ ਵੀ ਗੋਡ ਗਿਫਟ ਨਹੀਂ ਹੁੰਦਾ। ਤੁਸੀਂ ਅਕਸਰ ਮੇਰੀ ਪੜ੍ਹਦੇ ਹੋ ਮੇਰੀ ਸਟੋਰੀਜ਼ ਵੀ, ਮੈਂ ਪਹਿਲੀ ਲਾਈਨ ਇਹੀ ਲਿਖੀ ਹੁੰਦੀ ਕਿ ਇਹਨੂੰ ਕਿਸਮਤ ਨਾ ਸਮਝ ਲਿਓ, ਕਿ ਵਾਕਈ ਕਿਸੇ ਨੇ 20 ਘੰਟੇ ਲਾਏ ਹੁੰਦੇ ਜ਼ਿੰਦਗੀ ਦੇ, ਵਾਕਈ ਉਹ 4 ਰਾਤਾਂ ਨਹੀਂ ਸੁੱਤਾ ਹੁੰਦਾ ਤੇ ਉਹ ਤਾਂ ਹੀ ਇੱਥੇ ਜਿਹੜਾ ਉਹ ਪਹੁੰਚਦਾ। ਸੋ ਲੋਕਾਂ ਦਾ ਪਿਆਰ ਵੀ ਇੱਕ ਬਹੁਤ ਵੱਡਾ ਅਵਾਰਡ ਆ। ਮੈਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਮੈਂ ਕੋਈ ਆਰਟਿਸਟ ਨਹੀਂ ਆ, ਮੇਰੇ ਚ ਕੋਈ ਆਰਟ ਨਹੀਂ ਹੈਗਾ ਕਿ ਮੈਂ ਪੇਂਟ ਕਰਦੀ ਆ, ਮੈਂ ਗਾਣਾ ਗਾ ਸਕਦੀ, ਮੈਂ ਐਕਟ ਕਰ ਸਕਦੀ, ਰਾਈਟ। ਨਾਰਮਲੀ ਆਰਟਿਸਟ ਨੂੰ ਲੋਕੀ ਫੋਲੋ ਜ਼ਿਆਦਾ ਕਰਦੇ ਆ ਜਾਂ ਪੋਲੀਟੀਸ਼ੀਅਨ ਆ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਸਾਡੇ ਪੰਜਾਬੀ ਮੇਰੀ ਸਟੋਰੀ ਨੂੰ ਫੋਲੋ ਕਰਦੇ। ਉਹਨਾਂ ਨੇ ਵੇਖਿਆ ਕਿ ਇਹ ਬੱਚਾ ਨਾਰਮਲ ਤੋਂ ਉੱਠ ਕੇ ਇੱਥੋਂ ਤੱਕ ਪਹੁੰਚਿਆ, ਤੇ ਉਹ ਮੈਨੂੰ ਰੋਜ਼ ਹੱਲਾਸ਼ੇਰੀ ਦਿੰਦੇ ਨੇ। 10 ਲੱਖ ਤੋਂ ਉੱਪਰ ਲੋਕ ਮੈਨੂੰ ਫੋਲੋ ਕਰਦੇ ਸੋਸ਼ਲ ਮੀਡੀਆ ਤੇ। ਉਹ ਜਿਹੜੇ ਲੋਕ ਮੈਨੂੰ ਫੋਲੋ ਕਰ ਰਹੇ ਨੇ, ਉਹ ਮੇਰੀ ਸਟੋਰੀ ਨੂੰ ਫੋਲੋ ਕਰ ਰਹੇ ਨੇ। ਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਲੋਕਾਂ 'ਚ ਇੰਨੀ ਸਮਝ ਆ ਕਿ ਚੰਗੀ ਚੀਜ਼ ਨੂੰ ਵੀ ਇੱਕ ਆਰਟ ਦੀ ਤਰ੍ਹਾਂ ਲਿਆ ਜਾ ਸਕਦਾ ਹੈ, ਕਿ ਇਹ ਵੀ ਇੱਕ ਅੱਛਾ ਕੰਮ ਆ, ਇਹਨੂੰ ਵੀ ਐਪਰੀਸ਼ੀਏਟ ਕਰੋ। ਬਟ ਮੈਂ ਖੁਦ ਮੰਨਦੀ ਕਿ ਮੈਂ ਵਨ ਆਫ ਦ ਮੋਸਟ ਲਵਡ ਪਰਸਨ ਹੈ ਪੰਜਾਬ 'ਚ, ਕਿ ਮੇਰੇ 90% ਤੋਂ ਉੱਪਰ ਜਿਹੜਾ ਤੁਸੀਂ ਕਮੈਂਟਸ ਦੇਖੋਗੇ ਜਾਂ ਲੋਕ ਮੇਰੇ ਨਾਲ ਜੁੜੇ, ਸਾਰੇ ਮੈਨੂੰ ਪਿਆਰ ਹੀ ਕਰਦੇ ਆ। ਤੇ ਸੋ ਉਹ ਮੇਰਾ ਸਭ ਤੋਂ ਜ਼ਿਆਦਾ ਜ਼ਬਰਦਸਤ ਉਤਸ਼ਾਹ ਵਾ, ਉਹਨੂੰ ਵੇਖ ਕੇ ਮੈਂ ਜੀਨੀ ਆ, ਤੇ ਉਹਨੂੰ ਵੇਖ ਕੇ ਮੈਂ ਰੋਜ਼ ਕੰਮ ਕਰਦੀ। ਮਨਦੀਪ, ਕਦੀ ਇਹ ਤੁਹਾਡੇ ਚੰਗੇ ਕੰਮਾਂ ਨੂੰ ਦੇਖ ਕੇ ਅਚੇਤੇ ਤੌਰ ਤੇ ਤੁਹਾਡੇ ਹਸਬੈਂਡ ਨੇ ਵੀ ਫੋਨ ਕੀਤਾ ਮਨਦੀਪ ਆਹ ਕੰਮ ਤੁਸੀਂ ਹੋਰ ਬਹੁਤ ਵਧੀਆ ਕੀਤਾ, ਸ਼ਾਬਾਸ਼ ਦਿੱਤੀ ਕਦੀ ਉਹਨਾਂ ਨੇ? ਮੈਂ ਤੇ ਤੁਹਾਨੂੰ ਦੱਸਿਆ ਕਿ ਮੇਰੇ ਹਸਬੈਂਡ ਨੇ US ਰਹਿਣ ਲਈ ਚੁਣ ਲਿਆ ਹੈ। ਸੋ ਇਹ ਮੇਰੇ ਇਕੱਲੇ ਦੀ ਜਰਨੀ ਹੈਗੀ ਆ, ਅੱਗੋਂ ਤੇ ਮੇਰੇ ਬਿਲਕੁਲ ਇਕੱਲੇ ਦੀ ਜਰਨੀ ਆ। ਸੋ ਅਸੀਂ ਜਿਹੜਾ ਕਹਿ ਲਓ ਕਿ ਆਪਣਾ ਆਪਣਾ ਕੰਮ ਕਰ ਰਹੇ। ਅੱਛਾ, ਤੁਹਾਡਾ ਇੱਕ ਲੈਟਰ ਪੜ੍ਹਿਆ ਸੀ ਮੈਂ 6-7 ਸਾਲ ਪਹਿਲਾਂ ਜਾਂ 8 ਸਾਲ ਪਹਿਲਾਂ, ਆਈ ਡੋਂਟ ਨੋ, ਉਦੋਂ ਕਿ ਤੁਹਾਡੀ ਸਟਾਰਟਅਪ ਹੀ ਹੋਈ ਸੀ, ਤੇ ਬੜਾ ਇਮੋਸ਼ਨਲ ਲੈਟਰ ਸੀ। ਮੈਂ ਤੁਹਾਨੂੰ ਕੰਪਲੀਮੈਂਟ ਵੀ ਦਿੱਤਾ ਸੀ, ਔਰ ਮੈਂ ਵੀ ਬੜਾ ਤੁਹਾਡੇ ਉਹ ਲੈਟਰ ਨੂੰ ਪੜ੍ਹ ਕੇ ਬੜਾ ਭਾਵਕ ਜਿਹਾ ਹੋਇਆ ਸੀਗਾ। ਤੁਸੀਂ ਮੈਨੂੰ ਯਾਦ ਹੋਣਾ ਜਾਂ ਨਹੀਂ ਹੋਣਾ, ਆਈ ਡੋਂਟ ਨੋ। ਬਹੁਤ ਮੈਂ ਲਿਖਿਆ ਸੀ ਆਰਟੀਕਲ ਇੱਕ, ਬਟ ਮੈਂ ਦੇਖਿਆ ਕਿ ਹਰ ਕੋਈ ਤੁਹਾਡੇ ਸੁਪਨੇ 'ਚ ਜਿਹੜਾ ਵਾ ਤੁਹਾਡੇ ਨਾਲ ਨਹੀਂ ਜੁੜਦਾ, ਠੀਕ ਹੈ। ਸਾਰਾ ਖਾਸ ਕਰਕੇ ਜਿਹੜਾ ਸਾਡੇ
ਮਤਲਬ ਕਿ ਜਿਹੜਾ US ਚਲ ਜਾਂਦਾ ਹੈ, ਕੈਨੇਡਾ ਚਲ ਜਾਂਦਾ ਹੈ, ਉਹਨੂੰ ਮੋੜਨਾ ਬਹੁਤ ਔਖਾ ਹੈ। ਔਖਾ ਔਖਾ ਤਾਂ ਮੈਂ ਤੁਹਾਨੂੰ ਦੱਸਦੀ ਕਿ ਜਿਹੜਾ ਲੈਟਰ ਤੁਸੀਂ ਪੜ੍ਹਿਆ ਸੀ ਉਹ ਮੈਨੂੰ ਡਿਲੀਟ ਕਰਨਾ ਪਿਆ ਵਾ ਕਿਉਂਕਿ ਉਹ ਖਰਾ ਨਹੀਂ ਉਤਰਿਆ ਆਪਣੇ ਜਿਹੜਾ ਮੈਂ ਲੇਖ ਲਿਖਿਆ ਸੀ। ਸੋ ਇਹ ਹੈ ਕਿ ਦੇਖੋ ਸਭ ਨੂੰ ਆਪਣੀ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਉਣ ਦਾ ਜਿਹੜਾ ਹੱਕ ਹੈ, ਮੈਂ ਹੱਕ ਤੇ ਹੈ। ਕੁਝ ਕਰ ਨਹੀਂ, ਪਰ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਆ ਕਿ ਜਿਹੜਾ ਪੰਜਾਬ ਆ ਉਹ ਚਾਹ ਕੇ ਵੀ ਆਪਣੇ ਆਪ ਨੂੰ ਪ੍ਰੂਵ ਕਰਕੇ ਵੀ ਆਪਣਿਆਂ ਨੂੰ ਵਾਪਸ ਨਹੀਂ ਮੋੜ ਪਾ ਰਿਹਾ ਨਹੀਂ ਪੰਜਾਬ 'ਚ। ਪਾ ਰਿਹਾ। ਯੈਸ ਨਹੀਂ ਮੋੜ ਯੈਸ। ਹੁਣ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ, ਅਚੀਵਮੈਂਟਸ ਕਰ ਲਈਏ, ਪ੍ਰਾਈਮ ਮਿਨਿਸਟਰ ਕੋ ਚਲ ਗਏ, ਟੈਡੈਕਸ ਸਪੀਕਰ ਬਣ ਗਏ, ਜਾਨ ਲਾਤੀ ਆਪਣੀ, ਠੀਕ ਹੈ, ਪਰ ਇਹ ਕਿ ਜਿਹੜਾ ਅਮਰੀਕਾ ਤੋਂ ਤੋੜ ਕੇ ਬੰਦੇ ਨੂੰ ਪੰਜਾਬ ਲਿਆਉਣਾ, ਠੀਕ ਹੈ, ਉਹਦੇ ਚ ਅਸੀਂ ਫੇਲ ਹੋ ਚੁੱਕੇ ਹਾਂ ਤੇ ਅਸੀਂ ਲਿਆਉਣਾ ਵੀ ਨਹੀਂ ਚਾਹੁੰਦੇ। ਹੁਣ ਇਹ ਹੋ ਗਿਆ ਕਿ ਅਸੀਂ ਕੀ ਕਰ ਸਕਦੇ ਇਹਦੇ ਵਿੱਚ, ਠੀਕ ਹੈ, ਚਲੋ ਕਰ ਸਕਦੇ ਲੀਵ ਇਟ। ਹਾਂ। ਅੱਛਾ, ਮੈਂ ਤੁਹਾਨੂੰ ਇੱਕ ਦੋ ਗੱਲਾਂ ਹੋਰ ਪੁੱਛਣੀਆਂ ਚਾਹੁੰਦਾ ਸੀਗਾ। ਤੁਸੀਂ ਇੱਕ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਬਹੁਤ ਇੱਕ ਵੱਡਾ ਹਿੱਸਾ ਤੁਸੀਂ ਪਾ ਰਹੇ ਹੋ, ਤੇ ਉਹਦੇ ਵਿੱਚ ਮੈਂ ਤੁਹਾਨੂੰ ਬਹੁਤ ਵਾਰ ਦੇਖਿਆ ਆ ਸੋਸ਼ਲ ਮੀਡੀਆ ਦੇ ਉੱਤੇ, ਤੁਸੀਂ ਛੋਟੇ ਛੋਟੇ ਗਰੀਬ ਬੱਚਿਆਂ ਨੂੰ ਜੋੜੇ ਵੀ ਪਹਿਨਾਉਂਦੇ ਹੋ ਤਾਂ ਕਿ ਉਹ ਨੰਗੇ ਪੈਰੀ ਨਾ ਜਾ ਸਕਣ, ਉਹਨਾਂ ਦੇ ਨਾਲ ਪਿਆਰ ਵੀ ਕਰਦੇ ਹੋ, ਉਹਨਾਂ ਨੂੰ ਚੁੰਮਦੇ ਚੱਟਦੇ ਵੀ ਹੋ। ਇਹ ਜਿਹੜੀ ਭਾਵਨਾ ਤੁਹਾਡੇ ਦਿਮਾਗ ਵਿੱਚ ਕਿੱਥੋਂ ਆਈ ਔਰ ਕਿਸ ਤਰ੍ਹਾਂ ਆਈ? ਦੇਖੋ ਮੈਂ ਪਿੰਡ ਹੀ ਇਸ ਲਈ ਚੁਣਿਆ ਕਿ ਮੈਂ ਆ ਸਾਰੇ ਖੇਤਰ ਦੇ ਲਾਗੇ ਲਾਗੇ ਰਹਿ ਸਕਾਂ। ਜੇ ਮੈਂ ਪਿੰਡ 'ਚ ਨਹੀਂ ਹੋਵਾਂਗੀ ਤੇ ਮੈਨੂੰ ਪਿੰਡ ਦੀਆਂ ਪ੍ਰੋਬਲਮਸ ਵੀ ਨਹੀਂ ਪਤਾ ਲੱਗਣਗੀਆਂ। ਨਹੀਂ ਲੱਗਣਗੀਆਂ। ਮੇਰਾ ਇੱਕ ਕੋਰ ਕਾਰਨ ਹੈ ਕਿ ਮੈਂ ਆਪਣੇ ਪਿੰਡ ਤੋਂ 3 ਕਿਲੋਮੀਟਰ ਦੂਰ ਵੀ ਨਹੀਂ ਰਹਿਣਾ ਚਾਹੁੰਦੀ। ਹਾਂਜੀ ਹਾਲਾਂਕਿ ਮੈਂ ਆਪਣਾ ਘਰ ਬਣਾ ਕੇ ਵਧੀਆ ਕਿਸੇ ਤਰੀਕੇ ਨਾਲ ਅੰਮ੍ਰਿਤਸਰ ਵੀ ਰਹਿ ਸਕਦੀ ਹਾਂ, ਇੰਨੀਆਂ ਫੈਸਿਲਿਟੀਜ਼ ਆ, ਮੈਨੂੰ ਇੰਨੀ ਲੋੜ ਹੁੰਦੀ ਇੰਨੀਆਂ ਚੀਜ਼ਾਂ ਦੀ, ਠੀਕ ਹੈ, ਇੱਥੇ ਡਰਾਈ ਕਲੀਨ ਨਹੀਂ ਕਰਾ ਸਕਦੇ ਕੱਪੜੇ, ਬੜਾ ਕੁਝ ਜਿਹੜਾ ਹੁੰਦਾ ਪਿੰਡ ਦੀਆਂ ਤੇ ਸ਼ਹਿਰ ਦਾ ਬੜਾ ਫਰਕ। ਪਰ ਪਿੰਡ 'ਚ ਰਹਿ ਕੇ ਹੀ ਪਿੰਡ ਦੀਆਂ ਪ੍ਰੋਬਲਮਸ ਦਾ ਜਿਹੜਾ ਵਾ ਪਤਾ ਲੱਗਦਾ ਹੈ। ਇਹ ਚੀਜ਼ਾਂ ਜਿਹੜੀਆਂ ਸ਼ੁਰੂ ਤੋਂ ਹੀ, ਜੇ ਮੈਂ ਇਹਦਾ ਜ਼ਿਆਦਾ ਕ੍ਰੈਡਿਟ ਦਵਾਂ ਤੇ ਮੈਂ ਪਿੰਗਲਵਾੜੇ ਨੂੰ ਕ੍ਰੈਡਿਟ ਦਵਾਂਗੀ, ਕਿਉਂਕਿ ਅਸੀਂ ਜਿਹੜੇ ਅੰਮ੍ਰਿਤਸਰ ਦੇ ਖਾਸ ਕਰਕੇ ਬੱਚੇ ਆ ਉਹ ਪਿੰਗਲਵਾੜੇ ਨਾਲ ਸ਼ੁਰੂ ਤੋਂ ਜੁੜੇ ਆ, ਉਹਨਾਂ ਦੀਆਂ ਰੀਡਿੰਗ ਨਾਲ ਜੁੜੇ ਆ, ਉਹਨਾਂ ਦੀ ਪੜ੍ਹਾਈ ਨਾਲ ਜੁੜੇ ਆ, ਉਹਨਾਂ ਦੀਆਂ ਕਿਤਾਬਾਂ ਨਾਲ ਜੁੜੇ ਆ, ਠੀਕ ਹੈ। ਸੋ ਮੈਂ ਵੀ ਆਪਣਾ ਜਿਹੜਾ ਬਚਪਨ ਆ, ਖਾਸ ਕਰਕੇ ਆਪਣਾ ਕਾਲਜ ਟਾਈਮ ਬਹੁਤ ਜ਼ਿਆਦਾ ਪਿੰਗਲਵਾੜੇ ਨਾਲ ਜੁੜ ਕੇ ਜਿਹੜਾ ਮੈਂ ਬਿਤਾਇਆ। ਕਈ ਪੇਸ਼ੈਂਟ ਮੈਂ ਉੱਥੇ ਜਿਹੜੇ ਉਹ ਮੈਂ ਦਾਖਲ ਵੀ ਕਰਾਏ। ਤੋ ਮੈਨੂੰ ਲੱਗਦਾ ਕਿ ਮੇਰੀ ਜਿਹੜੀ ਭਾਵਨਾ ਉੱਥੋਂ ਜ਼ਿਆਦਾ ਜਿਹੜੀ ਉਹ ਜਾਗੀ ਹੈ, ਤੇ ਮੇਰੀ ਹੀ ਨਹੀਂ, ਅੰਮ੍ਰਿਤਸਰ ਦੀਆਂ ਬਹੁਤ ਸਾਰੀਆਂ ਫੈਮਲੀਜ਼ ਆ ਕਿ ਜਿਨ੍ਹਾਂ ਸ਼ੁਰੂ ਤੋਂ ਹੀ ਇਹ ਕਲਚਰ ਰਿਹਾ। ਸੋ ਸ਼ੂਜ਼ ਜਿਹੜੇ ਆ ਉਹ ਇੱਕ ਬਹੁਤ ਹੀ ਇੰਪੋਰਟੈਂਟ ਆਈਟਮ ਆ। ਪਲੱਸ ਪੈਰਾਂ ਦੀ ਕੇਅਰ ਕਰਨਾ, ਸਾਰਾ ਦਿਨ ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਹੱਥ ਧੋ, ਸਾਬਣ ਨਾਲ ਹੱਥ ਧੋ ਕੇ ਫਿਰ ਰੋਟੀ ਖਾਓ, ਹੱਥ ਧੋ, ਹੱਥ ਤੇ ਸੈਨੀਟਾਈਜ਼ਰ ਲਾਓ, ਰਾਈਟ, ਕਿਉਂਕਿ ਸਕਿਨ ਦੇ ਅੰਦਰੋਂ ਆ ਰਹੀਆਂ ਡਿਜ਼ੀਜ਼ਸ ਸਾਨੂੰ ਹੋ ਜਾਂਦੀਆਂ, ਸਾਡੇ ਅੰਦਰ ਚਲ ਜਾਂਦੇ ਕੀਟਾਣੂ ਜਾਂ ਸਾਡੇ ਮੂੰਹ ਨੂੰ ਲੱਗ ਜਾਂਦੇ, ਰਾਈਟ। ਉਸੇ ਤਰ੍ਹਾਂ ਹੀ ਪੈਰ ਜਿਹੜੇ ਆ ਉਹ ਸਾਫ਼ ਰੱਖਣੇ ਬਹੁਤ ਜ਼ਰੂਰੀ ਹੈ। ਪੈਰਾਂ ਤੋਂ ਵੀ ਬੱਚਿਆਂ ਨੂੰ ਬਹੁਤ ਬਿਮਾਰੀਆਂ ਹੁੰਦੀਆਂ। ਸਾਡੇ ਚੰਗੇ ਚੰਗੇ ਘਰਾਂ ਦੇ ਬੱਚਿਆਂ ਦੇ ਜਿਹੜੇ ਢਿੱਡ 'ਚ ਕੀੜੇ ਹੋ ਜਾਂਦੇ ਨੇ, ਠੀਕ ਹੈ, ਚੰਗੇ ਚੰਗੇ ਘਰਾਂ ਦੇ, ਤੁਸੀਂ ਸੋਚੋ ਕਿ ਉਹ ਬੱਚਿਆਂ ਦਾ ਜਿਹੜਾ ਉਹ ਕੀ ਹਾਲ ਹੁੰਦਾ ਹੋਵੇਗਾ। ਸੋ ਆਈ ਵਾਂਟ ਟੂ ਮੇਕ ਪੀਪਲ ਮੋਰ ਅਵੇਅਰ ਕਿ ਤੁਸੀਂ ਜਿਹੜਾ ਵਾ ਆਪਣੇ ਪੈਰਾਂ ਦੀ ਕੇਅਰ ਕਰੋ। ਸ਼ੂ ਇੱਕ ਕਾਸਟਲੀ ਆਈਟਮ ਹੈ, 300 ਰੁਪਏ ਦਾ ਜੇ ਸ਼ੂ ਆ, ਰਾਈਟ, ਤੇ ਇੱਕ ਘਰ 'ਚ 3 ਬੱਚੇ ਆ ਤੇ ਉਹਦੇ ਫਾਦਰ ਦੀ 3000 ਰੁਪਇਆ ਇਹਨੂੰ ਤਨਖਾਹ ਵਾ ਜਾਂ 4000 ਤਨਖਾਹ, ਤੇ 1000 ਰੁਪਏ ਦੇ ਸ਼ੂਜ਼ ਹੀ ਹੋ ਗਏ ਤੇ ਉਹਨੇ ਲੈ ਕੇ ਥੋੜੀ ਦੇਣੇ ਆ। ਹਾਂ, ਸੋ ਇਹ ਕਿ ਸ਼ੂ ਜਿਹੜਾ ਵਾ ਉਹਨਾਂ ਬੱਚੇ ਖੇਡ ਸਕਦੇ ਆ, ਕੌਨਫੀਡੈਂਸ ਪੈਦਾ ਕਰਦੇ ਬੱਚੇ ਦੇ ਵਿੱਚ, ਠੀਕ ਹੈ। ਸੋ ਮੇਰੇ ਜਿੰਨਾ ਵੀ ਅੱਜ ਤੱਕ ਸ਼ੂ ਕੈਂਪੇਨ ਹੋਏ ਨੇ, ਅਸੀਂ ਬੈਸਟ ਸ਼ੂਜ਼ ਹੀ ਦਿੰਦੇ, ਕਦੀ ਨਹੀਂ ਮੈਂ ਫਾਲਤੂ ਜਿਹੜੇ ਮਰਜ਼ੀ ਸ਼ੂਜ਼ ਦੇਤੇ, ਅੱਛੇ ਸ਼ੂਜ਼ ਹੀ ਅਸੀਂ ਦਿੰਦੇ ਆ ਕਿ ਸ਼ੂ ਨਾ ਟੁੱਟੇ, ਬੱਚੇ ਨੂੰ ਛੋਟਾ ਹੋ ਜਾਏ, ਇਹ ਮੇਰੇ ਮਾਈਂਡ 'ਚ ਹਮੇਸ਼ਾ ਹੁੰਦਾ। ਸੋ ਸ਼ੂ ਕੈਂਪੇਨ, ਸ਼ੂ ਫੀਟ ਕੇਅਰ ਅਵੇਅਰਨੈਸ ਦੇ ਲਈ ਅਸੀਂ ਕਰਦੇ ਹਾਂ ਕਿ ਬੱਚੇ ਆਪਣੇ ਪੈਰਾਂ ਨੂੰ ਸਾਫ਼ ਰੱਖਣ। ਉਸ ਤੋਂ ਇਲਾਵਾ ਅਸੀਂ ਫੂਡ ਸ਼ੇਅਰਿੰਗ ਕੈਂਪੇਨ ਕਰਦੇ ਆ। ਅਸੀਂ ਜਿਹੜਾ ਵਾ ਬੱਚਿਆਂ ਨੂੰ ਬੈਗਸ ਦਿੰਦੇ ਆ ਸਕੂਲਾਂ ਦੇ ਵਿੱਚ, ਜਿਹਨੂੰ ਵੀ ਬੈਗਸ ਦੀ ਲੋੜ ਹੁੰਦੀ ਆ, ਹਰ ਤਰ੍ਹਾਂ ਦਾ ਸੋਸ਼ਲ ਵਰਕ। ਅਸੀਂ ਆਪਣੀ ਬੱਸ ਜਿਹੜੀ ਕੰਪਨੀ ਬੱਸ ਆ ਉਹ ਫॉर ਕਲਾਸ ਭੇਜਦੇ ਆ ਸਲਮ ਏਰੀਆਜ਼ ਦੇ ਵਿੱਚ, ਉੱਥੇ ਬੱਚਿਆਂ ਨੂੰ ਕੰਪਿਊਟਰ ਐਜੂਕੇਸ਼ਨ ਦਿੰਦੇ ਆ ਜਿਹੜੇ ਬੱਚੇ ਸਲਮ ਏਰੀਆ ਤੋਂ ਸਕੂਲ ਜਾਂਦੇ ਨੇ। ਆਉਣ ਵਾਲੇ ਸਮੇਂ 'ਚ ਅਗਲੇ ਵਾਰ ਤੁਸੀਂ ਇੰਟਰਵਿਊ ਕਰੋਗੇ ਮੇਰੀ 1-2 ਸਾਲ ਬਾਅਦ, ਤੁਹਾਨੂੰ ਮੈਂ ਸਟੋਰੀਜ਼ ਉਹ ਸੁਣਾਵਾਂਗੀ ਕਿ ਸਲਮ ਦੇ ਵਿੱਚੋਂ ਕਿੱਦਾਂ ਇੰਜੀਨੀਅਰ ਬਣਾਏ ਸੀ, ਸਲਮ ਦੇ ਵਿੱਚ ਬੱਚੇ ਨੇ ਕਿੱਦਾਂ ਗ੍ਰਾਫਿਕ ਡਿਜ਼ਾਈਨਿੰਗ ਕੀਤੀ। ਸੋ ਛੋਟੀਆਂ ਛੋਟੇ ਉਪਰਾਲੇ ਜਿੰਨੇ ਵੀ ਮੇਰੇ ਕੋਲ ਹੋ ਸਕਦੇ ਆ ਉਹ ਮੈਂ ਆਪਣੇ ਸ਼ੌਂਕ ਨਾਲ ਕਰਦੀ ਹਾਂ। ਪਹਿਲਾਂ 3 ਸਾਲ ਪਹਿਲਾਂ ਮੇਰੀ ਇੱਕ NGO ਸੀ, ਉਹਨੂੰ ਮੈਂ 3 ਸਾਲ ਪਹਿਲਾਂ ਬੰਦ ਕਰਤਾ ਕਿਉਂਕਿ ਮੇਰੀ ਆਇਡੈਂਟੀਟੀ ਲੂਜ਼ ਹੋ ਰਹੀ। ਸਭ ਨੂੰ ਲੱਗਦਾ ਸੀ ਕਿ ਮੈਂ ਇੱਕ ਸੋਸ਼ਲ ਵਰਕਰ ਆ, ਬਟ ਮੈਂ ਹਮੇਸ਼ਾ ਔਰਤਾਂ ਲਈ ਸਟੈਂਡ ਲਿਆ, ਹਮੇਸ਼ਾ ਮਿਹਨਤੀ ਔਰਤਾਂ ਲਈ ਸਟੈਂਡ ਲਿਆ, ਤੇ ਉਹੀ ਮੇਰਾ ਸਟੈਂਡ ਰਿਹਾ
कि मैं 3 इयर्स पहला अपनी एनजीओ परमानेंटली क्लोज करती। उस तो बाद 3 साल हो गए मैं सारे कैंपेन सेल्फ फंडेड कैंपेन साडे, मैं कदी 1 रुपया किसी तो लिया, ਸਾਰੇ ਕੈਂਪੇਨ ਜਿਹੜੇ ਉਹ ਸਾਡੀ ਹੁਣ ਕੰਪਨੀ ਫੰਡ ਕਰਦੀ, ਅਸੀਂ ਭਾਵੇਂ ਥੋੜਾ ਕੰਮ ਕਰਦੇ ਬਟ ਖੁਦ ਕਰਦੇ ਆ, ਸਿਰਫ ਇੱਕ ਸਟੈਂਡ ਲੈਣ ਲਈ ਕਿ ਇੱਕ ਔਰਤ ਜਿਹੜੀ ਉਹ ਹਮੇਸ਼ਾ ਡਿਪੈਂਡ ਨਹੀਂ ਆ ਡੋਨੇਸ਼ਨਸ ਤੇ, ਕੋਈ ਆ ਕੇ ਉਹਦੀ ਹੈਲਪ ਕਰੇ। ਹਾਲਾਂਕਿ ਆਪਾਂ ਇਕੱਠੇ ਮਿਲ ਕੇ ਬਹੁਤ ਅੱਛਾ ਕੰਮ ਕਰ ਸਕਦੇ ਆ, ਪਰ ਦੁਨੀਆ ਜਿਹੜੀ ਉਹ ਜੀਣ ਨਹੀਂ ਦਿੰਦੀ ਤੁਹਾਨੂੰ। ਐਟ ਲਾਸਟ ਤੁਸੀਂ ਮੈਂਟਲ ਪੀਸ ਲਈ ਕੰਮ ਕਰ ਰਹੇ ਹੋ, ਜੇ ਤੁਸੀਂ ਆਪਣਾ ਸਕੂਨ ਹੀ ਖੋ ਲਿਆ ਤੇ ਫਿਰ ਕੰਮ ਕਰਨ ਦਾ ਕੋਈ ਜਿਹੜਾ ਉਹ ਫਾਇਦਾ ਨਹੀਂ ਹੈ। ਸੋ ਮੇਰਾ ਜਿਹੜੀ ਫਰਸਟ ਪ੍ਰੈਫਰੈਂਸ ਆ ਉਹ ਆਪਣਾ ਧਿਆਨ ਰੱਖਣ ਚ, ਆਪਣੇ ਮੈਂਟਲ ਪੀਸ ਵੱਲ ਪਹਿਲਾਂ ਮੇਰੀ ਹੁੰਦੀ ਹੈ, ਇਸ ਕਰਕੇ ਮੈਂ ਥੋੜਾ ਕੰਮ ਕਰਦੀ ਹਾਂ, ਬਟ ਕਰਦੀ ਉਹੀ ਹੈ ਕਿ ਜਿਹਦੇ ਨਾਲ ਮੈਨੂੰ ਸਕੂਨ ਮਿਲੇ ਤਾਂ ਕਿ ਮੈਂ ਅੱਛੀ ਰੈਸਟ ਕਰਕੇ ਹੋਰ ਵਧੀਆ ਕੰਮ ਕਰ ਸਕਾਂ। ਠੀਕ ਹੈ ਜੀ, ਬਹੁਤ ਤੁਸੀਂ ਜਿੱਥੇ ਵਧੀਆ ਤਰੀਕੇ ਨਾਲ ਆਪਣੇ ਆਪ ਨੂੰ ਵੀ ਹੈਂਡਲ ਕੀਤਾ, ਆਪਣੇ ਪੇਰੈਂਟਸ ਨੂੰ ਵੀ ਸੁੱਖ ਦਿੱਤਾ, ਉਹਨਾਂ ਦੀ ਜਿਹੜੀ ਇੱਕ ਉਹਨਾਂ ਦੀ ਜਿਹੜੀ ਮਨ ਦੀ ਸ਼ਾਂਤੀ ਆ ਉਹਨਾਂ ਨੂੰ ਵੀ ਬਹਾਲ ਰੱਖਿਆ। ਪੇਰੈਂਟਸ ਨੂੰ ਜਿਹੜੀ ਬੱਚਿਆਂ ਵੱਲੋਂ ਇੱਕ ਸੁੱਖ ਮਿਲਣਾ ਨਾ, ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਕਿ ਪੇਰੈਂਟਸ ਜਿਹੜੇ ਆਪਣੇ ਬੱਚਿਆਂ ਵੱਲੋਂ ਬਹੁਤ ਸੁਖੀ ਆ ਕਿ ਸਾਡੇ ਬੱਚੇ ਜੋ ਵੀ ਕਰ ਰਹੇ ਆ ਉਹ ਆਪਣੇ ਲੋਕਾਂ ਵਿੱਚ, ਆਪਣੀ ਬਰਾਦਰੀ ਦੇ ਵਿੱਚ, ਆਪਣੇ ਸਟੇਟ ਦੇ ਲੋਕਾਂ ਵਿੱਚ ਬਹੁਤ ਜਿਹੜਾ ਉੱਚਾ ਨਾਂ ਜਿਹੜਾ ਉਹ ਪੈਦਾ ਕਰ ਰਿਹਾ। ਇੱਕ ਮਨਦੀਪ, ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ। ਹਾਲ ਹੀ ਦੇ ਵਿੱਚ ਤੁਸੀਂ ਸੁਣਿਆ ਹੋਣਾ, ਇੱਕ ਕੁੜੀ ਜਿਹੜੀ ਆ ਇੱਥੇ ਨਿਊਯਾਰਕ ਦੇ ਵਿੱਚ ਆਤਮ ਹੱਤਿਆ ਕਰਕੇ ਉਹ ਮਰ ਗਈ ਵਿਚਾਰੀ। ਉਹਦਾ ਕਲੇਸ਼ ਸੀਗਾ ਆਪਣੇ ਹਸਬੈਂਡ ਦੇ ਨਾਲ ਕਿ ਉਹਨੇ ਮੁੰਡਾ ਕਿਉਂ ਨਹੀਂ ਪੈਦਾ ਕੀਤਾ, 2 ਕੁੜੀਆਂ ਕਿਉਂ ਹੋਈਆਂ। ਇਹਦੇ ਬਾਰੇ ਮੈਂ ਤੁਹਾਡਾ ਕਮੈਂਟਸ ਜ਼ਰੂਰ ਜਾਣਨਾ ਚਾਹੂੰਗਾ ਡਿਟੇਲ ਦੇ ਵਿੱਚ ਥੋੜਾ। ਉਹੀ ਨਾ ਅਸੀਂ ਕਹਿੰਦੇ ਕਿ ਔਰਤਾਂ ਬੜੀਆਂ ਅੱਗੇ ਲੰਘ ਗਈਆਂ, ਪਰ ਇਹੋ ਜੀ ਕੋਈ ਗੱਲ ਨਹੀਂ ਆ। ਮੈਂ ਥੋੜੇ ਦਿਨ ਪਹਿਲਾਂ ਵੀ ਲਿਖਿਆ ਕਿ ਹਜੇ ਇਹੋ ਜੀ ਕੋਈ ਗੱਲ ਨਹੀਂ ਆ ਕਿ ਔਰਤਾਂ ਬੜੀਆਂ ਮਜ਼ਬੂਤ ਹੋ ਗਈਆਂ ਨੇ। ਜਿਹੜੀਆਂ ਹੋ ਵੀ ਗਈਆਂ ਨੇ ਉਹਨਾਂ ਤੋਂ ਵੀ ਘਰ ਦੇ ਬੜੇ ਦੁਖੀ ਆ ਕਿ ਇਹ ਕਿਉਂ ਹੋ ਗਈਆਂ ਨੇ, ਰਾਈਟ। ਸੋ ਔਰਤਾਂ ਨੂੰ ਮੇਰਾ ਇਹੀ ਮੈਸੇਜ ਆ ਕਿ ਮੈਨੂੰ ਵੀ ਪਹਿਲਾਂ ਇਹੀ ਲੱਗਦਾ ਸੀ ਕਿ ਸਾਨੂੰ ਇੱਕ ਅੱਛਾ ਪਰਿਵਾਰ ਨੂੰ ਜੋੜ ਕੇ ਰੱਖਣ ਵਾਲਾ ਇਨਸਾਨ ਬਣਨ ਦੀ ਲੋੜ ਹੈ, ਕਿਉਂਕਿ ਇਹੀ ਔਰਤ ਦਾ ਜਿਹੜਾ ਕੰਮ ਆ, ਰਾਈਟ। ਇਹ ਮੇਨ ਕੰਮ ਹੈ ਉਹਦਾ ਕਿ ਹਾਂ ਉਹਦੇ ਮੰਮੀ ਪਾਪਾ ਨਾਲ, ਸੱਸ ਸਹੁਰੇ ਨਾਲ, ਹਸਬੈਂਡ ਨਾਲ, ਬੱਚਿਆਂ ਨਾਲ, ਮਾਮਾ ਚਾਚੇ ਤਾਈਆਂ ਸਭ ਨੂੰ ਜੋੜ ਕੇ ਨੇ ਰੱਖਿਆ ਕਿ ਨਹੀਂ। ਬਟ ਮੈਂ ਇਹ ਵੀ ਅਹਿਸਾਸ ਕੀਤਾ ਹੈ ਵਕਤ ਦੇ ਨਾਲ ਕਿ ਔਰਤ ਖੁਦ ਵੀ ਇੱਕ ਇਨਸਾਨ ਆ, ਖੁਦ ਵੀ ਇੱਕ ਉਹ ਇਨਸਾਨ ਆ। ਸੋ ਇਸ ਕਰਕੇ ਤਾਂ ਕਿ ਜਿਹੜੇ ਤੁਹਾਨੂੰ ਪਿਆਰ ਕਰਦੇ ਆ ਉਹਨਾਂ ਦੀ ਬੈਟਰ ਕੇਅਰ ਕਰਨ ਲਈ ਤੁਹਾਨੂੰ ਉਹਨਾਂ ਤੋਂ ਪਾਸਾ ਥੋੜਾ ਵੱਟਣਾ ਪਏਗਾ ਜਿਹੜੇ ਤੁਹਾਨੂੰ ਇੰਨਾ ਪਰੇਸ਼ਾਨ ਕਰਦੇ ਨੇ। ਉਹ ਭਾਵੇਂ ਹਸਬੈਂਡ ਹੋਵੇ, ਭਾਵੇਂ ਮੰਮੀ ਪਾਪਾ, ਭਾਵੇਂ ਬ੍ਰਦਰ, ਭਾਵੇਂ ਦੋਸਤ, ਭਾਵੇਂ ਕੋਈ ਵੀ ਹੋਵੇ। ਜ਼ਿੰਦਗੀ ਦੇ ਵਿੱਚ ਤੁਹਾਨੂੰ ਜਿਹੜੀ ਚੋਇਸ ਆ ਉਹ ਕਰਨੀ ਪਏਗੀ। ਔਰਤ ਜਿਹੜੀ ਆ ਉਹ ਹਮੇਸ਼ਾ ਇਹ ਕੋਸ਼ਿਸ਼ ਕਰਦੀ ਕਿ ਮੈਂ ਸਭ ਨੂੰ ਖੁਸ਼ ਰੱਖਾਂ। ਸੋ ਤੁਹਾਨੂੰ ਇਹ ਮੰਨਣਾ ਪਏਗਾ ਕਿ ਅਸੀਂ ਜ਼ਿੰਦਗੀ 'ਚ ਸਭ ਨੂੰ ਨਹੀਂ ਖੁਸ਼ ਰੱਖ ਸਕਦੇ, ਪਰ ਜਿਹੜੇ ਸਾਨੂੰ ਖੁਸ਼ ਰੱਖਦੇ ਆ ਉਹਨਾਂ ਨੂੰ ਖੁਸ਼ ਰੱਖਣ ਲਈ ਸਾਨੂੰ ਕੁਝ ਲੋਕ ਜਿਹੜੇ ਉਹ ਸਾਈਡ ਤੇ ਕਰਨੇ ਪੈਣਗੇ। ਤੁਸੀਂ ਸਾਰਿਆਂ ਦੀ ਜ਼ਿੰਮੇਵਾਰੀ ਜਿਹੜੀ ਨਹੀਂ ਲੈ ਸਕਦੇ, ਇੰਨੇ ਨਾਈਸ ਬਣਨਾ ਜਿਹੜਾ ਤੁਹਾਨੂੰ ਜਿਹੜਾ ਛੱਡਣਾ ਪਏਗਾ, ਕਿਉਂਕਿ ਇਹ ਔਰਤ ਲਈ ਨਹੀਂ ਮਰਦ ਲਈ ਵੀ ਆ ਕਿ ਜਿਹੜੀ ਬਾਡੀ, ਜਿਹੜੀ ਸੋਲ ਰੱਬ ਨੇ ਤੁਹਾਨੂੰ ਬਖਸ਼ੀ ਆ, ਜੇ ਤੁਸੀਂ ਉਹਨੂੰ ਉਹਦਾ ਨਿਰਾਦਰ ਕਰਦੇ ਹੋ ਰੋ ਰੋ ਕੇ, ਉਹਨੂੰ ਦੁਖੀ ਕਰਕੇ, ਉਹਨੂੰ ਮਾਰ ਕੇ, ਤੁਸੀਂ ਸਮਝੋ ਕਿ ਮੈਂ ਕਿਸੇ ਨੂੰ ਸਮਝੋ ਕੋਈ ਸੁਸਾਈਡ ਕਰ ਲੈਂਦਾ ਵਾ, ਠੀਕ ਹੈ, ਉਹਨੇ ਜਿਹੜੀ ਰੱਬ ਨੇ ਉਹਨੂੰ ਜ਼ਿੰਦਗੀ ਬਖਸ਼ੀ ਆ, ਠੀਕ ਹੈ, ਉਹਦੇ ਕੋਲੋਂ ਅਨਇੰਟੈਂਸ਼ਨਲੀ ਉਹਦਾ ਨਿਰਾਦਰ ਹੋ ਗਿਆ ਕਿਉਂਕਿ ਉਹਨੇ ਜ਼ਿੰਦਗੀ ਨੂੰ ਉਹਨੂੰ ਸਮਝਾਉਣ ਵਾਲਾ ਕੋਈ ਨਹੀਂ ਮਿਲਿਆ, ਉਹਨੂੰ ਐਸਾ ਦੋਸਤ ਨਹੀਂ ਮਿਲਿਆ। ਸੋ ਕਹਿੰਦੇ ਨਾ ਕਿ ਤੁਸੀਂ ਗੱਲ ਕਰ ਲਓ ਕਿਸੇ ਨਾਲ, ਉਹ ਵੀ ਠੀਕ ਹੈ, ਤੁਸੀਂ ਗੱਲ ਕਰ ਲਓ ਕਿਸੇ ਨਾਲ, ਪਰ ਖੁਦ ਵੀ ਤੁਸੀਂ ਸਟਰੋਂਗ ਬਣੋ। ਤੁਹਾਡੇ ਕੋਲ ਦੇਖੋ ਘੱਟ ਚ ਗੁਜ਼ਾਰਾ ਕਰ ਲਓ, ਠੀਕ ਹੈ ਨਾ। ਸੋਚਦੇ ਆਪਾਂ ਪੈਸਿਆਂ ਕਰਕੇ ਬੱਝੇ ਹੁੰਨੇ ਕਿਸੇ ਨਾਲ, ਜਾਂ ਸਾਨੂੰ ਲੱਗਦਾ ਕਿ ਸਾਨੂੰ ਕੋਈ ਹੈਲਪ ਹੋ ਜਾਏਗੀ ਜਾਂ ਲੋਕ ਕੀ ਕਹਿਣਗੇ। ਦੇਖੋ ਜ਼ਿੰਦਗੀ ਤੋਂ ਉੱਪਰ ਕੁਝ ਨਹੀਂ ਆ। ਬਰਦਾਸ਼ਤ ਤੋਂ ਜਦੋਂ ਚੀਜ਼ਾਂ ਬਾਹਰ ਹੋ ਜਾਣ ਤੇ ਖੁਦ ਲਈ ਸਟੈਂਡ ਲੈਣਾ ਬਹੁਤ ਜ਼ਰੂਰੀ ਆ। ਤੇ ਅਖੀਰ 'ਚ ਮੈਂ ਐਡ ਕਰਨਾ ਚਾਹਾਂਗੀ ਕਿ ਜਿਹੜੇ ਪੇਰੈਂਟਸ ਨੇ ਉਹਨਾਂ ਧੀਆਂ ਨੂੰ ਜੰਮਿਆ ਹੁੰਦਾ ਵਾ, ਉਹ ਉਹਨਾਂ ਦਾ ਸਾਥ ਦੇਣ। ਸਭ ਤੋਂ ਜ਼ਿਆਦਾ ਜਿਹੜੀਆਂ ਧੀਆਂ ਦੁਖੀ ਆ ਉਹ ਦੁਖੀ ਆ ਜਿਨ੍ਹਾਂ ਦੇ ਖੁਦ ਦੇ ਘਰ ਦੇ, ਖੁਦ ਦਾ ਭਰਾ ਭੈਣ ਵੀ ਸਾਥ ਨਹੀਂ ਦਿੰਦੇ। ਉਸ ਤੋਂ ਬਾਅਦ ਉਹਦਾ ਅੰਤ ਹੋ ਜਾਂਦਾ, ਉਸ ਤੋਂ ਬਾਅਦ ਉਹ ਕੁਝ ਨਹੀਂ ਕਰ ਸਕਦੀ। ਸੋ ਇਸ ਕਰਕੇ ਜਿਨ੍ਹਾਂ ਨੇ ਆਪਣੀਆਂ ਧੀਆਂ ਨੂੰ ਜੰਮਿਆ ਉਹ ਪਲੀਜ਼ ਉਹਨਾਂ ਨੂੰ ਹਮੇਸ਼ਾ ਸਮਝਣ। ਤੇ ਜ਼ਿੰਦਗੀ 'ਚ ਬੜੇ ਉਤਾਰ ਚੜਾਅ ਆਉਂਦੇ ਆ ਕਈ ਵਾਰੀ। ਇਹਨਾਂ ਸਾਡੇ ਧਰਮ 'ਚ ਭਾਵੇਂ
ਸੈਪਰੇਸ਼ਨ ਵਰਗੀਆਂ ਚੀਜ਼ਾਂ ਨਹੀਂ ਆ, ਪਰ ਹੁਣ ਕਈ ਵਾਰੀ ਸਾਡੀ ਡਾਟਰ ਜਾਂ ਸਾਡਾ ਮੁੰਡਾ ਬਹੁਤ ਅੱਛਾ ਹੋਏਗਾ, ਮੁੰਡੇ ਕਈ ਇੰਨੇ ਨਾਈਸ ਆ, ਹੁਣ ਅਗਲਾ ਹੀ ਨਹੀਂ ਉਨਾ ਅੱਛਾ ਹੋਏਗਾ ਤੇ ਫਿਰ ਤੁਸੀਂ ਕੀ ਕਰ ਲੋਗੇ? ਸੋ ਤੁਸੀਂ ਦੋਵਾਂ ਦਾ ਕਸੂਰ ਕੱਢਣਾ ਬੰਦ ਕਰੋ। ਜਨਰਲੀ ਕਸੂਰ ਇੱਕ ਦਾ ਹੀ ਹੁੰਦਾ ਹੈ, ਪਰ ਸਾਡਾ ਮਾਈਂਡ ਕੰਡੀਸ਼ਨ ਏਦਾਂ ਹੋਇਆ ਕਿ ਨਹੀਂ ਜੀ ਦੋਨਾਂ ਦਾ ਕਸੂਰ ਹੁੰਦਾ ਹੈ, ਪਰ ਕਸੂਰ ਜਿਹੜਾ ਜੇ ਦੇਖਿਆ ਜਾਏ ਉਹ ਇੱਕ ਦਾ ਜ਼ਿਆਦਾ ਹੁੰਦਾ, ਦੂਸਰੇ ਦੋਵਾਂ ਦਾ ਨਹੀਂ ਕਸੂਰ ਹੁੰਦਾ, ਠੀਕ ਹੈ? ਸੋ ਪਰ ਇਹ ਕਿ ਸੈਲਫ ਰਿਸਪੈਕਟ ਬਹੁਤ ਜ਼ਰੂਰੀ ਆ। ਜਦੋਂ ਅਸੀਂ ਹਾਂਜੀ ਆਪਣੀ ਸੈਲਫ ਰਿਸਪੈਕਟ ਮਾਰ ਕੇ ਜਿੰਨੇ ਤੇ ਉਦੋਂ ਵੀ ਮਰੇ ਹੀ ਹੁੰਦੇ ਆ, ਭਾਵੇਂ ਸਾਡੀ ਬਣ ਰਹੀ ਆਪਸ ਦੇ ਵਿੱਚ ਕੁਝ ਵੀ ਆ। ਸੋ ਇਹ ਸਾਰਾ ਇਹਨੂੰ ਰੱਬ ਨੇ ਬਣਾਈਆਂ ਚੀਜ਼ਾਂ ਨੇ, ਤੁਸੀਂ ਰੱਬ ਤੇ ਵਿਸ਼ਵਾਸ ਕਰੋ, ਪਲੱਸ ਪਰ ਆਪਣੀ ਜਿਹੜੀ ਡਿਗਨਿਟੀ ਆ, ਸੈਲਫ ਰਿਸਪੈਕਟ ਆ, ਇਹਨੂੰ ਤੁਸੀਂ ਲੂਜ਼ ਨਾ ਕਰੋ ਤੇ ਗੱਲ ਨੂੰ ਇੰਨਾ ਵਧਾਓ ਹੀ ਨਾ। ਪਹਿਲਾਂ ਤੁਸੀਂ ਜਿਹੜੀ ਗੱਲ ਕਰ ਲਓ, ਪਰ ਜ਼ਿੰਦਗੀ ਤੋਂ ਉੱਪਰ ਕੁਝ ਨਹੀਂ ਹੈ। ਪਲੀਜ਼ ਮੈਂ ਤਾਂ ਕਹਿੰਦੀ ਮੇਰੇ ਨਾਲ ਗੱਲ ਕਰ ਲਓ ਜਾਂ ਕਿਸੇ ਨਾਲ ਤੁਸੀਂ ਜਿਹੜੀ ਗੱਲ ਕਰ ਲਓ, ਇਹੋ ਜਿਹੇ ਸਟੈਪਸ ਜਿਹੜੇ ਨਾ ਲਓ, ਬਿਕੋਜ਼ ਤੁਸੀਂ ਆਪਣੇ ਆਪ ਨੂੰ ਦੁਖੀ ਨਹੀਂ ਕਰਦੇ। ਸਾਡਾ ਵੀ ਅਣਜਾਣ ਘਰਾਂ 'ਚ ਬੈਠੇ ਰੋਣ ਨਿਕਲ ਜਾਂਦਾ ਜਦੋਂ ਅਸੀਂ ਇਹੋ ਜਿਹੀਆਂ ਚੀਜ਼ਾਂ ਦੇਖਦੇ ਕਿ ਸਮਾਜ ਤੇ ਜਿਹੜਾ ਪ੍ਰਭਾਵ ਹੈ ਨਾ ਉਹ ਬੜਾ ਗਲਤ ਹੈ। ਹਰ ਕੋਈ ਜੀ, ਘਰਾਂ 'ਚ ਡਰਨ ਲੱਗ ਜਾਂਦਾ। ਅੱਜ ਮੈਨੂੰ ਕਿਸੇ ਕੁੜੀ ਦਾ ਫੋਨ ਆਇਆ, ਅਸੀਂ ਅੱਧਾ ਪੌਣਾ ਘੰਟਾ ਦੋਵੇਂ ਜਣੇ ਗੱਲਾਂ ਕਰਦੇ ਰਹੇ। ਮੈਨੂੰ ਪਤਾ ਸੀ ਉਹਦੀਆਂ 3 ਬੱਚੀਆਂ ਹੈਗੀਆਂ ਤੇ ਮੈਂ ਉਹਨੂੰ ਕੁਐਸਚਨ ਪੁੱਟ ਅਪ ਕਰ ਬੈਠਾ। ਮੈਂ ਕਿਹਾ ਤੁਹਾਨੂੰ ਕਦੀ ਏਦਾਂ ਦਾ ਮਹਿਸੂਸ ਨਹੀਂ ਹੋਇਆ ਵੀ ਜਾਂ ਤੁਹਾਡੇ ਇਨਲਾਸ ਨੇ ਕਦੀ ਕੋਈ ਕਿਹਾ ਹੋਵੇ ਵੀ ਤੁਹਾਡੇ ਮੁੰਡਾ ਹੈ ਨਹੀਂ? ਉਹ ਕਹਿਣ ਲੱਗੀ ਵੀ ਮੇਰੇ ਇਨਲਾਸ ਨੇ ਤਾਂ ਕਦੀ ਨਹੀਂ ਕਿਹਾ, ਨਾ ਮੇਰੇ ਕਦੀ ਹਸਬੈਂਡ ਨੇ ਕਿਹਾ, ਲੇਕਿਨ ਲੋਕ ਮੈਨੂੰ ਜਿਉਣ ਨਹੀਂ ਦਿੰਦੇ। ਮੈਂ ਕਿਹਾ ਤੂੰ ਲੋਕਾਂ ਨੂੰ ਕੀ ਕਰਨਾ? ਤੂੰ ਆਪਣੇ ਥਾਂ ਜਦ ਤੂੰ ਹੈਪੀ ਆ, ਤੇਰੀ ਲਾਈਫ ਹੈਪੀ ਆ, ਤੇਰਾ ਹਸਬੈਂਡ ਹੈਪੀ ਆ, ਤੇਰੇ ਇਨਲਾਸ ਹੈਪੀ ਆ, ਤੇਰੇ ਪੇਰੈਂਟਸ ਹੈਪੀ ਆ, ਤੂੰ ਲੋਕਾਂ ਕੋਲ ਕੀ ਕਰਨਾ ਹੈਗਾ? ਤੂੰ ਆਪਣੀ ਲਾਈਫ ਇੰਜੋਏਗਾ। ਤੂੰ ਫॉरगेट ਜਿੰਨੇ ਤੈਨੂੰ ਕਹਿੰਦੇ ਆ ਨਾ ਉਹਨੂੰ ਕੋਈ ਬੇਵਕੂਫ ਹੈ ਸਾਡੀ। ਜੇ ਮੈਂ ਮੁੰਡਾ ਬਣਾਓ, ਤੁਸੀਂ ਮੁੰਡਾ ਬਣਾਓ। ਨਹੀਂ ਮੈਂ ਉਹਨਾਂ ਨੂੰ ਇੱਕੋ ਇੱਕ ਹੱਲ ਦੱਸਿਆ ਇਹਦਾ। ਮੈਂ ਕਿਹਾ ਵੀ ਉਹਨਾਂ ਨੂੰ ਪੁੱਛੀ ਜਿਹੜੀਆਂ ਤੈਨੂੰ ਔਰਤਾਂ ਕਹਿੰਦੀਆਂ ਵੀ ਮੈਨੂੰ ਤੇ ਚੱਜ ਹੈ ਨਹੀਂ ਮੁੰਡਾ ਪੈਦਾ ਕਰਨ ਦਾ, ਤੁਸੀਂ ਚੱਜ ਦੱਸ ਦਿਓ ਕਿਹੜਾ ਤਰੀਕਾ ਹੈਗਾ ਵੀ ਉਹ ਮੈਂ ਅਪਣਾ ਲੈਂਦੀ ਹਾਂ। ਮੇਰੇ ਕਹਿਣ ਦਾ ਮਤਲਬ ਵੀ ਅਸੀਂ ਕਿਉਂ ਇਸ ਪਾਸੇ ਨੂੰ ਤੁਰ ਪਏ ਹਾਂ ਵੀ ਅਸੀਂ ਮੁੰਡਾ ਹੀ ਚਾਹੀਦਾ ਜਾਂ ਕੁੜੀ ਕਿਉਂ ਹੋ ਗਈ? ਇਹ ਕਿਹਦੇ ਹੱਥ ਵੱਸ ਹੈ? ਕਿਸੇ ਦੇ ਹੱਥ ਵੱਸ ਨਹੀਂ ਹੈ। ਇਹ ਸਭ ਕੁਦਰਤ ਦੇ ਹੱਥ ਵੱਸ ਹੈਗਾ ਇਹ, ਤੇ ਇਹਨੂੰ ਅਸੀਂ ਕੁਛ ਵੀ ਨਹੀਂ ਕਰ ਸਕਦੇ। ਮੈਂ ਇੱਕ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਮੈਂ ਆਪ ਦੇਵਾਂ। ਸਾਡੇ ਪਿੰਡ ਨਾ ਇੱਕ ਪ੍ਰਿੰਸੀਪਲ ਸੀ IT ਕਾਲਜ ਦਾ, ਤੇ ਉਹ ਜਦ ਰਿਟਾਇਰਡ ਹੋ ਗਿਆ, 7 ਕੁੜੀਆਂ ਸੀ ਉਹਦੀਆਂ, ਤੇ ਉਹਦਾ ਮੁੰਡਾ ਕੋਈ ਨਹੀਂ ਸੀ। ਕੁਦਰਤੀ ਗੱਲ ਹੈ, ਭਲੇ ਮਾਨਸ ਪਰਿਵਾਰ ਸੀਗਾ। ਤੇ ਉਹ ਰੋਜ਼ ਗੁਰਦੁਆਰੇ ਆਣ ਕੇ ਨਾ ਬਰਤਨ ਸਾਫ਼ ਕਰਿਆ ਕਰਦਾ ਸੀ, ਸੇਵਾ ਕਰਦਾ ਸੀ, ਝਾੜੂ ਦੀ, ਜੋੜਿਆਂ ਦੀ, ਹਰ ਇੱਕ ਬੰਦੇ ਦੀ ਅੰਡਰਸਟੈਂਡਿੰਗ ਸੀ ਵੀ ਇਹਨੂੰ ਇੱਕ ਮੁੰਡੇ ਦੀ ਲੋੜ ਆ। ਹਰ ਇੱਕ ਬੰਦਾ ਅਸੀਸ ਦਿੰਦਾ ਸੀ ਉਹਨੂੰ। ਮੈਂ ਤਾਂ ਖੈਰ ਛੋਟਾ ਸੀ ਭਾਵੇਂ, ਪਰ ਫੀਲਿੰਗ ਸੀਗੀ ਵੀ ਇਹ ਬੰਦੇ ਨੂੰ ਦੇ ਘਰ ਮੁੰਡਾ ਹੋਣਾ ਚਾਹੀਦਾ। ਮੁੱਖ ਦੀ ਗੱਲ ਜੀ ਉਹ ਮੁੰਡਾ ਹੋ ਗਿਆ, ਮੁੰਡਾ ਜਵਾਨ ਹੋ ਗਿਆ। ਇੱਕ ਦਿਨ ਮੈਨੂੰ ਉਹ ਬੱਸ ਸਟੈਂਡ ਤੇ ਕਿਤੇ ਟੱਕਰ ਪਏ, ਉਹਨਾਂ ਨੇ ਚੜ੍ਹਨਾ ਸੀ ਜਾਂ ਮੈਂ ਉਤਰਨਾ ਸੀ, ਏਦਾਂ ਸਾਡਾ ਕੋਈ ਮੇਲ ਹੋ ਗਿਆ 1-2 ਮਿੰਟ ਲਈ। ਮੈਂ ਕਿਹਾ ਜੀ ਤੁਸੀਂ ਦੱਸੋ ਕਾਕੇ ਦਾ ਕੀ ਹਾਲ ਹੈ? ਉਹ ਕਹਿੰਦਾ ਜੀ ਜੇ ਤੁਸੀਂ ਸਹੀ ਪੁੱਛਣਾ ਨਾ, ਇਦੋਂ ਤਾਂ ਸਾਲਾ ਕਹਿੰਦੇ ਜੰਮਦਾ ਹੀ ਨਾ। ਕਹਿੰਦਾ ਵੀ ਇਹ ਸਾਰੀ ਦਿਹਾੜੀ ਸ਼ਰਾਬੀ ਹੋਇਆ ਰਹਿੰਦਾ, ਘਰੋਂ ਆਪਣਾ ਟਰੈਕਟਰ ਚੁੱਕਦਾ, ਲੋਕਾਂ ਦੇ ਖੇਤ ਹੀ ਵਾਹੁੰਦਾ ਰਹਿੰਦਾ ਸਾਰੀ ਦਿਹਾੜੀ। ਮੇਰੇ ਇਹ ਦੱਸਣ ਦਾ ਸਿਰਫ ਇੰਨੀ ਕੁ ਮਰਾਦ ਆ ਵੀ ਕੁਦਰਤ ਨਹੀਂ ਸੀ ਚਾਹੁੰਦੀ ਉਹਨੂੰ ਮੁੰਡਾ ਦੇਣਾ, ਲੇਕਿਨ ਉਹਨੇ ਸੇਵਾ ਹੀ ਇੰਨੀ ਕੁ ਕਰ ਲਈ ਕਿ ਕੁਦਰਤ ਨੂੰ ਪ੍ਰਵਾਨ ਕਰਨਾ ਪਿਆ। ਤੇ ਜੇਕਰ ਕਿਸੇ ਦੇ ਘਰ ਕੋਈ ਬੱਚਾ ਪੈਦਾ ਹੋਣਾ ਜਾਂ ਨਹੀਂ ਹੋਣਾ, ਇਹ ਸਭ ਉਸ ਕੁਦਰਤ ਦੇ ਹੱਥ ਵੱਸ ਹੈ। ਉਸ ਕੁਦਰਤ ਦੇ ਨਿਯਮਾਂ ਨੂੰ ਤੋੜਨ ਮਰੋੜਨ ਦੇ ਲਈ ਬਹੁਤ ਜ਼ਿਆਦਾ ਅਰਦਾਸ ਵੀ ਨਾ ਕਰੋ ਕਿ ਕੁਦਰਤ ਨੂੰ ਤੁਹਾਡੀ ਅਰਦਾਸ ਸੁਣ ਕੇ ਫਿਰ ਤੁਹਾਨੂੰ ਮੁੰਡਾ ਜਿਹੜਾ ਉਹ ਦੇਣਾ ਪਵੇ ਤੇ ਮੁੜ ਕੇ ਉਹ ਤੁਹਾਡਾ ਵੀ ਬਾਪ ਹੋ ਕੇ ਤੁਹਾਨੂੰ ਟੱਕਰੇ। ਸੋ ਇਹ ਜਿਹੜੀਆਂ ਗੱਲਾਂ ਸਾਡੇ ਸਮਾਜ ਦੇ ਵਿੱਚ ਫੈਲ ਰਹੀਆਂ ਨਾ, ਇਹ ਜਿਹੜਾ ਤਾਣਾ ਬਾਣਾ ਇੰਨਾ ਕੁ ਉਲਝ ਗਿਆ। ਹੁਣ ਤਾਂ ਮੈਂ ਸਮਝਦਾ ਜਿੰਨੇ ਕੁ ਕੁੜੀਆਂ ਨੂੰ ਮੈਂ ਸੁਣਦਾ ਜਾਂ ਜਿਨ੍ਹਾਂ ਨੂੰ ਮੈਂ ਜਾਣਦਾ, ਉਹ ਘਰ ਦੀ ਇਹ ਬਿਮਾਰੀ ਜਿਹੜੀ ਆ ਨਾ, ਘਰ ਦੀ ਇਹ ਕਹਾਣੀ ਜਿਹੜੀ ਆ ਉਹ ਬਣੀ ਹੋਈ ਹੈ। ਤੇ ਹੋਰ ਕੁਛ ਤੁਸੀਂ ਸਾਡੇ ਜਿਹੜੇ ਬੱਚੇ ਆ, ਜਿਹੜੀ ਨਵੀਂ ਜਨਰੇਸ਼ਨ ਆ, ਉਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ ਥੋੜਾ ਜਿਹਾ ਵਧੀਆ ਤਰੀਕੇ ਨਾਲ, ਜਿਹੜਾ ਤੁਹਾਡਾ ਸੰਦੇਸ਼ ਆ ਸਾਡੇ ਬੱਚੇ ਜਾਂ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਕਬੂਲ ਕਰ ਸਕੇ?
ਮੇਰਾ ਮੈਸੇਜ ਇਹੀ ਹੈ ਅੱਜ ਦਾ ਕਿ ਦੇਖੋ, ਸੁਪਨੇ ਪੂਰੇ ਕਰਨ ਲਈ ਜਾਨ ਚਾਹੀਦੀ ਆ, ਉਤਸ਼ਾਹ ਚਾਹੀਦਾ ਹੈ ਤੇ ਕੌਨਫੀਡੈਂਸ ਪੂਰਾ ਚਾਹੀਦਾ ਹੈ ਨਾ। ਸੁਪਨੇ ਪੂਰੇ ਕਰਨ ਲਈ ਅਸੀਂ ਵੱਡਾ ਡ੍ਰੀਮ ਜ਼ਰੂਰ ਲੈ ਸਕਦੇ ਹਾਂ, ਪਰ ਉਹਦੇ ਲਈ ਵਕਤ, ਦਿਨ ਰਾਤ ਇੱਕ ਕਰਨਾ, ਮਿਹਨਤ ਕਰਨੀ, ਹਰ ਚੀਜ਼ ਦੀ ਜਿਹੜੀ ਆ ਉਹ ਬਹੁਤ ਜ਼ਿਆਦਾ ਜ਼ਰੂਰਤ ਆ। ਤੇ ਹੋ ਸਕਦਾ ਕਿ ਸਾਡੇ ਕੋਲ ਰਿਸੋਰਸਿਸ ਘੱਟ ਹੋਣ, ਕਿਸੇ ਕੋਲ ਪੈਸਾ ਘੱਟ ਹੋਵੇ, ਕਿਸੇ ਕੋਲ ਗਾਈਡੈਂਸ ਘੱਟ ਹੋਵੇ, ਠੀਕ ਹੈ, ਕਿਸੇ ਕੋਲ ਕੁਝ ਵੀ ਨਾ ਹੋਵੇ, ਮੇਰੇ ਵਾਂਗੂ ਕੁਝ ਵੀ ਨਾ ਹੋਵੇ ਕਿ ਫੀਸ ਹੀ ਨਹੀਂ ਦਿੱਤੀ ਟੌਪ ਕਰਕੇ ਹਜੇ ਉਹ ਦੇਣੀ ਆ, ਹਨਾ। ਸੋ ਨੈਗੇਟਿਵ ਵਿੱਚ ਵੀ ਤੁਸੀਂ ਹੋ ਸਕਦੇ ਹੋ, ਪਰ ਸੁਪਨੇ ਵੱਡੇ ਨੇ। ਸੋ ਉਹਦਾ ਜਿਹੜਾ ਇੱਕੋ ਸੀਕ੍ਰੇਟ ਇਹੀ ਆ ਕਿ ਤੁਸੀਂ ਬੇਈਮਾਨੀ ਦੀ ਜ਼ਿੰਦਗੀ ਨਾ ਜੀਓ। ਜੇ ਤੁਹਾਨੂੰ ਕੌਨਫੀਡੈਂਸ ਚਾਹੀਦਾ, ਵਧੀਆ ਤੋਂ ਵਧੀਆ ਲੋਕਾਂ ਦੇ ਅੱਗੇ ਬਹਿ ਕੇ ਤੁਸੀਂ ਗੱਲ ਕਰਨੀ ਆ, ਆਪਣੇ ਹੱਲ ਕਰਵਾਣੇ ਨੇ, ਜਾਂ ਤੁਸੀਂ ਕਿਸੇ ਨਾਲ ਤੋਂ ਕੁਝ ਸਿੱਖਣਾ ਹੈ, ਤੇ ਫਿਰ ਤੁਹਾਨੂੰ ਇੱਕ ਅੱਛੀ, ਨਾਈਸ, ਓਨੈਸਟ ਪਰਸਨੈਲਿਟੀ ਬਣਨਾ ਪਏਗਾ। ਫਿਰ ਤੁਹਾਡੇ ਕੋਲ ਕੁਝ ਵੀ ਨਹੀਂ ਹੋਏਗਾ ਨਾ, ਤੇ ਫਿਰ ਵੀ ਤੁਸੀਂ ਹੌਲੀ-ਹੌਲੀ ਗੇਨ ਕਰਕੇ ਜਿਹੜਾ ਵਾ ਉਹ ਕਿਤੇ ਪਹੁੰਚ ਜਾਓਗੇ। ਸੋ ਜਿਹੜਾ ਯੂਥ ਆ ਉਹ ਕਈ ਵਾਰੀ ਘਰੋਂ ਹੀ ਸਿੱਖ ਲੈਂਦੇ ਅਸੀਂ, ਹਨਾ। ਕੋਈ ਸਮਝੋ ਕਿ ਕਿਸੇ ਦੇ ਮੰਮੀ ਪਾਪਾ ਫਾਈਨਾਂਸ ਕਰਦੇ ਆ ਪੈਸੇ, ਕਿਸੇ ਦੇ ਮੰਮੀ ਪਾਪਾ ਜਿਹੜੇ ਉਹ ਬਿਜ਼ਨਸ ਕਰਦੇ ਆ ਤੇ ਉਹ ਸਾਰਾ ਸਮਝੋ ਕਿ ਕੈਸ਼ ਵਿੱਚ ਹੋ ਰਿਹਾ ਵਾ, ਕਿਸੇ ਚ ਕੁਛ ਹੋ ਰਿਹਾ, ਤੇ ਘਰੋਂ ਸਿੱਖ ਲੈਂਦੇ ਤੇ ਸਾਨੂੰ ਨਾ ਖੁਦ ਨਹੀਂ ਪਤਾ ਹੁੰਦਾ ਕਿ ਇਹ ਗਲਤ ਆ ਚੀਜ਼ਾਂ, ਕਿਉਂਕਿ ਅਸੀਂ ਘਰੋਂ ਸਿੱਖੀਆਂ, ਸਾਨੂੰ ਲੱਗਦਾ ਕਿ ਘਰ ਦੇ ਏਦਾਂ ਕਰਦੇ ਤੇ ਇਹ ਏਦਾਂ ਹੀ ਹੁੰਦਾ, ਤੇ ਉਹ ਲੱਗਦਾ ਕਿ ਉਹ ਠੀਕ ਆ, ਪਰ ਐਕਚੁਅਲ ਚ ਉਹ ਠੀਕ ਨਹੀਂ ਹੁੰਦਾ। ਤਾਂ ਤੁਹਾਨੂੰ ਖੁਦ ਦਾ ਦਿਮਾਗ ਲਗਾ ਕੇ ਜਿਹੜਾ ਦੇਖਣਾ ਪਏਗਾ ਕਿ ਰਾਈਟ ਕੀ ਆ, ਓਨੈਸਟ ਕੀ ਆ। ਕਿਉਂਕਿ ਜਦੋਂ ਤੁਸੀਂ ਓਨੈਸਟ ਰਹੋਗੇ ਤੇ ਤੁਹਾਡੇ ਅੰਦਰ ਜਿਹੜਾ ਕੌਨਫੀਡੈਂਸ ਪੈਦਾ ਹੋਏਗਾ, ਤੁਸੀਂ ਆਰਾਮ ਨਾਲ ਸੋ ਪਾਓਗੇ, ਤੁਹਾਡੇ ਚ ਜ਼ਿਆਦਾ એનર્ਜੀ ਹੋਏਗੀ ਕਿਉਂਕਿ ਤੁਸੀਂ ਕੁਝ ਗਲਤ ਨਹੀਂ ਕੀਤਾ, ਤੇ ਤੁਸੀਂ ਜਿਹਨੂੰ ਮਰਜ਼ੀ ਮਿਲ ਸਕਦੇ ਹੋ, ਜਿਹਦੇ ਮਰਜ਼ੀ ਅੱਗੇ ਬਹਿ ਕੇ ਗੱਲ ਕਰ ਸਕਦੇ ਹੋ, ਤੇ ਜਿਹਨੂੰ ਮਰਜ਼ੀ ਅਟੈਂਡ ਕਰ ਸਕਦੇ ਹੋ, ਤੁਹਾਨੂੰ ਟੈਨਸ਼ਨ ਨਹੀਂ ਹੋਗੀ। ਸੋ ਐਕਚੁਅਲ ਚ ਜੇ ਤੁਸੀਂ ਜਿੱਤਣਾ ਜ਼ਿੰਦਗੀ ਚ, ਤੇ ਤੁਹਾਡਾ ਜਿਹੜਾ ਮਨ ਦਾ ਸਕੂਨ, ਮਨ ਦੇ ਵਿੱਚ ਕੌਨਫੀਡੈਂਸ, ਮਨ ਦੀ ਜਿਹੜੀ ਕਲੈਰਿਟੀ ਬਹੁਤ ਜ਼ਰੂਰੀ ਹੈ, ਜਿਹੜੀ ਕਿ ਤੁਹਾਨੂੰ ਓਨੈਸਟੀ ਦੇ ਨਾਲ ਹੀ ਤੁਹਾਨੂੰ ਆਉਣੀ। ਜਦੋਂ ਓਨੈਸਟੀ ਦੇ ਨਾਲ ਤੁਹਾਡਾ ਹਾਰਡ ਵਰਕ ਜੁੜ ਜਾਏਗਾ, ਤੁਹਾਡੀ ਡੈਡੀਕੇਸ਼ਨ ਜੁੜ ਜਾਏਗੀ, ਤੁਹਾਡੀ ਲਰਨਿੰਗ ਐਬਿਲਿਟੀ ਜੁੜ ਜਾਏਗੀ, ਤੇ ਤੁਸੀਂ ਜਿਹੜਾ ਵਾ ਤੁਹਾਨੂੰ ਕੋਈ ਦੁਨੀਆ ਦੀ ਤਾਕਤ ਜਿਹੜੀ ਆ ਉਹ ਨਹੀਂ ਰੋਕ ਸਕਦੀ। ਤੇ ਲਾਸਟ ਵਿੱਚ ਜਿਹਦੇ ਵਿੱਚ ਮੈਂ ਸੋਨੇ ਤੇ ਸੁਹਾਗਾ ਕਰਨਾ ਹੋਵੇ, ਤੇ ਤੁਸੀਂ ਸਿਰਫ ਆਪਣੇ ਮੰਮੀ ਪਾਪਾ ਦੀ ਗੱਲ ਸੁਣ ਲਓ, ਤੁਸੀਂ ਕਦੀ ਜ਼ਿੰਦਗੀ 'ਚ ਮਾਰ ਨਹੀਂ ਖਾਓ। ਹਾਂ ਸਿਰਫ ਜੋ ਬਿਲਕੁਲ। ਤੁਹਾਡੇ ਪੇਰੈਂਟਸ ਕਹਿੰਦੇ, ਭਾਵੇਂ ਉਹ ਪੜ੍ਹੇ ਆ, ਭਾਵੇਂ ਨਹੀਂ ਪੜ੍ਹੇ, ਪਰ ਜੋ ਤੁਹਾਡੀ ਮਾਂ ਜਾਂ ਤੁਹਾਡੇ ਪਾਪਾ ਨੇ ਤੁਹਾਨੂੰ ਸੰਸਕਾਰ ਦਿੱਤੇ ਨੇ, ਠੀਕ ਹੈ, ਤੁਹਾਨੂੰ ਕਿਹਾ ਕਿ ਝੂਠ ਨਹੀਂ ਬੋਲਣਾ, ਸਵੇਰੇ ਜਲਦੀ ਉੱਠਣਾ ਵਾ, ਸਾਫ਼ ਕੱਪੜੇ ਪਾਓ, ਪ੍ਰੈਸ ਕਰ ਲਓ, ਠੀਕ ਹੈ, ਤੂੰ ਉਹਨੂੰ ਕਿਹਾ ਮਿਲਣ ਲਈ ਤੇ ਟਾਈਮ ਤੇ ਤੂੰ ਮਿਲ, ਠੀਕ ਆ, ਉੱਠ, ਤੂੰ ਦੁੱਧ ਪੀ, ਤੂੰ ਚਿਪਸ ਨਾ ਖਾ, ਠੀਕ ਹੈ। ਸੋ ਜੇ ਤੁਸੀਂ ਜੋ ਤੁਹਾਡੇ ਪੇਰੈਂਟਸ ਕਹਿੰਦੇ ਨੇ ਉਹਨੂੰ ਹੀ ਕੱਲਾ ਫੋਲੋ ਕਰ ਲਓ, ਤੇ ਆਪਣੀ ਜ਼ਿੰਦਗੀ ਦੀਆਂ ਪ੍ਰੋਬਲਮਸ ਆਪਣੇ ਘਰ, ਆਪਣੇ ਪੇਰੈਂਟਸ ਦੇ ਅੱਗੇ ਟੇਬਲ ਤੇ ਰੱਖੋ, ਤੇ ਉੱਥੇ ਬਹਿ ਕੇ ਡਿਸਕਸ ਕਰੋ, ਭਾਵੇਂ ਉਹਨਾਂ ਨੂੰ ਸਮਝ ਆਵੇ, ਭਾਵੇਂ ਨਾ ਆਵੇ, ਠੀਕ ਆ। ਤੇ ਜ਼ਰੂਰੀ ਨਹੀਂ ਕਿ ਪੇਰੈਂਟਸ ਹੀ, ਜੋ ਵੀ ਤੁਹਾਡਾ ਬ੍ਰਦਰ ਸਿਸਟਰ ਤੁਹਾਡੇ ਜ਼ਿਆਦਾ ਨੇੜੇ ਆ, ਜਿਹੜਾ ਵੀ ਤੁਹਾਡੇ ਜ਼ਿਆਦਾ ਨੇੜੇ, ਬਟ ਮੈਂ ਖਾਸ ਤੌਰ ਤੇ ਫੈਮਿਲੀ ਦੀ ਗੱਲ ਕਰਦੀ। ਸੋ ਮੋਸਟਲੀ ਲੋਕਾਂ ਨੂੰ ਲੱਗਦਾ ਕਿ ਸਾਡੇ ਪੇਰੈਂਟਸ ਨੂੰ ਇੰਨਾ ਨਹੀਂ ਪਤਾ, ਹਾਂਜੀ ਉਹਨਾਂ ਦਾ ਕਿ ਪੇਰੈਂਟਸ ਨੂੰ ਨਹੀਂ ਇੰਨਾ ਪਤਾ, ਸਾਨੂੰ ਜ਼ਿਆਦਾ ਪਤਾ। ਹਾਂਜੀ ਪਰ ਮੈਂ ਉਹਨਾਂ ਬੱਚਿਆਂ ਚੋਂ ਆ ਕਿ ਮੈਂ ਸਾਰੀ ਹੀ ਜਿਹੜੀ ਆ ਆਪਣੇ ਮੰਮੀ ਪਾਪਾ ਨੂੰ ਮੈਂ ਫੋਲੋ ਕਰਦੀ, ਜੋ ਮੈਨੂੰ ਬਣਾਉਣਾ ਚਾਹੁੰਦੇ ਨੇ, ਜੋ ਮੈਨੂੰ ਸਿਖਾਉਂਦੇ ਨੇ। ਮੈਨੂੰ ਇਹ ਲੱਗਦਾ ਕਿ ਮੈਂ ਆਪਣੇ ਫਾਦਰ ਦੀ ਤੋਂ ਕਿਰਤ ਕਰਨੀ, ਇਮਾਨਦਾਰੀ ਜਿਹੜੀ ਉਹ ਸਿੱਖੀ ਆ, ਤੇ ਮੈਨੂੰ ਏਦਾਂ ਲੱਗਦਾ ਕਿ ਰੱਬ ਹਮੇਸ਼ਾ ਹੀ ਮੇਰੇ ਨਾਲ ਆ। ਮੈਨੂੰ ਬਿਲਕੁਲ ਨਹੀਂ ਏਦਾਂ ਲੱਗਦਾ ਕਿ ਮੇਰਾ ਕੋਈ ਸੁਪਨਾ ਪੂਰਾ ਨਹੀਂ ਹੋ ਸਕਦਾ। ਮੈਨੂੰ ਲੱਗਦਾ ਕਿ ਹਰ ਸੁਪਨਾ ਜਿਹੜਾ ਵਾ ਉਹ ਫਿਊਚਰ 'ਚ ਮੇਰਾ ਪੂਰਾ ਹੋਏਗਾ, ਕਿਉਂਕਿ ਜ਼ਿੰਦਗੀ ਦੇ ਵਿੱਚ ਮੈਨੂੰ ਮੇਰੇ ਫਾਦਰ ਤੋਂ ਕਲੈਰਿਟੀ ਬਹੁਤ ਮਿਲੀ ਹੈ ਦਿਮਾਗ ਦੇ ਵਿੱਚ, ਕਿ ਮਨਦੀਪ ਓਨੈਸਟ ਰਹਿਣਾ, ਖੁਸ਼ ਰਹਿਣਾ, ਕੌਨਫੀਡੈਂਟ ਰਹਿਣਾ, ਤੇ ਬੇਈਮਾਨੀ ਦੇ ਪੈਸੇ ਨਹੀਂ ਤੁਸੀਂ ਕਮਾਣੇ, ਤੇ ਤੁਸੀਂ ਸਫਲ ਹੀ ਸਫਲ ਹੋ। ਹਰ ਕੋਈ ਤੁਹਾਡੇ ਲਾਗੇ ਬਹਿਣਾ ਚਾਹੇਗਾ ਕਿ ਤੁਸੀਂ ਇੱਕ ਅੱਛੇ ਇਨਸਾਨ ਹੋ। ਉਸ ਤੋਂ ਬਾਅਦ ਤੁਹਾਨੂੰ ਜੇ ਕੋਈ ਦੁਖੀ ਵੀ ਕਰਦਾ, ਜਾਂ ਤੁਹਾਨੂੰ ਸਮਝੋ ਕਿ ਕੋਈ ਕਰਪਟ ਆਫਿਸਰ ਮਿਲ ਜਾਂਦਾ ਹੈ, ਉਹਦੇ ਵੀ ਅੰਦਰੋਂ ਓਨੈਸਟੀ ਨਿਕਲ ਆਏਗੀ ਤੁਹਾਡੇ ਲਈ ਬਾਹਰ, ਉਹਦੇ ਅੰਦਰੋਂ ਵੀ ਸੱਚਾਈ ਵਾਲਾ ਪੱਖ ਨਿਕਲ ਆਏਗਾ, ਉਹ ਵੀ ਤੁਹਾਨੂੰ ਤੰਗ ਨਹੀਂ ਕਰੇਗਾ। ਅੱਛਾ ਮਨਦੀਪ, 1-2 ਮਿੰਟ ਦੇ ਵਿੱਚ ਹੀ, ਕਿਉਂਕਿ ਟਾਈਮ ਹੋ ਰਿਹਾ, 1-2 ਮਿੰਟ 'ਚ ਹੀ, ਜਿਸ ਤਰ੍ਹਾਂ ਇਹ ਮਨਦੀਪ ਨੇ ਆਤਮ ਹੱਤਿਆ ਕੀਤੀ ਹੈ, ਇਹੋ ਜਿਹੀਆਂ ਕੁੜੀਆਂ ਜਿਹੜੀ ਇਹੋ ਜਿਹੀਆਂ ਸਥਿਤੀ ਦੇ ਵਿੱਚੋਂ ਲੰਘ ਰਹੀਆਂ, ਉਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ? ਦੇਖੋ, ਉਹਨਾਂ ਨੇ ਬਾਅਦ ਵਿੱਚ ਵੀਡੀਓ ਬਣਾਈ, ਹਨਾ, ਤੇ ਫਿਰ ਉਹਨਾਂ ਨੇ ਜਿਹੜੀ ਆਤਮ ਹੱਤਿਆ ਕਰ ਲਈ, ਇਹ ਵੀ ਤੇ ਬੜੀ ਗਲਤ ਗੱਲ ਨਾ। ਉਹਨਾਂ ਨੇ ਜੇ ਬਣਾਈ ਤੇ ਉਹਨਾਂ ਨੂੰ ਵਕਤ ਦੇਣਾ ਚਾਹੀਦਾ ਸੀ ਕਿ ਸੋਸ਼ਲ ਮੀਡੀਆ ਰਿਐਕਟ ਕਰਦਾ,
ਲੋਕ ਉਹਨਾਂ ਦੀ ਗੱਲ ਸੁਣਦੇ, ਠੀਕ ਹੈ। ਸੋ ਪਲੀਜ਼ ਬੋਲਣਾ ਜਿਹੜਾ ਵਾ ਉਹ ਬਹੁਤ ਅੱਛਾ ਸੀ ਕਿ ਉਹਨਾਂ ਨੇ ਦੱਸਿਆ। ਤੇ ਦੱਸੋ ਕੀ ਹੋ ਜਾਏਗਾ ਵੱਧ ਤੋਂ ਵੱਧ ਦੁਨੀਆ 'ਚ, ਤੇ ਹਰ ਇੱਕ ਨੇ ਮਰਨਾ ਹੀ ਆ। ਕੋਈ ਬੇਇੱਜ਼ਤੀ ਕਰਾ ਕੇ ਮਰ ਜਾਏਗਾ, ਕੋਈ ਹਸਬੈਂਡ ਤੋਂ ਮਰ ਜਾਏਗਾ, ਕੋਈ ਵੈਸੇ ਹੀ ਮਰ ਜਾਏਗਾ, ਕੋਈ ਨਾਟਕ, ਠੀਕ ਹੈ। ਸੋ ਜਦੋਂ ਆਪਾਂ ਇੱਕ ਦਿਨ ਮਰਨਾ ਹੀ ਆ ਤੇ ਫਿਰ ਡਰ ਕੇ ਕਿਉਂ ਜੀਣਾ, ਫਿਰ ਇੰਨਾ ਕਿਉਂ ਸਹਿਣਾ। ਦੇਖੋ ਹਰ ਔਰਤ ਸਹਿੰਦੀ ਹੈ, ਹੋ ਸਕਦਾ ਮੈਂ ਵੀ 10 ਸਾਲ ਬੜਾ ਕੁਝ ਸਹਿਆ ਹੋਵੇ, ਠੀਕ ਹੈ, ਪਰ ਇੱਕ ਤੁਹਾਡੀ ਬਰਦਾਸ਼ਤ ਦੀ ਹੱਦ ਜਿਹੜੀ ਆ ਬਣਾਉਣੀ ਪਏਗੀ ਤੁਹਾਨੂੰ ਕਿ ਇਸ ਤੋਂ ਬਾਅਦ ਨਹੀਂ, ਠੀਕ ਹੈ। ਸੈਕਰੀਫਾਈਸ ਕਰੋ ਜਿੰਨਾ ਮਰਜ਼ੀ ਕਰੋ, ਪਰ ਇੱਕ ਬਰਦਾਸ਼ਤ ਦੀ ਹੱਦ ਜਦੋਂ ਕਿ ਤੁਹਾਨੂੰ ਬਣਾਉਣੀ ਪਏਗੀ, ਉਸ ਤੋਂ ਬਾਅਦ ਤੁਹਾਨੂੰ ਵੇਟ ਕਰਨੀ ਪਏਗੀ ਕਿ ਦੁਨੀਆ 'ਚ ਮੈਨੂੰ ਵੀ ਪਿਆਰ ਕਰਨ ਵਾਲੇ ਲੋਕ ਜਿਹੜੇ ਹੈਗੇ ਆ। ਤੇ ਜੇ ਆਪਾਂ ਮਨਦੀਪ ਦੀ ਗੱਲ ਕਰੀਏ ਯੂਐਸ ਵਾਲੇ, ਕਿ ਜਦੋਂ ਤੁਸੀਂ ਆਪਣੀ ਗੱਲ ਦੱਸਤੀ ਤੇ ਜੇ ਉਹ ਵਕਤ ਥੋੜਾ ਜਿਹਾ ਦੇ ਦਿੰਦੇ ਤੇ ਉਹ ਦੇਖਦੇ ਕਿ ਦੁਨੀਆ 'ਚ ਅਜਿਹੇ ਇਨਸਾਨ ਵੀ ਆ ਜਿਹੜੇ ਉਹਨਾਂ ਨੂੰ ਪਹਿਲਾਂ ਕਦੀ ਨਹੀਂ ਸੀ ਜਾਣਦੇ, ਪਰ ਸਭ ਤੋਂ ਅੱਛੇ ਦੋਸਤ ਤੇ ਸਹੇਲੀਆਂ ਉਹਨਾਂ ਦੇ ਬਣ ਗਏ। ਹੋ ਸਕਦਾ ਮੈਂ ਉਹਨਾਂ ਨੂੰ ਫੋਨ ਕਰ ਦਿੰਦੀ, ਕੋਈ ਹੋਰ ਕਰਦਾ, ਠੀਕ ਹੈ। ਸੋ ਅਸੀਂ ਆਪਣੇ ਆਪ ਨੂੰ ਮੈਂਟਲੀ ਫਿਜ਼ੀਕਲੀ ਹੋਰ ਜਿਹੜਾ ਵਾ ਉਹ ਸਟਰੋਂਗ ਬਣਨਾ ਹੈ, ਭਾਵੇਂ ਅਸੀਂ ਹਾਊਸ ਵਾਈਫਸ ਆ, ਠੀਕ ਹੈ, ਪਰ ਆਪਣੀ ਜਿਹੜੀ ਆ ਸੈਲਫ ਰਿਸਪੈਕਟ ਆਪਾਂ ਨਹੀਂ ਜਾਣ ਦੇਣੀ। ਬਰਦਾਸ਼ਤ ਕਰਨ ਦੀ ਇੱਕ ਜਿਹੜੀ ਹੱਦ ਆ ਉਹ ਰੱਖਣੀ ਆ, ਅਗਲੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ, ਹੱਲ ਕਰਨ ਦੀ, ਲੋਕਾਂ ਨੂੰ ਵਿੱਚ ਪਾਉਣਾ ਜਿਹੜਾ ਉਹ ਜ਼ਰੂਰੀ। ਜ਼ਿੰਦਗੀ 'ਚ ਜੇ ਲੰਬੀਆਂ ਉਮਰਾਂ ਕਿਸੇ ਦੀਆਂ ਹੈਗੀਆਂ ਨਾ, ਉਹ ਉਹਨਾਂ ਦੀਆਂ ਹੀ ਆ ਕਿ ਜਿਨ੍ਹਾਂ ਦੀ ਜ਼ਿੰਦਗੀ 'ਚ ਜਿਹੜੇ ਆਪਣੀ ਗੱਲ ਦੂਸਰੇ ਨੂੰ ਦੱਸਦੇ ਆ, ਜਿਨ੍ਹਾਂ ਦੀ ਜ਼ਿੰਦਗੀ 'ਚ ਕੋਈ ਲੁਕ ਛੁਪਾ ਨਹੀਂ ਹੈਗੇ, ਉਹਨਾਂ ਦੇ ਦੋਸਤ ਮਿੱਤਰ ਜਿਹੜੇ ਆ ਉਹ ਹੈਗੇ ਆ। ਸੋ ਦੁਨੀਆ ਬਹੁਤ ਅੱਛੀ ਹੈ, ਸਾਰੀ ਦੁਨੀਆ ਅੱਛਾਈ ਤੇ ਟਿਕੀ ਹੋਈ ਹੈ। ਸੋ ਉਹਨੂੰ ਇੰਨੀ ਬੁਰੀ ਨਾ ਸਮਝੋ ਕਿ ਮੇਰਾ ਕੋਈ ਸਾਥ ਨਹੀਂ ਦੇਵੇਗਾ, ਆਉਣਗੇ ਲੋਕ ਅੱਗੇ। ਓਕੇ ਮਨਦੀਪ ਜੀ, ਤੁਸੀਂ ਸਾਡੇ ਸ਼ੋਅ ਦੇ ਵਿੱਚ ਆਏ, ਆਪਣਾ ਕੀਮਤੀ ਸਮਾਂ ਕੱਢ ਕੇ ਬਹੁਤ ਵਧੀਆ ਵਧੀਆ ਗੱਲਾਂ ਤੁਸੀਂ ਕੀਤੀਆਂ, ਸਮਾਜ ਨੂੰ ਸੇਧ ਦੇਣ ਵਾਲੀਆਂ ਗੱਲਾਂ ਕੀਤੀਆਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ।